तुमरी महिमा अपरपारा, जाका लहो ना किन्हू पारा। देव देव राजन के राजा, दीन दयाल गरीब निवाजा। दोहरा मूक उचरा शास्त्र खट, पिंग गिरन चढ़ जाए। अंध लखै बदरो सुनै, जो काल कृपा कराए। चौपाई कहाँ बुध प्रभ तुझ हमारी, बर न सकै महिमा जो तिहारी। हम न सकत कर सिफत तुम्हारी, आप ले हो तुम कथा सुधारी। दोहरा तिन बेदियन की के कुल बिखे, प्रगटे नानक राय। सब सिखन को सुख दे, जय ते भय सहाय। श्री नानक पुरुषोत्तमं परम परावर नाथ, जुगल चरण मम बंदना। तर पर तर कर माथ। दोहरा श्री चंडी खंडन, दुष्ट भुज धंडन बर भंड। जग मंडन पद बंदना, जाको तेज प्रचंड। वाहिगुरु जी का खालसा, वाहिगुरु जी की फतेह। अध्याय 12वां श्री नानक प्रकाश। सो दोहरा जो कवि संतोख सिंह जी मंगल करते ने, उच्चारण करते ने। श्री चंडी खंडन दुष्ट भुज ठंडन बरबंड। श्री श्री शब्द जिहड़ा है माया का पति, उन्होंने श्री कहते हैं। श्री मीनस द क्रिएटर ऑफ माया। द क्रिएटर ऑफ माया की है परमात्मा। सो दूजा शब्द है चंडी। चंडी शब्द जिहड़ा है ये है परमात्मा का जिहड़ा तेज है, परमात्मा का जिहड़ा पावर है, ਜਾਂ ਜਿਹੜਾ ਇਲਸਟ੍ਰੇਸ਼ਨ ਆਫ ਦ ਪਾਵਰ ਜਿਹੜਾ ਹੈ ਪਰਮਾਤਮਾ ਦਾ। ਸੋ ਆਪਾਂ ਇਉਂ ਕਹਿ ਲਈਏ ਸ਼ਰੀਰ ਸ਼ਬਦ ਪਰਮਾਤਮਾ ਜੋ ਨਿਰਗੁਣ ਸਰੂਪ ਹੈ, ਉਸ ਦਾ ਸਰਗੁਣ ਸਰੂਪ ਚੰਡੀ ਹੈ। ਚੰਡੀ ਮੀਨਸ ਉਹਦਾ ਪ੍ਰਤਾਪ, ਉਹਦਾ ਪ੍ਰਭਾਵ। ਸੋ ਕਹਿੰਦੇ ਖੰਡਨ ਦੁਸ਼ਟ, ਕਹਿੰਦੇ ਕਿ ਪਰਮਾਤਮਾ ਦੀ ਇਹ ਸ਼ਕਤੀ ਹੈ ਕਿ ਉਹ ਦੁਸ਼ਟਾਂ ਨੂੰ ਨਾਸ਼ ਕਰਦਾ ਹੈ, ਦੁਸ਼ਟਾਂ ਨੂੰ ਖੰਡਨ ਕਰਦਾ ਹੈ, ਟੁਕੜੇ ਟੁਕੜੇ ਕਰ ਦਿੰਦਾ ਹੈ। ਕਹਿੰਦੇ ਦੁਸ਼ਟ ਉਹਦੇ ਸਾਹਮਣੇ ਖੜ ਨਹੀਂ ਸਕਦਾ। ਸੋ ਇੱਥੇ ਜਿਹੜਾ ਹੈ ਇਹ ਇੱਕ ਰੂਪਕ ਜਿਹੜਾ ਹੈ ਇਹ ਜਿਹੜਾ ਹੈ ਦੋਹਰਾ ਬਣਾਇਆ ਹੈ ਕਵੀ ਸੰਤੋਖ ਸਿੰਘ ਜੀ ਨੇ। ਕਹਿੰਦੇ ਪੁਜ ਦੰਡਨ ਬਰਭੰਡ। ਬਰਭੰਡ ਜਿਹੜਾ ਬਰਭੰਡ ਜਿਹੜਾ ਸ਼ਬਦ ਹੈ, ਕਹਿੰਦੇ ਕਿ ਜਿਹੜਾ ਬਲ ਵਾਲਾ ਹੈ ਜਾਂ ਬਲ ਵਾਲਾ, ਕਹਿੰਦੇ ਕਿ ਜਿਹੜਾ ਆਪਣੀ ਸਟਰੈਂਗ ਨੂੰ ਵਰਤ ਕੇ ਕੁਝ ਕਰਨ ਜੋਗਾ ਹੈ। ਸੋ ਪੁਜ, ਪੁਜ ਮੀਨਸ ਬਾਵਾਂ, ਬਾਵਾਂ। ਕਹਿੰਦੇ ਦੰਡਨ, ਦੰਡਨ ਮੀਨਸ ਇੱਕ ਲੱਕੜ ਦੀ ਤਰ੍ਹਾਂ ਨੇ, ਸਟਰੋਂਗ ਐਸ ਵੁੱਡ ਨਾ। ਸੋ ਉਹ ਜਿਹੜਾ ਹਨ, ਸੋ ਕਹਿੰਦੇ ਸ੍ਰੀ ਚੰਡੀ ਖੰਡਨ ਦੁਸ਼ਟ। ਕਹਿੰਦੇ ਕਿ ਇਹ ਜਿਹੜੀ ਪਰਮਾਤਮਾ ਦੀ ਸ਼ਕਤੀ ਹੈ, ਪਰਮਾਤਮਾ ਦੀ ਸ਼ਕਤੀ ਦੇ ਸਾਹਮਣੇ ਕੋਈ ਜਿਹੜਾ ਹੈ ਝੂਠਾ ਟਿਕ ਨਹੀਂ ਸਕਦਾ। ਕਹਿੰਦੇ ਪਰਮਾਤਮਾ ਕੋਈ ਇੰਨੀ ਸ਼ਕਤੀ ਹੈ ਕਿ ਉਹਦੀ ਜਿਹੜੀ ਸ਼ਕਤੀ ਦੇਖਣ ਵਾਲੀ ਉਹ ਚੰਡੀ ਰੂਪ ਹੈ ਜੋ ਦੁਸ਼ਟਾਂ ਦਾ ਨਾਸ਼ ਕਰਦੀ ਹੈ। ਤੇ ਕਹਿੰਦੇ ਪਰਮਾਤਮਾ ਦੀਆਂ ਜਿਹੜੀਆਂ ਹਨ ਬਾਹਾਂ ਜਿਹੜੀਆਂ ਐਸੀਆਂ ਨੇ ਜਿਹੜੀਆਂ ਕਿ ਕੋਈ ਵੀ ਜਿਹੜਾ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਦਾ। ਜਗ ਮੰਡਨ ਪਦ ਬੰਦਨਾ, ਜਾਕੋ ਤੇਜ ਪ੍ਰਚੰਡ। ਕਹਿਣਗੇ ਜਗ ਮੰਡਨ, ਕਹਿਣਗੇ ਐਸੇ ਜਿਹੜਾ ਪਰਮਾਤਮਾ ਹੈ, ਮੰਡਨ ਦਾ ਜਿਹੜਾ ਸ਼ਬਦ ਹੈ ਕਹਿੰਦੇ ਉਹ ਮੰਡਨ ਐਸਾ, ਕਹਿੰਦੇ ਵੀ ਉਹ ਜਿਹੜਾ ਹੈ ਮੰਡਨ ਮੀਨਸ ਉਹ ਮੰਡ ਕਰਨ ਵਾਲਾ ਹੈ। ਮੰਡ ਮੀਨਸ ਉਹ ਦਬਾਉਣ ਵਾਲਾ ਹੈ, ਉਹ ਦਬਾ ਦਿੰਦਾ ਹੈ। ਕਹਿੰਦੇ ਕਿ ਜਗ ਮੰਡਨ ਜਿਹੜਾ ਹੈ ਪੱਗ ਬੰਦਨਾ, ਕਹਿਣਗੇ ਉਹ ਜਗ ਨੂੰ ਮੰਡਨ ਦਾ ਦੂਜਾ ਅਰਥ ਹੈ ਜਗ ਨੂੰ ਬਣਾਉਣ ਵਾਲਾ। ਕਹਿਣਗੇ ਉਹਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਜਾਂ ਕੋ ਤੇਜ ਪ੍ਰਚੰਡ, ਜਿਹਦਾ ਤੇਜ ਪ੍ਰਚੰਡ ਹੈ, ਜਿਹਦਾ ਤੇਜ, ਜਿਹਦਾ ਪਾਵਰ, ਜਿਹਦਾ ਜਿਹੜਾ ਹੈ ਆਪਾਂ ਕਹਿ ਦਈਏ ਸ਼ਕਤੀ ਜਿਹੜੀ ਹੈ ਉਹ ਸਾਰੇ ਕਿਤੇ ਜਿਹੜੀ ਹੈ ਵਰਤੀ ਜਾ ਰਹੀ ਹੈ। ਜਮੀਨ ਇਟਸ ਇਨ ਯੂਜ਼ ਇਨ ਐਵਰੀਵੇਅਰ। ਉਹਦੀ ਸ਼ਕਤੀ ਉਹ ਇੱਕ ਚੀਜ਼ ਆ ਜਿਹੜੀ ਐਗਜ਼ਿਸਟ ਕਰਦੀ ਆ ਦੁਨੀਆ ਨੂੰ। श्री बाला सुंदर वा चौपाई, कह बाला श्री अंगद गुरु जी। ਕਹਿਣ ਲੱਗੇ ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਕਰਦੇ ਨੇ। ਸੋ ਕਹਿੰਦੇ ਗੁਰੂ ਅੰਗਦ ਦੇਵ ਜੀ ਇਹ ਜਿਹੜਾ ਹੈ ਇਹ ਜਿਹੜੀ ਸਾਖੀ ਭਾਈ ਬਾਲਾ ਜੀ ਸੁਣਾ ਰਹੇ ਨੇ। ਕਹਿੰਦੇ ਗੁਰੂ ਅੰਗਦ ਦੇਵ ਜੀ ਐਸਾ ਸੁਣੋ ਕਥਾ ਨਾਸਕ ਤ੍ਰੈ ਜੁਰ ਕੀ। ਕਹਿਣ ਲੱਗੇ ਪਾਤਸ਼ਾਹ ਜੀ ਇਹ ਕਥਾ ਤੁਸੀਂ ਸਰਵਣ ਕਰੋ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਜਿਹੜਾ ਤਿੰਨ ਤਾਪਾਂ ਨੂੰ ਖਪ ਕਰਦੀ ਹੈ, ਆਦਿ ਵਿਆਧੀ ਤੇ ਉਪਾਧੀ। ਜੋ ਵੀ ਇਹ ਕਥਾ ਸੁਣਦੇ ਨੇ ਕਹਿੰਦੇ ਕਿ ਉਹਨਾਂ ਦੇ ਤਿੰਨ ਤਾਪ ਦੂਰ ਹੋ ਜਾਂਦੇ ਨੇ। ਸੋ ਉਹਨਾਂ ਦਾ ਨਾ ਮਨ ਦਾ ਕੋਈ ਰੋਗ ਰਹਿੰਦਾ, ਨਾ ਸਰੀਰ ਦਾ ਰੋਗ, ਨਾ ਉੱਤੋਂ ਕੋਈ ਉਹਨਾਂ ਨੂੰ ਦੁੱਖ ਆਉਂਦਾ ਹੈ। ਕਹਿੰਦੇ ਤਿੰਨੇ ਦੁੱਖ ਦੂਰ ਹੋ ਜਾਂਦੇ ਨੇ ਇਹ ਕਥਾ ਸੁਣ ਕੇ। ਔਰ ਰਿਤ ਪਾਵ ਸ਼ੁਭ ਆਏ। ਕਹਿਣ ਲੱਗੇ ਇਉਂ ਕਰਕੇ ਹੁਣ ਪਹਿਲਾਂ ਆਪ ਜੀ ਨੇ ਸੁਣਿਆ ਸੀ ਨਾ ਪਹਿਲੇ ਪ੍ਰਸੰਗ ਵਿੱਚ, ਪ੍ਰਸੰਗ ਬਿਫੋਰ ਦਿਸ। ਸੋ 11ਵੇਂ ਪ੍ਰਸੰਗ ਵਿੱਚ ਬਸੰਤ ਰੁੱਤ ਸੀਗੀ। ਸੋ ਹੁਣ ਬਸੰਤ ਤੋਂ ਬਾਅਦ ਕੀ ਆਇਆ ਜੀ? ਪਾਵਸ ਆ ਗਈ। ਸੋ ਪਾਵਸ ਵਿੱਚ ਭਾਦਰੋਂ ਦਾ ਮਹੀਨਾ ਆਉਂਦਾ ਹੈ।
ਤੇ ਉਹ ਮਹੀਨੇ 'ਚ ਕੀ ਹੁੰਦਾ ਜੀ, ਮੀਂਹ ਪੈਂਦੇ ਨੇ। ਸੋ ਇਟਸ ਬਿਟਵੀਨ ਜੁਲਾਈ ਅਗਸਤ, ਸੋ ਮਿਡ ਜੁਲਾਈ ਮਿਡ ਅਗਸਤ, ਸੋ ਕਹਿੰਦੇ ਮੀਂਹ ਪੈਂਦੇ ਨੇ। ਸੋ ਉਹ ਮਹੀਨਾ ਆ ਗਿਆ ਜੀ ਹੁਣ। ਗਗਨ ਬੀਜ ਬਾਦਲ ਦਸਟਾਈ, ਕਹਿਣ ਲੱਗੇ ਹੁਣ ਆਕਾਸ਼ ਵਿੱਚ ਬੱਦਲ ਇਕੱਠੇ ਹੋਣੇ ਸ਼ੁਰੂ ਹੋ ਗਏ। ਯੂ ਕੈਨ ਸੀ ਕਲਾਊਡਸ ਓਵਰ ਦ ਸਕਾਈ। ਹਾਂਜੀ, ਭਾਗ ਜਗੇ ਪੂਰਬ ਜਗਿਆਸੀ। ਕਹਿਣ ਲੱਗੇ ਹੁਣ ਭਾਗ ਜਗੇ, ਕਹਿਣ ਲੱਗੇ ਭਾਗ ਜਾਗਦੇ ਨੇ ਹੁਣ ਜਿਹੜੇ ਹਨ ਪੂਰਬਲੇ ਜਗਿਆਸੀ, ਜਿਵੇਂ ਪੂਰਬ ਦੀ ਕੀਤੀ ਹੋਈ, ਪਹਿਲਾਂ ਦੀ ਕੀਤੀ ਹੋਈ ਕਮਾਈ ਹੁਣ ਉਹਦਾ ਫਲ ਮਿਲਦਾ ਹੈ ਜੀ। ਜੋ ਤਨ ਧਰਤ ਸੰਤ ਸੁਖ ਰਾਸੀ। ਹਾਂ, ਕਹਿਣਗੇ ਜਿਉਂ ਤਨ ਧਰਤ ਸੰਤ ਸੁਖ ਰਾਸੀ। ਕਹਿੰਦੇ ਬੱਦਲ ਆਏ ਇਕੱਠੇ ਹੋਏ, ਕਹਿੰਦੇ ਜਿਵੇਂ ਕਿਤੇ ਕਿਸੇ ਨੇ ਕਮਾਈ ਕੀਤੀ ਹੁੰਦੀ। ਬਿਕਾਜ਼ ਬੱਦਲ ਵੈਨ ਇਟ ਕਮਸ ਦੇਰ ਆਰ ਕਲਾਊਡਸ ਆ ਨਾ, ਪਹਿਲਾਂ ਉਹ ਵਾਟਰ ਨੂੰ ਐਬਜ਼ੌਰਬ ਕਰਦੇ ਨੇ, ਵਾਟਰ ਨੂੰ ਐਬਜ਼ੌਰਬ ਕਰਕੇ ਫਿਰ ਉਹ ਜਾਂਦੇ ਨੇ। ਕਿ ਕਹਿੰਦੇ ਐਸਾ ਜਿਹੜਾ ਇਹ ਦ੍ਰਿਸ਼ਟਾਂਤ ਹੈ, ਇੱਕ ਐਗਜ਼ਾਮਪਲ ਬਣਾਇਆ ਹੈ। ਕਹਿੰਦੇ ਭਾਗ ਜਗੇ ਪੂਰਬ ਜਗਿਆਸੀ, ਜਿਵੇਂ ਕਹਿੰਦੇ ਕਿਸੇ ਦੇ ਪਿਛਲੇ ਕਰਮ ਕੀਤੇ ਹੋਏ ਨੇ, ਪਿਛਲੀ ਕਮਾਈ, ਜਿਵੇਂ ਬੱਦਲਾਂ ਨੇ ਪਹਿਲਾਂ ਪਾਣੀ ਇਕੱਠਾ ਕੀਤਾ, ਪਹਿਲਾਂ ਪਾਣੀ ਐਬਜ਼ੌਰਬ ਕਰਕੇ, ਤੇ ਕਹਿੰਦੇ ਜਿਉ ਤਨ ਧਰਤ ਸੰਤ ਸੁਖ ਰਾਸੀ। ਕਹਿੰਦੇ ਹੁਣ ਬੱਦਲ ਸੁਖ ਦੇਣ ਵਾਲੇ ਨੇ, ਕਿਉਂਕਿ ਮੀਂਹ ਪਾਉਂਦੇ ਨੇ, ਕਹਿੰਦੇ ਚੰਗੇ ਨੇ। ਸੋ ਕਹਿੰਦੇ ਸੰਤ ਲੋਕ ਵੀ ਐਸੇ ਨੇ, ਆਪਣੀ ਪਹਿਲਾਂ ਕਮਾਈ ਕਰਦੇ ਨੇ, ਕਮਾਈ ਕਰਕੇ ਫਿਰ ਦੁਨੀਆ ਨੂੰ ਸੁੱਖ ਦਿੰਦੇ ਨੇ, ਜਿਵੇਂ ਬੱਦਲ ਵਰਸਦੇ ਨੇ। ਚੜੀ ਘਟਾ ਕਾਲੀ ਜਿਵ ਕਾਲੀ। ਕਹਿਣ ਲੱਗੇ ਕਾਲੀ ਘਟਾ ਛਾ ਗਈ ਜੀ ਸਾਰੇ ਕਿਤੇ, ਮਤਲਬ ਬੱਦਲ ਆ ਗਏ ਜੀ ਪਾਣੀ ਦੇ ਭਰੇ ਹੋਏ, ਕਾਲੇ ਰੰਗ ਦੇ ਇਕੱਠੇ ਹੋ ਕੇ ਆ ਗਏ। ਜਿਵੇਂ ਕਹਿੰਦੇ ਦੇਵੀ ਕਾਲੀ ਹੁੰਦੀ ਆ ਨਾ, ਉਹ ਕਾਲੀ ਦੇਵੀ ਜਿਹੜੀ ਪੂਰੀ ਕਾਲੀ ਹੁੰਦੀ ਹੈ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਕਾਲਾ ਰੰਗ, ਹੁਣ ਕਾਲਾ ਰੰਗ ਨੂੰ ਇਲਾਸਟ੍ਰੇਟ ਕਰਨ ਵਾਸਤੇ ਉਹ ਕਹਿੰਦੇ ਜਿਵੇਂ ਦੇਵੀ ਕਾਲੀ ਹੁੰਦੀ ਹੈ, ਵੀ ਇੰਨਾ ਕਾਲਾ, ਕਾਲੇ ਬੱਦਲ ਆ ਗਏ ਜੀ। ਪਰਨੋ ਬਜਰ ਬਜਾਵਤ ਤਾਲੀ। ਕਹਿਣ ਲੱਗੇ ਪਰਨੋ ਬਜਰ ਬਜਾਵਤ ਤਾਲੀ। ਕਹਿਣ ਲੱਗੇ ਉੱਥੇ ਫਿਰ ਬਿਜਲੀ ਖੜਕਦੀ ਹੈ, ਕਿਉਂਕਿ ਬੱਦਲ ਜਦੋਂ ਆਪਣੇ ਵਿੱਚ ਟਕਰਾਉਂਦੇ ਨੇ ਉਹਨਾਂ 'ਚ ਪਾਣੀ ਹੁੰਦਾ, ਜੋ ਟਕਰਾਉਂਦੇ ਨੇ ਬਿਜਲੀ ਆਉਂਦੀ ਹੈ, ਲਾਈਟਨਿੰਗ। ਸੋ ਜਦੋਂ ਲਾਈਟਨਿੰਗ ਆਉਂਦੀ ਹੈ, ਇੱਥੇ ਦ੍ਰਿਸ਼ਟਾਂਤ ਬਣਾਇਆ ਹੈ ਪਰਨੇ ਬਜਰ ਬਜਾਵਤ ਤਾਲੀ, ਜਿਵੇਂ ਕਹਿੰਦੇ ਬੱਦਲ ਗਿੱਧਾ ਪਾਉਂਦੇ ਨੇ, ਕਹਿੰਦੇ ਜਿਵੇਂ ਹੁਣ ਉਹ ਵੱਜਦੇ ਨੇ ਆਪਸ ਵਿੱਚ, ਲਾਈਟਨਿੰਗ ਆਉਂਦੀ ਹੈ, ਕਹਿੰਦਾ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਤਾਲੀ ਵਜਾਉਂਦੇ ਨੇ, ਜਿਵੇਂ ਕਲੈਪਿੰਗ ਹੋ ਰਹੀ ਹੈ। ਹਾਂਜੀ, ਸਾਸਨ ਪਾਕ ਸਰਾਸਨ ਜੋ। ਹਾਂ, ਕਹਿਣ ਲੱਗੇ ਫਿਰ ਉਸ ਤੋਂ ਬਾਅਦ ਆਪ ਜੀ ਨੂੰ ਪਤਾ ਹੈ ਜਦੋਂ ਮੀਂਹ ਪੈਂਦਾ ਹੈ, ਧੁੱਪ ਆਉਂਦੀ ਹੈ, ਫਿਰ ਰੇਨਬੋ ਆਉਂਦੀ ਹੈ। ਕਹਿੰਦੇ ਜਦੋਂ ਰੇਨਬੋ ਆਉਂਦੀ ਹੈ, ਕਹਿੰਦੇ ਸਾਸਨ ਪਾਕ ਸਰਾਸਨ ਜੋ, ਕਹਿਣਗੇ ਜਿਵੇਂ ਇੰਦਰ ਦਾ ਧਨੁਖ ਹੁੰਦਾ, ਬਿਕੋਜ਼ ਉਹਦਾ ਸ਼ੇਪ ਆਇਆ ਹੁੰਦਾ ਨਾ ਰੇਨਬੋ ਦਾ। ਸੋ ਕਹਿੰਦੇ ਉਹ ਰੇਨਬੋ ਦਾ ਇਹ ਹੈ ਜਿਵੇਂ ਬੋ ਹੁੰਦਾ ਹੈ, ਜਿਵੇਂ ਇੰਦਰ ਦਾ ਬੋ ਹੈ, ਐਸਾ ਹੈ। ਬਾਕੀ ਪ੍ਰਿਕੁੱਟੀ ਲਿਖੀਅਤ ਸੋ। ਹਾਂ, ਕਹਿਣ ਲੱਗੇ ਇਉਂ ਜਾਣ ਲਓ ਜਿਵੇਂ ਆਈਬ੍ਰੋਜ਼ ਹੁੰਦੇ ਨੇ, ਕਹਿਣ ਲੱਗੇ ਉਹ ਰੇਨਬੋ ਆਏ ਆਉਂਦੀ ਹੈ ਜਿਵੇਂ ਆਈਬ੍ਰੋਜ਼ ਹੁੰਦੇ ਨੇ। ਸੋ ਉਹ ਸ਼ੇਪ ਦੀ ਬੜੀ ਸੁੰਦਰ ਰੇਨਬੋ ਆਉਂਦੀ ਹੈ ਜੀ। ਅਤ ਕਰਕਨ ਜੇ ਕੀ ਕਲਕਾਰੀ। ਹਾਂ, ਕਹਿਣ ਲੱਗੇ ਫਿਰ ਜਦੋਂ ਬੱਦਲ ਗਰਜਦੇ ਨੇ, ਕਹਿੰਦੇ ਇਉਂ ਲੱਗਦਾ ਜਿਵੇਂ ਕਿ ਕਹਿਣ ਲੱਗੇ ਕੋਈ ਚੀਕ ਮਾਰਦਾ ਹੁੰਦਾ ਆਕਾਸ਼ ਵਿੱਚ, ਜਿਵੇਂ ਕੋਈ ਚੀਕਾ ਮਾਰਦਾ ਹੁੰਦਾ ਜਦੋਂ ਗਰਜਦੇ ਹਨ। ਦਰਦ ਅਸੁਰ ਸੇ ਮੇਚਕ ਬਿਆਰੀ। ਹਾਂ, ਕਹਿਣ ਲੱਗੇ ਇਉਂ ਕਰਕੇ ਜਿਹੜਾ ਹੈ, ਕਹਿਣ ਲੱਗੇ ਜਿਵੇਂ ਦੈਂਤਾਂ ਦੀ ਲੜਾਈ ਹੁੰਦੀ ਹੈ, ਤੇ ਜਿਹੜੇ ਦੈਂਤ ਨੇ ਉਹ ਕਾਲੇ ਰੰਗ ਦੇ ਨੇ। ਕਹਿੰਦੇ ਕਿ ਕਾਲੇ ਸੱਪ ਦਾ ਰੰਗ ਹੁੰਦਾ ਹੈ। ਕਹਿੰਦਾ ਇਹ ਕਾਲੇ ਬੱਦਲ ਆਪਸ ਵਿੱਚ ਟਕਰਾ ਰਹੇ ਨੇ, ਇਉਂ ਲੱਗਦਾ ਜਿਵੇਂ ਦੈਂਤ ਲੜ ਰਹੇ ਹੁੰਦੇ ਹਨ, ਜਾਂ ਸਮ ਵਾਰ ਗੋਇੰਗ ਔਨ ਅਪ ਦਾ। ਇਹਨੂੰ ਸੋ ਬੱਦਲ ਖੜਕਦੇ ਨੇ, ਲਾਈਟਿੰਗ ਆਉਂਦੀ ਹੈ ਉਧਰ, ਫਿਰ ਜਦੋਂ ਥੋੜਾ ਜਿਹਾ ਘਟਦੀ ਹੈ, ਸੂਰਜ ਚੜ੍ਹਦਾ ਹੈ, ਫਿਰ ਰੇਨਬੋ ਆਉਂਦੀ ਹੈ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਸਾਰਾ এনवायरमेंट ਬਣਿਆ ਹੋਇਆ ਜੀ ਭਾਦਰੋਂ ਦੇ ਮਹੀਨੇ ਦਾ। ਹੋਤ ਘੋਖ ਜੇ ਗਰਜ ਸੁਹਾਵਤ। ਹਾਂ, ਕਹਿਣ ਲੱਗੇ ਹੋਤ ਘੋਖ ਜੇ ਗਰਜ ਸੁਹਾਵਤ। ਕਹਿਣ ਲੱਗੇ ਗਰਜਨ ਦੀ ਧੁਨੀ ਜਿਹੜੀ ਹੈ, ਇਟਸ ਲਾਈਕ ਉਹ ਸਾਰੀ ਧਰਤੀ ਨੂੰ ਕੰਬਾ ਦਿੰਦੀ ਹੈ। ਜਦੋਂ ਬੱਦਲ ਗਰਜਦੇ ਨੇ, ਉਹ ਪੂਰਾ ਧਰਤੀ ਨੂੰ ਹਿਲਾ ਕੇ ਰੱਖ ਦਿੰਦੇ ਨੇ। ਸੋ ਸਾਰੇ ਕਿਤੇ ਸੁਣਾਈ ਦਿੰਦਾ, ਜਿਵੇਂ ਬੈਸ ਦੀ ਆਵਾਜ਼ ਆਉਂਦੀ ਨਾ, ਬਹੁਤਾ ਜਿਵੇਂ ਬੈਸ ਹੁੰਦਾ ਜੋ ਸਾਊਂਡ, ਜਿਹੜਾ ਭਾਰਾ ਸਾਊਂਡ, ਜਿਹੜਾ ਲੋ ਫ੍ਰੀਕੁਐਂਸੀ ਵਾਲਾ ਸਾਊਂਡ, ਕਹਿੰਦੇ ਉਹ ਬਹੁਤਾ ਜ਼ਿਆਦਾ ਹੁੰਦਾ ਹੈ ਜੀ। ਅਮਰ ਮਯੂਰ ਹਰ ਉਪਜਾਵਤ। ਹਾਂ, ਕਹਿਣ ਲੱਗੇ ਅਮਰ ਮਯੂਰ, ਕਹਿਣ ਲੱਗੇ ਦੇਵਤੇ ਰੂਪ ਜਿਹੜੇ ਮੋਰ ਨੇ, ਉਹਨਾਂ ਨੂੰ ਚਾਅ ਚੜ ਜਾਂਦਾ ਹੈ, ਕਿਉਂਕਿ ਮੋਰ ਪੀਕੌਕਸ ਜਿਹੜੇ ਹੁੰਦੇ ਨੇ, ਜਦੋਂ ਮੀਂਹ ਆਉਣਾ ਹੋਵੇ, ਪੀਕੌਕਸ ਨੂੰ ਜਿਹੜਾ ਹੈ ਚਾਅ ਚੜ ਜਾਂਦਾ ਹੈ। ਉਹ ਬਹੁਤ ਖੁਸ਼ ਹੁੰਦੇ, ਆਪਣੇ ਫਲਾ ਲੈਂਦੇ ਨੇ, ਬੜੇ ਸੁੰਦਰ, ਉਹਨਾਂ ਨੂੰ ਚਾਅ ਚੜਦਾ, ਖੁਸ਼ੀ ਚੜ ਜਾਂਦੀ ਹੈ ਵੀ ਮੀਂਹ ਆ ਰਿਹਾ ਹੈ। ਹਾਂਜੀ, ਫਿਰ ਆਪਣੇ ਵਰਗਿਆਂ ਨੂੰ ਫਿਕਰ ਲੱਗ ਜਾਂਦਾ ਹੈ ਵੀ ਹੁਣ ਅੰਬਰੇਲਾ ਲੱਭਣਾ ਪੈਣਾ, ਪਰ ਮੋਰਾਂ ਨੂੰ ਖੁਸ਼ੀ ਹੋ ਜਾਂਦੀ ਹੈ। ਹਾਂਜੀ, ਚੰਚਲ ਸੋ ਚੰਚਲਾ ਚਮਕਾਵਤ। ਹਾਂ, ਕਹਿਣ ਲੱਗੇ ਬਿਜਲੀ ਜਿਹੜੀ ਬੜੀ ਚੰਚਲ ਖੜਕਦੀ ਹੈ ਜੀ, ਇੱਧਰ ਖੜਕੀ ਉੱਧਰ ਖੜਕੀ। ਸੀ ਭਾਈ ਸਾਹਿਬ ਜੀ ਇਸ ਐਕਚੁਅਲੀ ਮੇਕਿੰਗ ਇਲਾਸਟ੍ਰੇਟਿੰਗ ਔਰ ਹੀ ਇਜ਼ ਮੇਕਿੰਗ ਅ ਪਿਕਚਰ ਆਫ ਦ ਹੋਲ এনवायरमेंट, ਵੀ ਭਾਦਰੋਂ ਦੇ ਮਹੀਨੇ ਵਿੱਚ ਕੀ ਹੁੰਦਾ ਹੈ, ਮੀਂਹ ਕਿਸ ਤਰ੍ਹਾਂ ਆਉਂਦਾ ਹੈ, ਕੀ ਕੀ ਚੀਜ਼ਾਂ ਹੁੰਦੀਆਂ ਨੇ, ਕੀ ਕੀ ਐਕਟੀਵਿਟੀਜ਼ ਹੁੰਦੀਆਂ ਨੇ ਆਕਾਸ਼ ਵਿੱਚ। ਪਾਨ ਕਿਰਪਨ ਹੈ ਲੈ ਨਚਾਵਤ। ਕਹਿਣ ਲੱਗੇ ਉਹ ਜਿਵੇਂ ਉੱਤੇ ਲੜਾਈ ਹੁੰਦੀ ਹੈ ਨਾ, ਕਹਿੰਦੇ ਜਿਵੇਂ ਕਿਰਪਾਨਾਂ ਵੱਜਦੀਆਂ ਨਾ ਇੱਕ ਦੂਜੇ ਵਿੱਚ, ਉਹ ਲਾਈਟ ਆਉਂਦੀ ਵਾ, ਸੋ ਕਿਰਪਾਨਾਂ ਜਦੋਂ ਇੱਕ ਦੂਜੇ ਲੋਹਾ ਤੇ ਲੋਹਾ ਖੜਕਦਾ ਹੈ, ਕਹਿਣਗੇ ਇਸ ਤਰ੍ਹਾਂ ਬਿਜਲੀ ਖੜਕਦੀ ਹੈ, ਐਸ ਦੋ ਸਮਬਡੀ ਇਜ਼ ਫਾਈਟਿੰਗ ਅਪ ਦਾ। ਕਈ ਲੋਕਾਂ ਦੇ ਪੁਰਾਣੇ ਬੰਦੇ ਜਿਹੜੇ ਹੁੰਦੇ ਸਨ ਨਾ, ਬੱਚੇ ਸਵਾਲ ਕਰ ਦਿੰਦੇ ਸਨ ਵੀ ਉਹ ਕੀ ਆ, ਉਹ ਕਹਿੰਦੇ ਚੰਦ ਮਾਮਾ ਹੈ, ਰਾਈਟ। ਕਹਿੰਦੇ ਫਿਰ ਇਹ ਬੱਦਲਾਂ ਨੂੰ, ਬੱਦਲ ਕੌਣ ਨੇ ਜੀ, ਇਹ ਪਾਣੀ ਲੈ ਕੇ ਆਏ ਆ, ਇਹ ਪਾਣੀ ਢੋਣ ਵਾਲੇ ਨੇ। ਫਿਰ ਜਦੋਂ ਬਿਜਲੀ ਖੜਕਦੀ ਆ, ਕਹਿੰਦੇ ਰੱਬ ਗੁੱਸੇ ਹੋ ਗਿਆ।
you have to illustrate in some way, ਕਹਿਣ ਲੱਗੇ ਦੇਖੋ ਤੂੰ ਝੂਠ ਬੋਲਿਆ ਸੀ, ਆ ਗਈ ਨਾ ਲਾਈਟਨਿੰਗ, ਰੱਬ ਵੀ ਗੁੱਸੇ ਹੋਇਆ ਤੈਨੂੰ, ਸਮਥਿੰਗ ਲਾਈਕ ਦੈਟ। ਸੋ ਜਿਵੇਂ ਇਹ ਆਪਣੀਆਂ ਸਟੋਰੀਆਂ ਹੁੰਦੀਆਂ ਸੀਗੀਆਂ ਨਾ, ਉਹ ਨੇਚਰ ਨੂੰ ਸਮਝਾਉਣ ਵਾਸਤੇ। ਸੋ ਇੱਥੇ ਭਾਈ ਸਾਹਿਬ ਜੀ ਇੱਕ ਰੂਪਕ ਅਲੰਕਾਰ ਬਣਾਉਂਦੇ ਨੇ, ਇੱਕ ਰੂਪਕ ਅਲੰਕਾਰ ਬਣਾ ਕੇ ਉਹ ਚੀਜ਼ ਨੂੰ ਸਮਝਾਉਂਦੇ ਆ, ਨਾਲ ਉਸ ਨੂੰ ਇੱਕ ਐਕਟੀਵਿਟੀ ਦੇ ਰਹੇ ਨੇ ਵੀ ਕੀ ਹੋ ਰਿਹਾ, to show that there is life in the universe, ਸਾਰੇ ਕਿਤੇ ਲਾਈਫ ਹੈ। ਫਿਰ ਦੰਤ ਪੰਕਤੀ ਸ਼ੁਭਤ ਬਲਾਕਾ, ਕਹਿੰਦੇ ਕਿ ਹੁਣ ਕਾਲੀਆਂ ਘਟਾ ਨਹੀਂ ਜੀ, ਆਲ ਡਾਰਕ ਅਪ ਦਾ। ਹੁਣ ਜਿਹੜੇ ਮਰਾਲ ਨੇ ਜਾਂ ਜਿਹੜੇ ਚਿੜੀਆਂ ਨੇ, ਜਿਹੜੀਆਂ ਆਪਣਾ ਬਗਲੇ ਨੇ, ਬਗਲੇ ਚਿੱਟੇ ਰੰਗ ਦੇ ਹੁੰਦੇ ਨਾ, ਜਦੋਂ ਉੜਦੇ ਆ, ਨੋ ਹਾਊ ਦੇ ਫਲਾਈ one after one ਨਾ। ਸੋ ਉਹ ਐਂ ਚੜ੍ਹਦੇ ਨੇ ਜਿਵੇਂ ਕਿਤੇ ਬੋਇੰਗ 747 ਜਾਂ ਉੜਦੇ ਹੁੰਦੇ ਨੇ, ਐਂ ਚੜ੍ਹਦੇ ਨੇ ਉੱਤੇ ਜੀ। ਸੋ ਉਹਨਾਂ ਦੇ ਪਿੱਛੇ ਇੱਕ ਹੁੰਦੀ ਹੈ, ਸੋ ਉਹਨਾਂ ਦੀ ਡਾਰ ਹੁੰਦੀ ਹੈ, ਡਾਰ ਮੀਨਸ ਅ ਲਾਈਨ ਆਫ ਦੈਮ। ਸੋ ਜਦੋਂ ਉਹ ਉੜਦੀ ਹੈ, ਕਹਿੰਦੇ ਇਉਂ ਲੱਗਦੇ ਜਿਵੇਂ ਬੱਦਲ ਜਿਹੜਾ ਇੱਕ ਮੂੰਹ ਹੈ ਉਹਦੇ ਦੰਦ ਨੇ। ਇਟ ਬਿਕਮਸ ਦ ਤੀਤ। ਜੋ ਕਾਲਾ ਬੰਦਾ ਹੋਵੇ ਨਾ, ਜਿਵੇਂ ਬਹੁਤਾ ਕਾਲਾ ਕੋਈ ਬੰਦਾ ਹੋਵੇ, ਉਹਦੀ ਕੀ ਚੀਜ਼ ਦਿਸਦੀ ਹੈ ਜੀ ਜਦੋਂ ਹੱਸਦਾ ਹੋਵੇ ਵਿਚਾਰੇ, ਸਿਰਫ ਦੰਦ ਹੀ ਦਿਸਦੇ ਨਾ। ਕਹਿੰਦੇ ਇਸ ਤਰ੍ਹਾਂ ਕਰਕੇ ਲੱਗਦਾ ਜਿਵੇਂ ਆਕਾਸ਼ ਵਿੱਚ ਉਹ ਦੈਂਤਾਂ ਦੇ ਦੰਦ ਨੇ, ਉਹ ਹੱਸ ਰਹੇ ਨੇ, ਇਟ ਲੁਕਸ ਲਾਈਕ ਦੈਟ। ਫਿਰ श्याम स्वरूप बनियो अस्ताका, हाँ कहते कि काला रूप और श्याम रूप, कहते ऐसा काला रूप दिखाई दे रहा है। मिल दादुर बहुत शब्द पुकारा, ਤੇ ਕਹਿੰਦੇ ਡੱਡੂ ਬੋਲਦੇ ਨੇ ਨਾ, ਜਦੋਂ ਮੀਂਹ ਪੈਂਦਾ ਹੈ ਡੱਡੂ ਬੋਲਣ ਲੱਗ ਜਾਂਦੇ ਨੇ, ਕੁਐਕ 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 ਹੋਈ ਜਾਂਦਾ ਜੀ, ਸਾਰੀ ਰਾਤ ਹੋਈ ਜਾਂਦਾ। ਕੋਈ ਡੱਡੂ ਬੋਲੂਗਾ, ਕੋਈ ਕੋਈ ਹੁੰਦਾ ਵੀ ਇੱਕ ਡੱਕ ਆ ਜੀ, ਹੈ ਪਾਕਿਸਤਾਨ ਸਮਥਿੰਗ ਲਾਈਕ ਦੈਟ। ਡੱਡੂ ਵੀ ਅੱਜ ਕੱਲ੍ਹ ਡੱਕ ਨੂੰ ਬੋਲਦੇ ਨੇ। ਸੋ ਚਲੋ ਕੀ ਹੁੰਦਾ ਹੈ, ਉਹ ਡੱਡੂ ਬੋਲਦੇ ਨੇ। ਮੈਂ ਵੀ ਕਾਫੀ ਚਿਰ ਹੋ ਗਿਆ ਡੱਡੂ ਬੋਲਦੇ ਸੁਣੇ ਨਹੀਂ। ਸੋ ਕੀ ਹੁੰਦਾ ਫਿਰ ਉਹ ਬੋਲੂਗੇ ਜੀ ਕਰਕੇ, ਫਿਰ ਇੱਕ ਵੱਡਾ ਸਾਰਾ ਬੋਲੂਗਾ ਸਮਥਿੰਗ ਲਾਈਕ ਦੈਟ। ਸੋ ਕਹਿੰਦੇ ਇਸ ਤਰ੍ਹਾਂ ਕਰਕੇ ਹੁਣ ਡੱਡੂ ਵੀ ਬੋਲਦੇ ਨੇ। ਮਨੋ ਪੜਤ ਬਾਲਕ ਚਟਸਾਰਾ, ਕਹਿੰਦੇ ਕਿ ਉਹ ਕਿਵੇਂ ਲੱਗਦੇ ਨੇ ਜਿਵੇਂ ਡੱਡੂ ਬੋਲਦੇ, ਕਹਿੰਦੇ ਜਿਵੇਂ ਬੱਚੇ ਸਕੂਲ 'ਚ ਪੜ੍ਹਦੇ ਹੁੰਦੇ ਨੇ, ਜਿਵੇਂ ਇੱਕ ਕਲਾਸ ਲੱਗੀ ਹੋਵੇ, ਹਾਂਜੀ, ਡੱਡੂ ਸਾਰੇ ਸਟੂਡੈਂਟਸ ਹੋਣ, ਉਹਨਾਂ ਦਾ ਇੱਕ ਟੀਚਰ ਹੁੰਦਾ ਭਾਰੀ ਜਿਹੀ ਆਵਾਜ਼ ਵਾਲਾ, ਹਾਂਜੀ, ਉਹ ਬੋਲੂਗਾ, ਫਿਰ ਸਾਰੇ ਬੋਲੀ ਜਾਣਗੇ, ਫਿਰ ਉਹ ਦੇਖੋ ਰਿਦਮ 'ਚ ਬੋਲਦੇ ਨੇ। ਅੱਜ ਕੱਲ੍ਹ ਡੱਡੂ ਵੀ ਬਹੁਤੇ ਨਹੀਂ ਰਹਿ ਗਏ ਜੀ, ਜਿਹੜੇ ਹੈਗੇ ਵੀ ਉਹ ਵੀ ਬਹੁਤੇ ਬੋਲਦੇ ਨਹੀਂ ਜੀ, ਅੱਜ ਕੱਲ੍ਹ ਕੁਆਇਟ ਹੀ ਹੋ ਗਏ। ਜਰ ਤੇ ਜਰ ਗਏ ਹੋ ਜੂ ਜਵਾਸਾ, ਹਾਂ ਕਹਿਣ ਲੱਗੇ ਜਰ ਤੇ। ਹੁਣ ਤੁਹਾਨੂੰ ਪਤਾ ਨਾ, ਇੱਕ ਹੁੰਦੀ ਆ ਇੱਕ ਬੁੱਢੀ ਜਿਹਨੂੰ ਫੁਰੋ ਕਹਿੰਦੇ ਹਨ, ਫੁਰੋ ਕਹਿੰਦੇ ਹਨ, ਜਿਹੜਾ ਆਪਾਂ ਪੈਰ ਧਰੀਓ ਬੰਦ ਹੋ ਜਾਂਦੀ ਹੈ, ਹਾਂਜੀ, ਮੀਮੋਸਾ, ਓਕੇ, ਮੀਮੋਸਾ। ਸੋ ਮੀਮੋਸਾ ਕੀ, ਤੁਸੀਂ ਪੈਰ ਧਰਦੇ ਹੋ ਬੰਦ ਹੋ ਜਾਂਦੀ ਨਾ। ਕਹਿੰਦੇ ਇਸ ਤਰ੍ਹਾਂ ਜਰ ਤੇ ਜਰ ਗਿਓ ਜੋ ਜਵਾਸਾ, ਕਹਿੰਦੇ ਜੜ੍ਹਾਂ ਤੋਂ ਉਹ ਛੱਡ ਜਾਂਦੇ ਨੇ ਵਿਚਾਰੇ। ਜਦੋਂ ਮੀਂਹ ਪੈਂਦਾ ਹੈ ਨਾ, ਉਹ ਚੀਜ਼ ਜਿਹੜੀ ਆ ਉਹ ਸਸਟੇਨ ਨਹੀਂ ਕਰ ਸਕਦੀ ਨਾ, ਕਹਿੰਦੇ ਉਹ ਜੜ੍ਹਾਂ ਤੋਂ ਛੱਡ ਜਾਂਦੇ ਨੇ। ਉਹ ਤਾਂ ਆਪਾਂ ਪੈਰ ਰੱਖਦੇ ਬੰਦ ਹੋ ਜਾਂਦੇ ਨੇ, ਫਿਰ ਵਿਚਾਰੇ ਖੁੱਲ ਜਾਂਦੇ ਨੇ, ਹਾਂਜੀ, ਪਰ ਕਹਿੰਦੇ ਉਹਨਾਂ ਦੀਆਂ ਜੜ੍ਹਾਂ ਛੱਡ ਜਾਂਦੀਆਂ ਜਦੋਂ ਬਹੁਤਾ ਪਾਣੀ ਆ ਜਾਵੇ। ਫਿਰ ਜੋ ਹਰ ਭਜਨ ਹੋਤ ਅਗਨਾਸ਼ਾ, ਕਹਿੰਦੇ ਕਿ ਇਸੇ ਤਰ੍ਹਾਂ ਜਿਵੇਂ ਉਹਨਾਂ ਦੀਆਂ ਜੜ੍ਹਾਂ ਛੱਡ ਜਾਂਦੀਆਂ ਹੈ ਨਾ, ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹੈ, ਜਿਹੜਾ ਭਜਨ ਕਰੇ ਨਾ ਬੰਦਾ, ਸਿਮਰਨ ਕਰੇ, ਉਹਦੇ ਪਾਪ ਨਾਸ਼ ਹੋ ਜਾਂਦੇ। See the example that he gives is very relevant, ਕਿਉਂਕਿ ਇਹ ਚੀਜ਼ ਬੰਦ ਹੁੰਦੀ ਹੈ, ਖੁੱਲਦੀ ਹੈ। ਸੋ ਪਾਪ ਇਸੇ ਤਰ੍ਹਾਂ ਹੀ ਆ ਨਾ, ਕਿਤੇ ਕਿਸੇ ਤਰ੍ਹਾਂ ਹੈ, ਕਿਤੇ ਕਿਸੇ ਤਰ੍ਹਾਂ ਹੁੰਦਾ ਹੈ। ਪਾਪ doesn't stay the same way, truth stays the same way, but ਜਿਹੜੀ ਝੂਠੀ ਚੀਜ਼ ਉਹ ਸੇਮ ਵੀ ਨਹੀਂ ਰਹਿੰਦੀ। ਸੋ ਕਹਿੰਦੇ ਉਹ ਜਿਵੇਂ ਸੜ ਜਾਂਦਾ ਹੈ, ਕਹਿੰਦੇ ਪਾਪ ਵੀ ਇਸ ਤਰ੍ਹਾਂ ਸੜ ਜਾਂਦੇ ਨੇ ਜਿਹੜਾ ਭਜਨ ਬੰਦਗੀ ਕਰਦਾ ਹੈ। ਮਿਲ ਸਰਤਾ ਸੋ ਜੇ ਲਗ ਨਾਲਾ, ਕਹਿੰਦੇ ਜਿਹੜੀਆਂ ਛੋਟੀਆਂ ਨਦੀਆਂ ਨੇ ਜਾਂ ਜਿਹੜੇ ਨਾਲੇ ਨੇ, ਡਰੇਨਸ ਨੇ, ਉਹ ਜਿਹੜੇ ਡਰੇਨਸ ਹਨ ਸਾਰੇ, ਕਹਿੰਦੇ ਮਿਲ ਸਰਤਾ ਸੋ ਲੱਗ ਨਾਲਾ, ਕਹਿੰਦੇ ਕਿ ਛੋਟੇ ਨਾਲੇ ਨਦੀਆਂ ਜਿਹੜੀਆਂ ਹਨ, ਉਹ ਨਾਲ ਪਾਣੀ ਚੜ ਗਿਆ ਜੀ, ਪਾਣੀ ਚੜ ਗਿਆ। ਸੋ ਇਟ ਲੁਕਸ ਲਾਈਕ ਅ ਓਸ਼ਨ। ਸੋ ਉਹ ਸਾਰਾ ਹੀ ਪਾਣੀ ਹੋ ਗਿਆ ਕਿਉਂਕਿ ਉੱਤੇ ਆ ਗਿਆ, ਹਾਂਜੀ। ਸੋ ਪਾਣੀ ਜਿਹੜਾ ਹੈ ਸਮੁੰਦਰ ਦੀ ਤਰ੍ਹਾਂ ਲੱਗਦਾ ਹੈ। ਸਿੰਧ ਸਰੂਪ ਭਏ ਤੇ ਕਾਲਾ, ਕਹਿਣਗੇ ਉਹ ਸਿੰਧ ਸਰੂਪ ਬਣ ਜਾਂਦੇ ਨੇ। ਕਹਿਣ ਲੱਗੇ ਇਸੇ ਤਰ੍ਹਾਂ ਹੀ ਜਿਹੜਾ ਹੈ, ਜਿਹੜਾ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ, ਜਦੋਂ ਉਹਦੀ ਆਤਮਾ ਉੱਤੇ ਚੜ੍ਹਦੀ ਹੈ, ਉਹ ਸਮੁੰਦਰ ਦੀ ਤਰ੍ਹਾਂ ਲੱਗਣ ਲੱਗ ਜਾਂਦਾ, ਹੀ ਬਿਕਮਸ ਪਰਮਾਤਮਾ ਹਿਮਸੈਲਫ। ਸੋ ਹਾਊ ਐਗਜ਼ਾਮਪਲ ਜਿਹੜੇ ਭਾਈ ਸਾਹਿਬ ਦਿੰਦੇ ਨੇ, ਹੋਰ ਇੱਕ ਐਗਜ਼ਾਮਪਲ ਆ ਰਿਹਾ ਹੈ ਜੀ। ਬ੍ਰਹਮ ਗਿਆਨ ਭੇ ਜੈਸ ਮੁਮੁਖੋ, ਹਾਂ, ਮੁਮੁਖੂ। ਕਹਿਣ ਲੱਗੇ ਮੁਮੁਖੂ ਮੀਨਸ ਮੁਕਤੀ ਦੀ ਇੱਛਾ ਕਰਨ ਵਾਲੇ, ਜਿਨ੍ਹਾਂ ਨੂੰ ਮੁਕਤੀ ਦੀ ਇੱਛਾ ਹੋਵੇ। ਕਹਿਣ ਲੱਗੇ ਬ੍ਰਹਮ ਗਿਆਨ ਭੇ, ਕਹਿਣ ਲੱਗੇ ਜਿਨ੍ਹਾਂ ਨੂੰ ਮੁਕਤੀ ਦੀ ਇੱਛਾ, ਉਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਬ੍ਰਹਮ ਰੂਪ ਹੋਵਤ ਬਿਨ ਦੋਖੂ, ਹਾਂ, ਉਹ ਬ੍ਰਹਮ ਗਿਆਨ ਬਣ ਜਾਂਦੇ, ਜਿਹੜਾ ਬ੍ਰਹਮ ਹੀ ਬਣ ਜਾਂਦੇ ਨੇ, ਪਰਮਾਤਮਾ ਹੀ ਬਣ ਜਾਂਦੇ ਨੇ। ਤੇ ਬਿਨ ਦੋਖੂ, ਉਹਨਾਂ ਵਿੱਚ ਪਾਪ ਨਹੀਂ ਕੋਈ ਰਹਿ ਜਾਂਦਾ, ਉਹਨਾਂ ਵਿੱਚ ਕੋਈ ਕਮੀ ਨਹੀਂ ਰਹਿ ਜਾਂਦੀ, ਕੋਈ ਦੋਖ ਨਹੀਂ ਰਹਿ ਜਾਂਦਾ। ਦੇ ਬਿਕਮ ਪਰਮਾਤਮਾ ਹੂ ਅਟੇਨਸ ਬ੍ਰਹਮ ਗਿਆਨ, ਹਾਂਜੀ। ਤਦ ਮਰਿਆਦ ਉਛਰੇ ਲਗ ਤਾਲਾ, ਹਾਂ, ਕਹਿਣ ਲੱਗੇ ਹੁਣ ਕੀ ਆ, ਕਹਿਣ ਲੱਗੇ ਹੁਣ ਜਿਹੜੀਆਂ ਹੁਣ ਨਦੀਆਂ ਨੇ, ਨਦੀਆਂ ਆਪਣਾ ਜਿਹੜਾ ਹੈ ਕੰਢਾ ਛੱਡ ਕੇ ਉੱਤੇ ਆ ਜਾਂਦੀਆਂ ਨੇ। ਸੋ ਜਦੋਂ ਨਦੀ ਉਛਲਦੀ ਹੈ, ਉਹ ਕੰਢਾ ਛੱਡ ਕੇ ਆਪਣੇ ਬੈਂਕਸ ਨੂੰ ਤੋੜ ਦਿੰਦੀ ਹੈ,
ਤੋੜ ਕੇ ਉਹ ਧਰਤੀ ਤੇ ਆ ਜਾਂਦਾ ਪਾਣੀ। ਫਿਰ ਜਿਉ ਸ਼੍ਰੀ ਮਦ ਤੇ ਨੀਚ ਪੁਚਾਲਾ। ਹਾਂ, ਕਹਿਣ ਲੱਗੇ ਜਿਹੜੇ ਮਾਇਆ ਕਰਕੇ ਬੰਦੇ ਮਾਇਆ ਵਿੱਚ ਰੁੱਝ ਜਾਂਦੇ ਨੇ, ਉਹ ਆਪਣੀਆਂ ਹੱਦਾਂ ਪਾਰ ਕਰ ਜਾਂਦੇ ਨੇ। ਉਹ ਆਪਣੀ ਹੱਦ ਤੋੜ ਕੇ ਦੇ ਵਿਲ ਡੂ ਆਲ ਕਾਈਂਡ ਆਫ ਪਾਪ ਟੂ ਜਸਟ ਗੇਨ ਮਾਇਆ। ਸੋ ਇਹ ਐਗਜ਼ਾਮਪਲ ਬਣ ਗਿਆ ਜੀ, ਜਿਹੜੀਆਂ ਨਦੀਆਂ ਆਪਣੇ ਬੈਂਕਸ ਤੋੜ ਕੇ ਧਰਤੀ ਤੇ ਆ ਜਾਂਦਾ ਹੈ ਪਾਣੀ। ਹਾਂਜੀ, ਫਿਰ ਉੱਡਤ ਧੂਰ ਜੋ ਸਗਲ ਬਿਲਾਨੀ। ਫਿਰ ਕਹਿੰਦੇ ਜਦੋਂ ਬਹੁਤਾ ਡਰਾਈ ਹੋਵੇ ਮੌਸਮ, ਕੀ ਹੁੰਦਾ? ਧੂੜ ਉੜਦੀ ਹੈ। ਦੈਟਸ ਵਾਈ ਵੀ ਸੇ ਇਨ ਇੰਡੀਆ ਇਜ਼ ਅ ਫ੍ਰੀ ਪਾਊਡਰ, ਹੈ ਨਾ। ਸੋ ਘਰੋਂ ਤੁਹਾਨੂੰ ਪਾਊਡਰ ਲਾ ਕੇ ਜਾਣ ਦੀ ਕੋਈ ਲੋੜ ਨਹੀਂ। ਸੜਕ ਤੇ ਖੜ ਜਾਓ ਤੇ ਮੂੰਹ ਤੇ ਬਸ ਹੱਥ ਮਾਰ ਲਿਆ ਕਰੋ, ਤੁਹਾਡੇ ਪਾਊਡਰ ਲੱਗ ਗਿਆ, ਨੈਚੁਰਲ ਪਾਊਡਰ। ਹਾਂਜੀ, ਸੋ ਜਿਹੜਾ ਹੈ ਧੂੜ ਜਿਹੜੀ ਉੱਡਦੀ ਹੈ। ਕਹਿਣ ਲੱਗੇ ਜੋ ਗਰਮੀ ਵਿੱਚ ਜੋ ਸਤਗੁਰ ਮਿਲ ਕੁਮਤ ਨਿਸ਼ਾਨੀ। ਹਾਂ, ਕਹਿਣ ਲੱਗੇ ਖੋਟੀ ਬੁੱਧੀ ਜਿਹੜੀ ਹੈ ਨਾ, ਜਿਵੇਂ ਉਹ ਮੀਂਹ ਪੈਣ ਕਰਕੇ ਕੀ ਹੁੰਦਾ, ਉਹ ਡਸਟ ਸਾਰਾ ਰੈਸਟ ਡਾਊਨ ਹੋ ਜਾਂਦਾ। ਉਹ ਸਾਰਾ ਜਿਹੜਾ ਹੈ ਜਿਹੜਾ ਡਸਟ ਹੁੰਦਾ ਉਹ ਇਹ ਕਲੀਨ ਹੋ ਜਾਂਦੀ ਹੈ। ਲੋਕ ਕਹਿੰਦੇ ਆ ਨਾ ਮੀਂਹ ਪੈਂਦਾ ਕੀ ਆ, ਇਟ ਕਲੀਨਸ ਹੈ। ਸੋ ਜਿਹੜੀ ਹਵਾ ਨੂੰ ਕਲੀਨ ਕਰਦਾ ਹੈ, ਜਿਹੜਾ ਆਪਣਾ ਮੀਂਹ ਹੁੰਦਾ ਹੈ, ਬਾਰਿਸ਼ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਨਾ ਭਾਈ ਸੰਤੋਖ ਸਿੰਘ ਜਿਉਂ ਸਤਿਗੁਰੂ ਤਿਉਂ ਕੁਮਤ ਨਿਸ਼ਾਨੀ। ਜਿਵੇਂ ਕੋਠੀ ਮੱਤ ਜਿਹੜੀ ਝੂਠੀ ਮੱਤ ਹੈ, ਜਾਂ ਜਿਹੜੀ ਮੱਤ ਪਰਮਾਤਮਾ ਤੋਂ ਦੂਰ ਲਿਜਾਣ ਵਾਲੀ ਹੈ, ਜਿਵੇਂ ਮੀਂਹ ਪੈਣ ਕਰਕੇ ਉਹ ਥੱਲੇ ਬਹਿ ਜਾਂਦੀ ਹੈ, ਕਹਿੰਦੇ ਇਸੇ ਤਰ੍ਹਾਂ ਹੀ ਕੁਮਤ ਭੈੜੀ ਮੱਤ ਥੱਲੇ ਬਹਿ ਜਾਂਦੀ ਹੈ ਜਦੋਂ ਗੁਰੂ ਦਾ ਉਪਦੇਸ਼ ਆਪਾਂ ਸੁਣਦੇ ਹਾਂ। ਗੁਰੂ ਦਾ ਉਪਦੇਸ਼ ਵੀ ਇੱਕ ਬਾਰਿਸ਼ ਹੈ ਜੋ ਆਪਣੇ ਅੰਦਰੋਂ ਪਾਪਾਂ ਨੂੰ ਡਾਊਨ ਕਰ ਦਿੰਦੀ ਹੈ, ਸਪਰੈਸ ਕਰ ਦਿੰਦੀ ਹੈ। ਹਾਂਜੀ, ਪੰਥੀ ਚਲ ਧਾਮ ਬਿਸਰਾਮੇ। ਹਾਂ, ਕਹਿਣ ਲੱਗੇ ਜਿਹੜੇ ਪੰਥੀ ਨੇ, ਰਾਹੀ ਨੇ, ਸੜਕਾਂ ਤੇ ਜਾਣ ਵਾਲੇ, ਉਹ ਸਾਰੇ ਮੀਂਹ ਪੈਣ ਦੇ ਦਿਨਾਂ 'ਚ ਆਪਣੇ ਘਰ 'ਚ ਬਹਿ ਜਾਂਦੇ ਨੇ ਵੀ ਬਹੁਤ ਨਹੀਂ ਜਾਣਾ ਕਿਉਂਕਿ ਮੀਂਹ ਪੈ ਰਹੇ ਨੇ। ਹਰ ਰੋਜ਼ ਮੀਂਹ ਪੈਂਦਾ ਜੀ, ਉਹ ਘਰ 'ਚ ਬਹਿ ਜਾਂਦੇ ਨੇ। ਜੋ ਮਨ ਥਿਰ ਸਿਮਰਤ ਹਰ ਨਾਮੇ। ਹਾਂ, ਕਹਿੰਦੇ ਜਿਉਂ ਕਹਿਣ ਲੱਗੇ ਉਹ ਐਂ ਘਰ ਵਿੱਚ ਬਹਿ ਜਾਂਦੇ ਨੇ ਜਿਵੇਂ ਕਿਤੇ ਕਹਿੰਦੇ ਮਨ ਟਿਕ ਕੇ ਸਿਮਰਨ ਵਿੱਚ ਲੱਗ ਜਾਵੇ। ਜਿਵੇਂ ਮਨ ਟਿਕ ਕੇ ਸਿਮਰਨ 'ਚ ਲੱਗ ਜਾਂਦਾ, ਉਹ ਵੀ ਆਪਣੇ ਜਿਹੜਾ ਹੈ ਘਰ 'ਚ ਬੈਠੇ ਆ। ਭਾਈ ਸੰਤੋਖ ਸਿੰਘ ਜੀ ਆ, ਉਹਨਾਂ ਦੀ ਜਿਹੜੀ ਇਹ ਲਿਖੀ ਹੋਈ ਹੈ ਨਾ ਗੁਰਪ੍ਰਤਾਪ ਸੂਰਜ ਗ੍ਰੰਥ। ਹਾਂਜੀ, ਸੋ ਇਹ ਇੱਕ ਗ੍ਰੇਟੈਸਟ ਐਪਿਕ ਹੈ ਨਾਰਥਰਨ ਇੰਡੀਆ ਦੀ। ਨਾਰਥਰਨ ਇੰਡੀਆ ਦੀ ਦ ਗ੍ਰੇਟੈਸਟ ਐਪਿਕ ਹੈ ਇਹ। ਇਨ ਦ ਹਿਸਟਰੀ ਤੁਸੀਂ ਕਿਤੇ ਪੜ੍ਹ ਕੇ ਦੇਖ ਲਓ, ਗ੍ਰੇਟੈਸਟ ਐਪਿਕ ਆਫ ਨਾਰਥਰਨ ਇੰਡੀਆ ਇਹ ਹੈ ਗੁਰਪ੍ਰਤਾਪ। ਇਹ ਨਾਟ ਓਨਲੀ ਫॉर ਸਿੱਖਸ ਆ, ਆਲ ਓਵਰ ਦ ਗ੍ਰੇਟੈਸਟ ਐਪਿਕ ਐਵਰ ਰਿਟਨ ਫॉर ਨਾਰਥ ਇੰਡੀਆ ਹੈ ਇਹ ਗੁਰਪ੍ਰਤਾਪ ਸੂਰਜ ਗ੍ਰੰਥ। ਸੋ ਇਹਦਾ ਸਟੇਟਸ ਬਹੁਤ ਵੱਡਾ ਹੈ ਜੀ। ਇਹ ਰੈਕਗਨਾਈਜ਼ ਆ ਜਿਹੜਾ ਹੈ ਵੱਡੇ ਵੱਡੇ ਥਾਵਾਂ ਤੇ ਇਹਨੂੰ ਰੈਕਗਨਾਈਜ਼ ਕੀਤਾ ਗਿਆ ਗ੍ਰੇਟੈਸਟ ਐਪਿਕ, ਕਿਉਂਕਿ ਇਹ ਐਪਿਕ ਐਸੀ ਹੈ ਜਿਹੜੀ ਕਿ ਸਾਰੀ ਕਵਿਤਾ ਵਿੱਚ ਲਿਖੀ ਗਈ ਹੈ। ਐਂਡ ਦੈਨ ਦ ਵੇ ਭਾਈ ਸੰਤੋਖ ਸਿੰਘ ਜੀ ਸੇਜ਼ ਨਾ, ਇੰਨਾ ਪ੍ਰੈਕਟੀਕਲ ਇਹ ਦੱਸ ਰਹੇ ਨੇ ਜਿਵੇਂ ਕਹਿੰਦੇ ਮੀਂਹ 'ਚ ਲੋਕ ਘਰਾਂ 'ਚ ਬਹਿ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਮਨ ਆਪਣੇ ਨਿਜ ਘਰ ਵਿੱਚ ਬਹਿ ਕੇ ਸਿਮਰਨ ਵਿੱਚ ਜੁੜ ਜਾਵੇ। ਸੀ ਉਹ ਮੌਸਮ ਨੂੰ ਲੈ ਕੇ ਗੁਰੂ ਦਾ ਉਪਦੇਸ਼ ਦੇ ਰਹੇ ਨੇ। ਸੀ ਹਾਊ ਹੀ ਯੂਜ਼ਸ ਦ ਨੇਚਰ ਟੂ ਐਕਸਪਲੇਨ ਦ ਗੁਰੂਸ ਉਪਦੇਸ਼, ਐਗਜ਼ਾਮਪਲਸ ਦੇ ਕੇ ਤਾਂ ਕਿ ਸੌਖੀ ਸਮਝ ਆ ਜਾਵੇ। ਹਾਂਜੀ, ਫਿਰ ਜੋ ਲੀਲਾ ਕੀਨੀ ਰਿਤ ਬਰਖਾ। ਹਾਂ, ਕਹਿਣ ਲੱਗੇ ਜੋ ਲੀਲਾ ਕੀਨੀ ਰਿਤ ਬਰਖਾ। ਕਹਿਣ ਲੱਗੇ ਇਹ ਲੀਲਾ, ਇਹ ਖੇਡ ਪਰਮਾਤਮਾ ਨੇ ਕੀਤੀ ਮੀਂਹ ਪੈਣ ਦੇ ਮੌਸਮ ਦੇ ਵਿੱਚ। ਜੋ ਮੈਂ ਕਹਿ ਹੋ ਸੁਣੋ ਸੋ ਹਰਖਾ। ਕਹਿੰਦੇ ਤਿਉਂ ਭਾਈ ਸੰਤੋਖ ਸਿੰਘ ਜੀ ਮੈਂ ਉਸੇ ਤਰ੍ਹਾਂ ਹੀ ਇਹ ਦੱਸਿਆ ਹੈ, ਸੁਣੋ ਸੋ ਹਰਖਾ, ਸੁਣ ਕੇ ਖੁਸ਼ ਹੋ ਜਾਓ ਜੀ। ਇੱਕ ਦਿਵਸ ਕਾਲੂ ਲੈ ਅੰਕਾ। ਕਹਿੰਦੇ ਇੱਕ ਦਿਨ ਕੀ ਹੋਇਆ ਨਾ, ਉਹਦਾ ਸਾਖੀ ਸਤਾਰ ਨਾ। ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਗੋਦ ਵਿੱਚ ਬਾਬਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਨੂੰ ਆਪਣੀ ਗੋਦ ਵਿੱਚ ਬਿਠਾਇਆ। ਫਿਰ ਕਰ ਦੁਲਾਰ ਪਿਖ ਬੰਧਨ ਮੈਂ ਅੰਕਾ। ਕਹਿਣ ਲੱਗੇ ਮਹਾਰਾਜ ਦਾ ਮੁਖ ਜਿਹੜਾ ਨਾ ਚੰਦਰਮਾ ਵਰਗਾ ਸੋਹਣਾ ਹੈ, ਬਹੁਤ ਸੋਹਣਾ ਮਹਾਰਾਜ ਦਾ ਚਿਹਰਾ ਹੈ। ਕਹਿਣ ਲੱਗੇ ਦੁਲਾਰ, ਬੜੇ ਪਿਆਰ ਨਾਲ ਮਾਤਾ ਕਾਲੂ ਜੀ ਆਪਣੇ ਪੁੱਤਰ ਨੂੰ ਦੇਖਦੇ ਹਨ। ਬਚਨ ਕਹਿਤ ਸੁਧ ਤੂੰ ਪਾ ਸਿਆਣਾ। ਕਹਿਣ ਲੱਗੇ ਪੁੱਤਰ ਤੂੰ ਸਿਆਣਾ ਹੋ ਗਿਆ, ਤੂੰ ਵੱਡਾ ਹੋ ਗਿਆ, ਹੁਣ ਤੂੰ ਸਿਆਣਾ ਹੋ ਗਿਆ। ਗੁਰੂ ਨਾਨਕ ਸਾਹਿਬ ਨੂੰ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਹਨ, ਅਬ ਨਾ ਕਰਤ ਗੋ ਸੰਗ ਬਨ ਜਾਣਾ। ਕਹਿ ਲਗੇ ਹੁਣ ਤੂੰ ਗਾਈਆਂ ਦੇ ਨਾਲ ਨਾ ਜਾਇਆ ਕਰ। ਹਾਂਜੀ, ਹੁਣ ਤੂੰ ਗਾਈਆਂ ਚਾਰਨ ਵਾਸਤੇ ਜਾਂ ਗਿਜ਼ਿੰਗ ਦਾ ਕਾਉਸ ਨਾ ਉਹ ਕੰਮ ਨਾ ਤੂੰ ਕਰੀ। ਹੁਣ ਤੂੰ ਵੱਡਾ ਹੋ ਗਿਆ। ਹਾਂਜੀ, ਹੁਣ ਤੈਨੂੰ ਵੱਡਾ ਕੰਮ ਦਿੰਦੇ, ਯੂ ਆਰ ਬਿਗ ਬॉय ਨਾਓ, ਹੈ ਨਾ। ਸੋ ਹੁਣ ਤੈਨੂੰ ਇੱਕ ਵੱਡਾ ਕੰਮ ਦਿੰਦੇ ਹਾਂ। ਉਬੈ ਬਿਰਖਬ ਨਿਜ ਔਛਕ ਮਾਹੀ। ਹਾਂ, ਕਹਿਣ ਲੱਗੇ ਕੀ ਕਰ, ਦੋ ਵੱਡੇ ਵੱਡੇ ਬਲਦ ਲੈ ਲਾ ਤੇ ਇੱਕ ਹਲ ਹੁੰਦਾ ਹੈ ਨਾ, ਜਿਹੜਾ ਹਲ ਵਾਹੁੰਦੇ ਹੁੰਦੇ ਨਾ, ਉਹ ਤਾਂ ਅੱਜ ਕੱਲ੍ਹ ਤਾਂ ਟਰੈਕਟਰ ਚੱਲਦੇ ਨੇ ਪੰਜਾਬ ਵਿੱਚ ਨਾ, ਅੱਗੇ ਹਲ ਹੁੰਦਾ ਸੀਗਾ, ਹੈ ਨਾ। ਸੋ ਦੋ ਬਲਦ ਕੀ ਕਰਦੇ, ਉਹ ਹਲ ਨੂੰ ਕਰਦੇ, ਉਹ ਪਿੱਛੇ ਉਹ ਧਰਤੀ ਨੂੰ ਪੁੱਟੀ ਜਾਂਦਾ ਨਾ। ਸੋ ਉਹਨੂੰ ਕੀ ਕਹਿੰਦੇ ਆ, ਕੀ ਕਹੋਗੇ ਉਹਨੂੰ ਅੰਗਰੇਜ਼ੀ 'ਚ, ਕੋਈ ਨਹੀਂ, ਸੋ ਆਪੇ ਸੋਚ ਲਿਓ। ਓਕੇ, ਫਿਰ ਕਹਿੰਦੇ ਹੁਣ ਤੂੰ ਉਹ ਕੰਮ ਕਰਨਾ, ਹਲ ਵਾਹੁਣਾ, ਆਪਾਂ ਹੁਣ ਖੇਤੀ ਲਾਉਣੀ ਹੈ, ਹੁਣ ਤੂੰ ਖੇਤੀ ਦਾ ਕੰਮ ਕਰਨਾ ਕਰ। ਲਿਓ ਨਿਕਾਲ ਤਰਨ ਜੋ ਆਹੀ। ਹਾਂ, ਕਹਿਣ ਲੱਗੇ ਹੁਣ ਦੋ ਬਲਦ ਜਿਹੜੇ ਜਵਾਨ ਨੇ, ਤਕੜੇ ਨੇ ਬਲਦ, ਹਾਂਜੀ, ਕਿਉਂ ਕਹਿੰਦੇ ਉਹ ਆਪਾਂ ਅੱਡ ਕੱਢ ਲਈਏ, ਹੁਣ ਕੱਢ ਕੇ ਤੂੰ ਉਹਨਾਂ ਨੂੰ ਲੈ ਕੇ ਹਲ ਵਾਹ ਜਾ ਕੇ। ਹਾਂਜੀ, ਫਿਰ ਲਾਂਗੁਲ ਸੰਗ ਬਹੁਰ ਕਰ ਕਾਮਾ। ਹਾਂ, ਕਹਿਣ ਲੱਗੇ ਲਾਂਗੁਲ ਸੰਗ ਬਹੁਰ ਕਰ ਕਾਮਾ। ਕਹਿਣ ਲੱਗੇ ਕੰਮ ਜਿਹੜਾ ਹੈ ਹਲ ਵਾਹੁਣ ਦਾ ਤੁਸੀਂ ਕਰੋ ਤੇ ਨਾਲ ਨੌਕਰ ਨੂੰ ਲੈ ਜਾਓ।
ਅਸਿਸਟੈਂਟ ਲੈ ਜਾਓ, ਨੌਕਰ ਲੈ ਜਾਓ, ਸਰਵੈਂਟ ਲੈ ਜਾਓ, ਉਹ ਤੁਹਾਡੇ ਨਾਲ ਕੰਮ ਕਰਾਏਗਾ। ਉਹਨੂੰ ਨਾਲ ਲਾ ਕੇ ਤੂੰ ਵੀ ਕੰਮ ਕਰ, ਤੂੰ ਹਲ ਵਾਹ। ਹਾਂਜੀ, ਬੀਜ ਸੋ ਲੈ ਹੋ ਸਵਾ ਮਨ ਧਾਮਾ। ਕਹਿਣ ਲੱਗੇ ਹੁਣ ਬੀਜ, ਯੂ ਨੀਡ ਸੀਡਸ ਵਾਲ, ਹੁਣ ਸੀਡਸ ਨੂੰ ਬੋਣਾ, ਯੂ ਹੈਵ ਟੂ ਜਾਂ ਪਲਾਂਟ ਦ ਸੀਡਸ। ਸੋ ਕਹਿੰਦੇ ਸੀਡਸ ਕੀ ਆ, ਕਹਿੰਦੇ ਕਿੰਨੇ ਕੁ ਲੈ ਕੇ ਜਾ, 50 ਓਵਰ ਕਿਲੋਸ। ਹੁਣ ਕਿਉਂਕਿ ਸਵਾ ਮਨ ਹੈ, ਸਵਾ ਮਨ ਇਕੁਅਲਸ 40 ਓਵਰ ਕਿਲੋਸ। ਸੋ ਇਹ 50 ਕਿਲੋ ਓਵਰ ਹੋ ਗਿਆ ਜੀ। 50 ਕਿਲੋ ਓਵਰ ਕਹਿੰਦੇ ਸੀਡਸ ਲੈ ਜਾ ਤੇ ਜਾ ਕੇ ਉਹ ਜਾਂ ਜ਼ਮੀਨ ਤੇ ਤੂੰ ਖਲਾਰ ਨਾ ਕਰ। ਨਾਓ ਜਸਟ ਇਮੇਜਿਨ ਨਾ, ਬਾਬਾ ਮਹਿਤਾ ਕਾਲੂ ਦੀ ਜ਼ਮੀਨ ਕਿੰਨੀ ਵੱਡੀ ਹੋਊਗੀ, ਵੇ ਯੂ ਨੀਡ 50 ਓਵਰ ਕਿਲੋਸ। ਉਹ ਲੜੇ ਸੀਡਸ ਬਹੁਤ ਹੌਲੇ ਹੁੰਦੇ ਨਾ, ਵੇਟ ਤਾਂ ਕੁਝ ਵੀ ਨਹੀਂ ਹੁੰਦਾ ਉਹਨਾਂ ਦਾ, ਬਹੁਤ ਲਾਈਟ ਹੁੰਦੇ ਨੇ। ਸੋ ਇੰਨੇ ਜਿਹੜੇ ਹਨ ਸੀਡਸ ਲੈ ਕੇ ਕਹਿੰਦੇ 55 ਕਿਲੋਸ ਲੈ ਕੇ ਜਾ ਕੇ ਤੂੰ ਬੀਜਣਾ ਕਰ। ਫਿਰ ਜਾਏ ਰਾਹੀਏ ਖੇਤ ਨਿਰਾਲਾ। ਹਾਂ, ਕਹਿਣ ਲੱਗੇ ਖੇਤ ਨਿਰਾਲਾ, ਕਹਿਣ ਲੱਗੇ ਆਪਣਾ ਖੇਤ ਨਿਰਾਲਾ ਕਰਕੇ, ਦੇ ਮੀਨਸ ਜਿਹੜਾ ਹੈ ਅੱਡ ਕਰਕੇ ਉਹ ਜਿਹੜਾ ਖੇਤ ਨੂੰ ਜਿਹੜਾ ਹੈ ਉਹਨਾਂ ਦੇ ਵੱਟਾਂ ਬਣਾ ਕੇ, ਸੋ ਦੈਟ ਯੂ ਡੋਂਟ ਗੋ ਇਨਟੂ ਦੀ ਅਦਰ ਪਰਸਨਸ ਫੀਲਡ, ਯੂ ਸਟੇ ਇਨ ਵਿਦਿਨ ਯੋਰ ਫੀਲਡ ਨਾ। ਸੋ ਕਹਿੰਦੇ ਵੱਟਾਂ ਬਣਾ ਕੇ ਚੰਗੀ ਤਰ੍ਹਾਂ ਤੂੰ ਜਾ ਕੇ ਹਲਵਾ ਜੀ ਕਰੋ ਨੀਰ ਸੋ ਤੇ ਪ੍ਰਤਪਾਲਾ। ਹਾਂ, ਕਹਿਣ ਲੱਗੇ ਫਿਰ ਉਹਨਾਂ ਦੇ ਬੀਜ ਪਾ ਕੇ ਪਾਣੀ ਦਾ ਪ੍ਰਬੰਧ ਕਰ। ਹੁਣ ਖੂਹ ਦਾ ਹਲਟ ਲੱਗੇ ਹੁੰਦੇ ਸੀ, ਅਣਗੇ ਹਲਟ ਤੋਂ ਪਾਣੀ ਨਿਕਲਦਾ। ਸੋ ਉਹ ਜਿਹੜਾ ਵੱਟਾਂ ਬਣਾ ਕੇ ਉਹਦੇ ਵਿੱਚ ਸਮਾਲ ਜਿਹੜੇ ਡਰੇਨਸ ਹੁੰਦੇ ਨੇ ਉਹਦੇ ਵਿੱਚ ਜਾ ਕੇ ਉਹ ਪਾਣੀ ਸਾਰੇ ਖੇਤਾਂ ਵਿੱਚ ਜਾਂਦਾ। ਕਹਿੰਦਾ ਫਿਰ ਖੇਤਾਂ ਦਾ ਇਹ ਪਾਣੀ ਦਾ ਪ੍ਰਬੰਧ ਵੀ ਕਰ, ਹੈ ਨਾ। ਸੋ ਯੂ ਹੈਵ ਟੂ ਜਿਹੜਾ ਹੈ ਪਾਣੀ ਦੇ ਨਾਲ ਉਹਨਾਂ ਨੂੰ ਬੋਣਾ ਕਰ। ਫਿਰ ਮ੍ਰਿਗ ਪਸ਼ੂਨ ਕੀ ਹੋਏ ਰਖਵਾਰੇ। ਫਿਰ ਜਿਹੜਾ ਹੈ ਦੇਖੋ, ਕਹਿੰਦੇ ਖੇਤ ਕਰਨ ਵਾਸਤੇ ਹੋਰ ਕੀ ਚਾਹੀਦਾ ਹੈ, ਨਾਓ ਯੂ ਹੈਵ ਟੂ ਗਟ ਯੋਰ ਫੀਲਡ ਸੋ ਦੇ ਉਹਦੇ ਚ ਗਾਈਆਂ ਨਾ ਆ ਜਾਣ, ਬੱਕਰੀਆਂ ਨਾ ਆ ਜਾਣ। ਹਾਂਜੀ, ਉਹ ਆ ਕੇ ਸਭ ਕੁਝ ਖਾ ਜਾਣਗੀਆਂ, ਹੈ ਨਾ। ਸੋ ਬੱਕਰੀਆਂ ਤੇ ਜਿਹੜੀਆਂ ਹਨ ਤੇ ਗਾਈਆਂ ਵੀ ਬਹੁਤ ਹੁਸ਼ਿਆਰ ਹਨ, ਜਿੱਥੇ ਹਰਾ ਹਰਾ ਘਾਹ ਦੇਖਦੇ ਉੱਥੇ ਚਲੇ ਜਾਂਦੀਆਂ ਨੇ। ਕਹਿੰਦੇ ਉਹ ਵੀ ਰਖਵਾਲੀ ਕਰਨੀ ਹੈ, ਉਹਨਾਂ ਨੂੰ ਆਉਣ ਨਹੀਂ ਦੇਣਾ। ਫਿਰ ਕਿਰਖ ਪਕਾਏ ਕੀਜੈ ਖਲਬਾਰੇ। ਹਾਂ, ਕਹਿੰਦੇ ਕਿਰਖ, ਕਹਿੰਦੇ ਕਿ ਖੇਤੀ ਨੂੰ ਤੂੰ ਜਿਹੜਾ ਹੈ ਪਕਾ, ਜਿਹੜਾ ਹੈ ਪਕਾ ਤੇ ਨਾਲ ਜਿਹੜਾ ਘਾਹ ਉਗਦਾ ਹੁੰਦਾ ਹੈ, ਪਾਸੇ ਪਾਸੇ ਘਾਹ ਉਗ ਜਾਂਦਾ ਹੈ, ਜਾਂ ਜੋ ਸ਼ਰਬਸ ਹੁੰਦੇ ਨੇ ਉਹ ਪੁੱਟਣੇ ਨੇ। ਸੋ ਇਸ ਤਰ੍ਹਾਂ ਕਰਕੇ ਤੂੰ ਚੰਗੀ ਤਰ੍ਹਾਂ ਖੇਤੀ ਕਰ। ਜੇ ਅੰਨ ਹੋ ਬਹੁ ਇੱਕ ਵਾਰੀ। ਹਾਂ, ਕਹਿਣ ਲੱਗੇ ਜੇ ਇੰਨਾ ਜਿਹੜਾ ਹੈ ਸਾਰੀ ਜ਼ਮੀਨ ਤੇ ਆਪਣੀ ਕਣਕ ਲੱਗੀ, ਯੂ ਗੋਟ ਸੋ ਮਚ ਆਫ ਜਿਹੜਾ ਹੈ ਗ੍ਰੇਨਸ ਤੈਨੂੰ ਮਿਲ ਜਾਣਗੇ, ਇੰਨਾ ਸਾਰਾ ਤੈਨੂੰ ਖਾਣਾ ਮਿਲ ਜਾਏਗਾ, ਵੀਟ ਮਿਲ ਜਾਏਗੀ। ਕਹਿੰਦੇ ਧੰਨ ਹੋ ਜੂਗੀ। ਕਹਿੰਦੇ ਘਰ ਦੇ ਵਿੱਚ ਤਾਂ ਆਪਣੀ ਮੁਕੜੀ ਨਹੀਂ। ਫਿਰ ਰੱਖ ਦੇਵੋ ਕਾਮੇ ਦੁਈ ਚਾਰੀ। ਹਾਂ, ਕਹਿਣ ਲੱਗੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਕੰਮ ਜ਼ਿਆਦੇ ਆ, ਮੈਂ 2 ਜਾਂ 4 ਜਿਹੜੇ ਨੌਕਰ ਤੇਰੇ ਨਾਲ ਰੱਖ ਦਿੰਦਾ, ਉਹ ਤੇਰੇ ਨਾਲ ਕੰਮ ਕਰਾਉਣਗੇ। ਹਾਂਜੀ, ਤੂੰ ਵੀ ਕਰੀ, ਉਹ ਵੀ ਕਰਨਗੇ। ਹਾਂਜੀ, ਫਿਰ ਅਸਬਿਤ ਕੀ ਕਿਰਤ ਕਰਹੁ ਨਿਬਾਹੀ। ਹਾਂ, ਕਹਿਣ ਲੱਗੇ ਇਸ ਤਰ੍ਹਾਂ ਦੀ ਕਿਰਤੀ ਕਰ ਪੁੱਤਰ, ਜਾ ਕੇ ਉੱਥੇ ਇਹ ਕੰਮ ਕਰ। ਅਟੁੱਟ ਹੋਏ ਸਭ ਕੁਝ ਘਰ ਮਾਹੀ। ਹਾਂ, ਕਹਿੰਦੇ ਕਿ ਅਟੁੱਟ ਹੋ ਜਾਣਾ ਜੀ, ਵੀ ਆਪਣਾ ਜਿਹੜਾ ਖਾਣਾ ਪਾਣੀ ਨਹੀਂ ਮੁੱਕਣਾ ਜੀ, ਕਿਉਂਕਿ ਮੌਸਮ ਮੀਂਹ ਦਾ ਹੈ। ਸੋ ਦਾ ਬੈਸਟ ਜਿਹੜਾ ਮੀਂਹ 'ਚ ਕੀ ਲੱਗਦਾ ਹੁੰਦਾ ਹੈ ਜੀ, ਰਾਈਸ ਲੱਗਦੇ ਆ ਨਾ, ਹਨਾ। ਸੋ ਜਿਹੜਾ ਹੈ ਕਹਿੰਦੇ ਵੀ ਇਹ ਮੀਂਹ ਦਾ ਮੌਸਮ ਆ, ਚੰਗਾ, ਸੋ ਰਾਈਸ ਲਾ ਦਈਏ। ਹਾਂਜੀ, ਫਿਰ ਸ੍ਰੀ ਨਾਨਕ ਸੁਣ ਕਰ ਪਿਤ ਬਾਨੀ। ਸੋ ਇਹ ਗੱਲ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦੀ ਜੋ ਧਨ ਤ੍ਰਿਸ਼ਨਾ ਮੈਂ ਲਪਟਾਨੀ। ਜੋ ਧਨ, ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਮਹਿਸੂਸ ਹੋ ਰਿਹਾ ਹੈ ਵੀ ਮੇਰਾ ਜਿਹੜਾ ਪਿਤਾ ਹੈ ਉਹ ਧਨ ਦੀ ਤ੍ਰਿਸ਼ਨਾ ਕਰ ਰਿਹਾ ਹੈ। ਯੂ ਨੋ ਹੀ ਹੈਜ਼ ਅ ਥਰਸਟ ਫॉर ਮਾਇਆ, ਹੀ ਹੈਜ਼ ਥਰਸਟ ਫॉर ਮਨੀ। ਸੋ ਕਹਿੰਦੇ ਵੀ ਉਹਨਾਂ ਨੇ ਇਹ ਜਾਣ ਲਿਆ ਵੀ ਇਹਨਾਂ ਦੀ ਜਿਹੜਾ ਹੈ ਇਹਨਾਂ ਦਾ ਖਿਆਲ ਹੈ ਵੀ ਖੇਤੀ ਹੋਊਗੀ, ਫਿਰ ਉਹਨੂੰ ਵੇਚਾਂਗੇ, ਪੈਸੇ ਲਵਾਂਗੇ, ਯੂ ਨੋ। ਸੋ ਕਹਿੰਦੇ ਵੀ ਇਹ ਥੋੜਾ ਧਨ ਦਾ ਜ਼ਿਆਦਾ ਕਰ ਰਹੇ ਨੇ। ਨੋ, ਹੀ ਨੀਡਸ ਮਨੀ ਦੈਨ। ਫਿਰ ਸੁਣੋ ਪਿਤਾ ਜੀ ਆਇਸ ਜੈਸੀ। ਪਰ ਗੁਰੂ ਨਾਨਕ ਸਾਹਿਬ ਨੇ ਕੁਝ ਨਹੀਂ ਕਿਹਾ, ਹੱਥ ਜੋੜ ਕੇ ਕਹਿੰਦੇ ਸੁਣੋ ਪਿਤਾ ਜੀ, ਆਇਸ ਜੈਸੀ, ਜਿਸ ਤਰ੍ਹਾਂ ਤੁਸੀਂ ਆਗਿਆ ਕੀਤੀ ਹੈ। ਕਹੋ ਆਪ ਹੋ ਕਰਹੁ ਤੈਸੀ। ਕਹਿੰਦੇ ਕਹੋ ਆਪ, ਜਿਸ ਤਰ੍ਹਾਂ ਆਪਨੇ ਕਿਹਾ ਮੈਂ ਵੈਸਾ ਹੀ ਕਰਾਂਗਾ। ਫਿਰ ਤਬ ਕਾਲੂ ਦੀਏ ਬੀਜ ਤੁਲਾਇਆ। ਕਹਿਣ ਲੱਗੇ ਕੀ ਹੋਇਆ ਉਸ ਵੇਲੇ, ਬਾਬਾ ਮਹਿਤਾ ਕਾਲੂ ਜੀ ਨੇ ਉਹ ਵੇਟ ਕਰਾ ਲਏ ਜੀ, ਵੇਟ ਕਰਾ ਕੇ ਉਹ ਸਾਰੇ ਬੀਜ 50 ਓਵਰ ਕਿਲੋਸ ਦੇ ਜਿਹੜਾ ਹੈ ਕਰਾ ਕੇ ਫਿਰ ਇੱਕ ਕਾਮਾ ਸੁਤ ਸੰਗ ਹਾਂ, ਰਲਾਇਆ। ਕਹਿੰਦੇ ਇੱਕ ਨੌਕਰ ਨੂੰ ਗੁਰੂ ਨਾਨਕ ਸਾਹਿਬ ਨਾਲ ਭੇਜ ਦਿੱਤਾ ਬੀਜ ਲੈ ਕੇ, ਵੀ ਬੀਜ ਵੀ ਲੈ ਗਏ, 2 ਬਲਦ ਲੈ ਗਏ ਤੇ ਇੱਕ ਨੌਕਰ ਵੀ ਨਾਲ ਚਲਿਆ ਗਿਆ। ਲਾਂਗੁਲ ਬੀਜ ਲਏ ਕਰ ਦੋ। ਹਾਂ, ਕਹਿਣ ਲੱਗੇ ਲਾਂਗੁਲ ਬੀਜ ਲਏ ਕਰ ਦੋ। ਕਹਿੰਦੇ ਲੈ ਕੇ ਜਿਹੜਾ ਹੈ 2 ਬਲਦਾਂ ਨੂੰ ਲਾ ਕੇ ਉਹਨਾਂ ਨੇ ਹਲ ਜਿਹੜਾ ਵਾਹੁਣਾ ਸ਼ੁਰੂ ਕਰਤਾ ਜੀ ਧਰਤੀ ਤੇ। ਬਾਹੁਨ ਗਏ ਭੂਮਿਕਾ ਸੋ। ਤਾਂ ਸਾਰੀ ਧਰਤੀ ਵਾਹੀ ਗਈ ਜੀ, ਇੱਕ ਦਿਨ ਚ ਉਹਨਾਂ ਨੇ ਸਾਰਾ ਧਰਤੀ ਦਾ ਜਿਹੜਾ ਕੰਮ ਕਰ ਲਿਆ ਜੀ, ਵਾਹ ਦਿੱਤੀ ਚੰਗੀ ਤਰ੍ਹਾਂ ਜਿਹੜੀ ਹੈ। ਕਹੂੰ ਕਹੂੰ ਕਾਟਿਓ ਸਿਆਰਾ। ਹਾਂ, ਕਹਿੰਦੇ ਜਿੱਥੇ ਜਿੱਥੇ ਘਾਹ ਜੰਮਿਆ ਸੀ ਜਾਂ ਸ਼ਰਬ ਸੀਗੇ ਉਹ ਸਾਰੇ ਕੱਢ ਕੇ ਜੜਾਂ ਤੋਂ ਸੁੱਟ ਦਿੱਤੇ। ਜਿੱਤੋ ਬੀਜ ਦੀਏ ਸਭ ਵਿਸਥਾਰਾ। ਕਹਿਣ ਲੱਗੇ ਜਿੰਨੇ ਵੀ ਬੀਜ ਦਿੱਤੇ ਸੀ ਨਾ ਉਹ ਇੱਕ ਦਿਨ ਚ ਸਾਰੇ ਹੀ ਖਿਲਾਰਤੇ ਜੀ, ਉੱਥੇ ਸਾਰੇ ਬੀਜ ਤੇ ਸਾਰੇ ਪਲੰਟ ਕਰਤੇ ਜੀ। ਭਈ ਸੰਜ ਆਏ ਨਿਜ ਸਦਨਾ। ਕਹਿਣ ਲੱਗੇ ਫਿਰ ਸਾਂਝ ਪੈ ਗਈ,
ਸ਼ਾਮ ਪੈ ਗਈ। ਸ਼ਾਮ ਪੈਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਘਰੇ ਆ ਗਏ। ਕਾਲੂ ਪ੍ਰਫੁੱਲਤ ਪਿਖ ਬਦਨਾ। ਹਾਂ, ਕਹਿਣ ਲੱਗੇ ਬਾਬਾ ਮਹਿਤਾ ਕਾਲੂ ਜੀ ਨਾ ਦੇਖ ਕੇ ਨਾ ਵੀ ਮੇਰਾ ਪੁੱਤਰ ਅੱਜ ਖੇਤੀ ਦਾ ਕੰਮ ਕਰਕੇ ਆਇਆ, ਥੱਕਿਆ ਆਇਆ ਜੀ, ਬੜਾ ਕੰਮ ਕੀਤਾ ਅੱਜ। ਹਾਂਜੀ, ਸੋ ਬਾਬਾ ਮਹਿਤਾ ਕਾਲੂ ਜੀ ਦੇਖ ਕੇ ਬਹੁਤ ਖੁਸ਼ ਹੋਏ ਗੁਰੂ ਨਾਨਕ ਸਾਹਿਬ ਨੂੰ। ਬਿਕਾਜ਼ ਪੁਰਾਣੇ ਲੋਕ ਜਿਹੜੇ ਹੁੰਦੇ ਸਨ ਨਾ, ਜਦੋਂ ਕੋਈ ਖੇਤਾਂ ਤੋਂ ਆਵੇ ਨਾ, ਉਹ ਸਾਫ ਸੁਥਰਾ ਜਿਹਾ ਆਵੇ, ਉਹਨੂੰ ਕੋਈ ਚੰਗਾ ਨਹੀਂ ਸਮਝਦਾ ਸੀਗਾ। ਵੀ ਪਤਾ ਹੈ ਕੋਈ ਕੰਮ ਨਹੀਂ ਕਰਕੇ ਆਇਆ, ਇਹਦੇ ਕੱਪੜੇ ਬਿਲਕੁਲ ਨਹੀਂ ਮੈਲੇ ਹੋਏ, ਇਹਨੂੰ ਵੈਰੀ ਫਰੈਸ਼ਲੀ ਆਇਆ, ਇਹ ਸੌ ਕੇ ਹੀ ਆਇਆ ਹੋਣਾ ਹੈ ਨਾ, ਸੋ ਸਮਥਿੰਗ ਲਾਈਕ ਦੈਟ। ਸੋ ਜੇ ਕੋਈ ਬੰਦਾ ਜਿਹੜਾ ਥੱਕਿਆ ਜਾਵੇ, ਜੋ ਮੈਲ ਲੱਗੀ ਹੋਈ, ਮਿੱਟੀ ਲੱਗੀ, ਉਹਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ। ਹਾਂਜੀ, ਵੀ ਹਾਂ ਅੱਜ ਕੰਮ ਕਰਕੇ ਆਇਆ। ਸੋ ਬਾਬਾ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਜੀ ਦੇਖ ਕੇ। ਸ੍ਰੀ ਗੁਰੂ ਕਰ ਮਹਿ ਬਰਕਤ ਭਾਰੀ। ਕਹਿਣ ਲੱਗੇ ਪਰ ਦੇਖੋ ਗੁਰੂ ਨਾਨਕ ਦੇ ਹੱਥ ਦੀ ਬਰਕਤ ਬਹੁਤ ਜ਼ਿਆਦਾ। ਇਹਨੂੰ ਗੁਰੂ ਨਾਨਕ ਦੇ ਹੱਥ ਤਾਂ ਐਸੇ ਸਨ, ਜੇ ਲੋਹੇ ਨੂੰ ਲਾ ਦੇਣ ਤਾਂ ਸੋਨਾ ਬਣ ਜਾਣ। ਇਹਨੂੰ ਮਹਾਰਾਜ ਦੇ ਹੱਥ ਐਸੇ ਸੀਗੇ ਵੀ ਜਿੱਥੇ ਵੀ ਹੱਥ ਲਾ ਦੇਣ ਉੱਥੇ ਤਾਂ ਹੋਣਾ ਹੀ ਹੋਣਾ। ਇਹਨੂੰ ਕਹਿੰਦੇ ਬਰਕਤ ਬਹੁਤ ਸੀ ਮਹਾਰਾਜ ਦੇ ਹੱਥਾਂ ਵਿੱਚ। ਹਾਂਜੀ, ਸੋ ਕਹਿ ਮੈਂ ਸ਼ਕਤ ਸੋ ਕਰਹਿ ਉਚਾਰੀ। ਕਹਿਣ ਲੱਗੇ ਕਹਿ ਮੈਂ ਸ਼ਕਤ ਸੋ ਕਰਹਿ ਉਚਾਰੀ। ਕਹਿਣ ਲੱਗੇ ਕਿਹਦੇ ਕੋਲ ਸ਼ਕਤੀ ਹੈ ਜਿਹੜਾ ਗੁਰੂ ਨਾਨਕ ਦੀ ਬਰਕਤ ਨੂੰ ਡਿਸਕ੍ਰਾਈਬ ਕਰ ਸਕਦਾ ਵੀ ਮਹਾਰਾਜ ਦੇ ਹੱਥਾਂ ਦੀ ਕੀ ਬਰਕਤ ਹੈ। ਕਹਿੰਦਾ ਕੋਈ ਵੀ ਨਹੀਂ ਕਰ ਸਕਦਾ ਜੀ। ਕੌਣ ਕਰ ਸਕਦਾ ਉਹਦੀ ਬਰਕਤ ਦਾ ਨਿਰਣਾ? ਨੋਬਡੀ ਕੈਨ ਡਿਸਕ੍ਰਾਈਬ। ਸੋ ਇਹ ਡਿਸਕ੍ਰਿਪਸ਼ਨ ਨਹੀਂ ਹੋ ਸਕਦਾ ਜੀ। ਦਿਵਸ ਤੀਸਰੇ ਭੀ ਸ਼ਬਜਾਈ। ਕੀ ਹੋਇਆ ਜੀ 3 ਦਿਨ ਬਾਅਦ, ਅੱਜ ਬੀਜੇ 3 days after ਕੀ ਹੋਇਆ, ਸਾਰਾ ਹਰਾ ਖੇਤ ਹੋ ਗਿਆ ਜੀ, ਪੂਰਾ ਹਰਾ ਖੇਤ ਹੋ ਗਿਆ ਜੀ। ਸੋ ਮਹਾਰਾਜ ਦੇ ਹੱਥਾਂ ਦੀ ਬਰਕਤ ਹੈ, ਜਿੱਥੇ ਵੀ ਬੀਜ ਬੀਜਿਆ ਉੱਗ ਗਿਆ ਜੀ, ਆਲ ਗ੍ਰੀਨ ਹੋ ਗਿਆ ਜੀ ਉੱਥੇ। ਜਨ ਅਵਨੀ ਨਿਜ ਅਨੰਦ ਜਨਾਈ। ਹਾਂ, ਕਹਿਣ ਲੱਗੇ ਮਨ ਨੂੰ ਕਹਿਣ ਲੱਗੇ ਐਸਾ ਲੱਗਦਾ ਹੈ ਜੈਸਾ ਕਿ ਵੀ ਉਹ ਧਰਤੀ ਉਹ ਹਰੇ ਰੰਗ ਦੀ ਹੋ ਗਈ ਜੀ। ਯੂ ਕੈਨ ਸੀ ਦ ਮਿੱਟੀ ਐਨੀ ਮੋ, ਸਾਰਾ ਹਰਾ ਹੀ ਹਰਾ ਜੀ, ਜਿੱਥੇ ਦੇਖੋਗੇ ਉਹ ਸਾਰਾ ਖੇਤ ਭਰ ਗਿਆ। ਕਹਿੰਦੇ ਕਿ ਜਨ ਅਵਨੀ ਨਿਜ ਅਨੰਦ ਜਨਾਈ, ਜਿਵੇਂ ਧਰਤੀ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਰਹੀ ਹੈ। ਇਟ ਲੁਕਸ ਲਾਈਕ ਧਰਤੀ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਰਹੀ ਹੈ ਉਹ ਹਰਿਆਈ ਨੂੰ ਦੇਖ ਕੇ। ਕਾਲੂ ਜਾਏ ਕ੍ਰਿਖੀ ਜਬ ਦੇਖੀ। ਬਾਬਾ ਮਹਿਤਾ ਕਾਲੂ ਜੀ ਸਾਈਟ ਵਿਜ਼ਿਟ ਵਾਸਤੇ ਗਏ। ਹਾਂਜੀ, ਵੀ ਜਾ ਕੇ ਖੇਤਾਂ ਨੂੰ ਦੇਖੀਏ ਵੀ ਜਿਹੜਾ ਹੈ ਗੁਰੂ ਨਾਨਕ ਕੀ ਕਰਦਾ ਹੈ, ਕੰਮ ਕੀ ਕਰਦਾ ਹੈ। ਸੋ ਸਾਈਟ ਵਿਜ਼ਿਟ ਵਾਸਤੇ ਆਏ, ਜਿਵੇਂ ਆਪਾਂ ਕਹਿੰਦੇ ਤੁਰਨ ਪਾਡਾਂ ਕਹਿੰਦੇ ਆ ਮਲਾਈ 'ਚ। ਹਾਂਜੀ, ਸੋ ਉਤਰ ਕੇ ਆਏ ਜੀ, ਜਾ ਕੇ ਦੇਖਿਆ ਖੇਤ। ਬਾਬਾ ਮਹਿਤਾ ਕਾਲੂ ਜੀ ਨੇ ਸਗਨ ਉਗੇ ਭਾ ਮੋਤ ਵਿਸ਼ੇਕੀ। ਦੇਖਿਆ ਇੰਨੀ ਸੰਘਣੀ ਜਿਹੜੀ ਹੈ ਉਹ ਖੇਤੀ ਹੋਈ ਪਈ ਆ। ਕਹਿੰਦੇ ਇੰਨੀ ਤਾਂ ਸੰਘਣੀ ਕਿਤੇ ਦੇਖੀ ਨਹੀਂ ਗੀ, ਇਹਨੂੰ ਇੰਨੀ ਬਰਕਤ ਹੋਈ ਜੀ। ਸੋ ਦੇਖ ਕੇ ਬਾਬਾ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ। ਹੀ ਵਾਸ ਵੈਰੀ ਹੈਪੀ ਜੀ, ਬਹੁਤ ਖੁਸ਼ੀ ਨਾਲ ਜੀ, ਬਹੁਤ ਖੁਸ਼ੀ ਉਹਨਾਂ ਨੂੰ ਅੰਦਰੋਂ ਆਈ ਜੀ। ਹੋਏ ਤਾਤ ਮਮ ਵੱਡ ਕਿਰਕਾਰਾ। ਕਹਿਣ ਲੱਗੇ ਮੇਰਾ ਪੁੱਤਰ ਇੱਕ ਵੱਡਾ ਜਿਹੜਾ ਹੈ ਜ਼ਿਮੀਦਾਰ ਹੈ। ਹਾਂਜੀ, ਮੇਰਾ ਬੇਟਾ ਜਿਹੜਾ ਹੈ ਇਹ ਵੱਡਾ ਜਿਹੜਾ ਹੈ ਜਾਂ ਹਲਵਾਉਣ 'ਚ ਇਹਦਾ ਐਕਸਪਰਟ ਹੈ ਜੀ। ਹਾਂਜੀ, ਮੇਰਾ ਜਿਹੜਾ ਬੱਚਾ ਹੈ ਬਹੁਤ ਜ਼ਿਆਦਾ ਜਿਹੜਾ ਹੈ ਇਹ ਸਾਰਾ ਖੇਤੀਬਾੜੀ ਦਾ ਕੰਮ ਜਾਣਦਾ ਹੈ ਜੀ। ਸੋ ਹੀ ਵਾਸ ਵੈਰੀ ਹੈਪੀ, ਓਵਰਵੈਲਮ ਹੋ ਗਿਆ ਜੀ। ਫਿਰ ਜਿਉਂ ਬਸਾਏ ਇੱਕ ਗ੍ਰਾਮ ਨਿਰਾਰਾ। ਫਿਰ ਦੇਖੋ ਬਾਬਾ ਮਹਿਤਾ ਕਾਲੂ ਜੀ ਸੋਚਣ ਲੱਗੇ ਮੇਰਾ ਪੁੱਤਰ ਐਡਾ ਵੱਡਾ ਜਿਹੜਾ ਇੰਨਾ ਹੁਸ਼ਿਆਰ ਹੈ। ਕਹਿੰਦਾ ਮੈਂ ਇਹਨੂੰ ਇੱਕ ਪਿੰਡ ਲੈ ਕੇ ਦੇਣਾ ਹੈ। ਉਹ ਪਿੰਡ 'ਚ ਸਾਰੀ ਆਪਾਂ ਖੇਤੀ ਲਾ ਦੇਣੀ ਆ। ਜਿਵੇਂ ਆਪਾਂ ਵੀ ਸੋਚਦੇ ਹਾਂ ਨਾ, ਜੇ ਥੋੜਾ ਜਿਹਾ ਕੋਈ ਚੰਗਾ ਕੰਮ ਹੋਵੇ ਆਪਾਂ ਕਹਿੰਦੇ ਜਿਵੇਂ ਆਪਾਂ ਆਈਂ ਕਰ ਲੈਣਾ ਜੀ ਹੁਣ। ਹਾਂਜੀ, ਜਿਹਦੇ ਕੋਲ ਇੱਕ ਗੱਡੀ ਆ ਕਹਿੰਦਾ ਮੈਂ 100 ਗੱਡੀਆਂ ਲੈ ਲੈਣੀਆਂ। ਹਾਂਜੀ, ਜਿਹਦੇ ਕੋਲ ਇੱਕ ਘਰ ਵਾਲੀ ਆ ਕਹਿੰਦਾ ਮੈਂ ਹੋਰ ਆਈ ਡੋਂਟ ਗਿਵ ਅ ਨੰਬਰ, ਕਹਿੰਦੇ ਮੈਂ ਹੋਰ ਲੈ ਲੈਣੀ ਹੈ। ਓਕੇ ਚਲੋ, ਕਹਿੰਦੇ ਇਸ ਤਰ੍ਹਾਂ ਕਰਕੇ ਜਿਹੜਾ ਹੈ ਇੱਕ ਚੀਜ਼ ਨੂੰ ਦੇਖ ਕੇ ਨਾ ਬੰਦਾ ਉਹਦੀ ਪਿਕਚਰ ਵੱਡੀ ਕਰ ਦਿੰਦਾ, ਉਸੇ ਵੇਲੇ ਵੱਡੀ ਕਰ ਦਿੰਦਾ ਵੀ ਮੈਂ ਇਹ ਕਰੂੰਗਾ ਜੀ, ਉਹ ਕਰੂੰਗਾ ਜੀ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਇਹਨੇ ਵੀ ਵੱਡੀ ਪਿਕਚਰ ਕੀਤੀ ਜੀ। ਸੋ ਬਾਬਾ ਮਹਿਤਾ ਕਾਲੂ ਸੋਚਣ ਲੱਗੇ ਮੈਂ ਇੱਕ ਪਿੰਡ ਲਗਾਉਂਗਾ, ਉਹ ਪਿੰਡ 'ਚ ਖੇਤੀ ਲਾਵਾਂਗੇ, ਫਿਰ ਉਹਨਾਂ ਨੂੰ ਵੱਢਾਂਗੇ, ਆਪਾਂ ਇਹ ਕਰਾਂਗੇ, ਵਾਹ ਵਾਹ ਵਾਹ, ਵੀ ਵਿਲ ਬੀ ਵੈਰੀ ਰਿਚ। ਫਿਰ ਨਿਪਜਾਵਨ ਤਨ ਅਨਕ ਬਿਦਨ ਸੋ। ਹਾਂ, ਕਹਿੰਦੇ ਕਿ ਤਰ੍ਹਾਂ ਦਾ ਅੰਨ ਉਗਾਵਾਂਗੇ ਕਿਉਂਕਿ ਧਰਤੀ ਵੱਡੀ ਹੋਗੀ, ਸਾਰੇ ਕਿਤੇ ਤਰ੍ਹਾਂ ਦਾ ਅੰਨ ਲੱਗਿਆ ਹੋਗਾ, ਪੂਰੀ ਮਾਰਕੀਟ ਲਾ ਦਾਂਗੇ ਜੀ ਧਰਤੀ ਤੇ। ਫਿਰ ਆਇਓ ਕਰਤ ਚਿਤਵਨ ਨਿਜ ਮਨਸੋ। ਕਹਿਣ ਲੱਗੇ ਆਇਓ ਕਰਤ, ਕਹਿਣ ਲੱਗੇ ਹੁਣ ਆ ਗਏ ਜੀ ਘਰੇ ਆਉਂਦੇ ਵੀ ਸੋਚੀ ਜਾਂਦੇ, ਸਕੀਮਾਂ ਬਣਾ ਰਹੇ ਆ ਬਾਬਾ ਮਹਿਤਾ ਕਾਲੂ ਜੀ, ਬਿਕਾਜ਼ ਪਟਵਾਰੀ ਆ ਨਾ। ਸੋ ਹੀ ਨੋਸ ਅਬਾਊਟ ਦ ਲੈਂਡ। ਸੋ ਸੋਚੀ ਜਾਂਦੇ ਨੇ ਵੀ ਹੁਣ ਲੈਂਡ ਕਿੱਥੋਂ ਲੈਣੀ, ਕਿਵੇਂ ਕਰਾਂਗੇ, ਸਾਰਾ ਇਹ ਹਿਸਾਬ ਕਿਤਾਬ ਕਰਦੇ ਆਉਂਦੇ ਹਨ। ਸ਼੍ਰੀ ਗੁਰੂ ਨਾਨਕ ਹਿਰਦੈ ਵਿਚਾਰੀ। ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਨੇ, ਮਹਾਰਾਜ ਨੂੰ ਪਤਾ ਲੱਗ ਗਿਆ ਵੀ ਮੇਰੇ ਪਿਤਾ ਦੇ ਮਨ ਵਿੱਚ ਕੀ ਚੱਲ ਰਿਹਾ। ਫਿਰ ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਲੱਗੇ ਮੇਰੇ ਪਿਤਾ ਨੂੰ ਧਨ ਦੀ ਜਿਹੜੀ ਤ੍ਰਿਸ਼ਨਾ ਹੈ, ਭੁੱਖ ਜਿਹੜੀ ਹੈ ਨਾ ਧਨ ਦੀ, ਦੌਲਤ ਦੀ, ਕਹਿੰਦੇ ਬਹੁਤ ਜ਼ਿਆਦਾ ਹੋ ਰਹੀ ਹੈ। ਡੇ ਬਾਈ ਡੇ ਚੜ ਰਹੀ ਹੈ, ਵੱਧ ਰਹੀ ਹੈ, ਵੀ ਜਿੰਨਾ ਕੁਝ ਮੇਰੇ ਪਿਤਾ ਨੂੰ ਮਿਲਦਾ ਹੈ ਹੋਰ ਵੱਧ ਜਾਂਦਾ ਹੈ, ਵੀ ਹੋਰ ਚਾਹੁੰਦਾ ਹੈ। ਹਾਂਜੀ, ਸੋ ਮਹਾਰਾਜ ਨੇ ਇਹ ਵਿਚਾਰੀ, ਕਹਿੰਦੇ ਦਿਸ ਇਜ਼ ਨਾਟ ਗੁੱਡ। ਹਾਂਜੀ, ਮੇਰੇ ਪਿਤਾ ਨੂੰ ਜਿਹੜੀ ਬਹੁਤੀ ਭੁੱਖ ਹੋ ਜਾਣੀ ਆ ਧਨ ਦੀ, ਸੋ ਦਿਸ ਇਜ਼ ਨੋ ਗੁੱਡ। ਫਿਰ ਜਾਂ ਤੇ ਅਬ ਹੀ ਬਣੈ ਨਿਬੇਰੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਹੁਣ ਇਹਦਾ ਕੁਝ ਕਰਨਾ ਪਵੇਗਾ, ਹੈਵ ਟੂ ਡੂ ਸਮਥਿੰਗ ਅਬਾਊਟ ਇਟ, ਤਾਂ ਕਰਕੇ ਮੇਰੇ ਪਿਤਾ ਜੀ ਦਾ ਧਨ ਦਾ ਜਿਹੜੀ ਭੁੱਖ ਨਾ ਇਹ ਘਟ ਜਾਵੇ। ਸੋ ਕਹਿੰਦੇ ਕੁਝ ਕਰਨਾ ਪਵੇਗਾ। ਧਨ ਖਟਨੇ ਕੋ ਮਿਟਵੈ ਝੇਰੋ। ਹਾਂ, ਕਹਿਣ ਲੱਗੇ ਗੁਰੂ ਪਿਤਾ ਸੋਚ ਰਿਹਾ ਹੈ ਵੀ ਮੈਂ ਧਨ ਨੂੰ ਹੋਰ ਖੱਟਾਂ, ਹੋਰ ਕਮਾਵਾਂ,
ਤੇ ਗੁਰੂ ਨਾਨਕ ਸੋਚ ਰਹੇ ਨੇ ਤਨ ਖੱਟਨੇ ਕਿਉਂ ਮਿਟਵੋ ਝੇਰੋ। ਕਹਿਣ ਲੱਗਾ ਇਹ ਜਿਹੜਾ ਝੰਜੜ ਜਿਹਾ ਪਿਆ ਹੋਇਆ ਨਾ, ਇਹ ਜਿਹੜਾ ਆਪਣਾ ਕਿ ਕਮਾਈ ਕਰਨ ਦਾ, ਪੈਸੇ ਕਮਾਈ, ਇਹਨੂੰ ਖਤਮ ਹੀ ਕਰ ਦਿਓ। ਕਮਾਈ ਕਰਨ ਨੂੰ ਖਤਮ ਹੀ ਕਰ ਦਿਓ। ਕਹਿੰਦੇ ਵੀ ਜਿਹੜਾ ਪੈਸੇ ਕਮਾਉਣ ਦੀ ਗੱਲ ਖਤਮ ਹੀ ਕਰੋ। ਗੁਰੂ ਨਾਨਕ ਇਹ ਸੋਚ ਰਹੇ ਆ, ਬਾਬਾ ਮਹਿਤਾ ਕਾਲੂ ਇਹ ਸੋਚ ਰਹੇ ਆ। ਸੋ ਟੋਟਲੀ ਆਪੋਜ਼ਿਟ। ਸੋ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇਹ ਸੋਚ ਕੇ ਪੈਸੋ ਬਹੁਰ ਖੇਤ ਰਖਵਾਰੀ। ਕਹਿਣ ਲੱਗੇ ਪੈਸੋ, ਗੁਰੂ ਨਾਨਕ ਸਾਹਿਬ ਜੀ ਬਹਿ ਕੇ ਐਸ ਦੋ ਹੀ ਇਜ਼ ਟੇਕਿੰਗ ਕੇਅਰ ਆਫ ਦ ਫੀਲਡ। ਹਾਂਜੀ, ਮਹਾਰਾਜ ਜੀ ਬੈਠੇ ਜਿਵੇਂ ਬੈਠੇ ਹੁੰਦੇ ਆ ਨਾ, ਉੱਥੇ ਇੱਕ ਸਕੈਕਰੋ ਲਾ ਦਿੰਦੇ ਨੇ ਵੀ ਚਿੜੀਆਂ ਨਾ ਆਉਣ, ਕੋਈ ਗਾਈਆਂ ਮੱਝਾਂ ਆ ਗਿਆ ਉਹਨੂੰ ਰੋਕ ਦੇਣਾ ਨਾ, ਰਖਵਾਲੀ ਵਾਸਤੇ ਬਹਿੰਦੇ ਨੇ। ਸੋ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਬੈਠੇ ਨੇ ਜਿਵੇਂ ਰਖਵਾਲੀ ਕਰਦੇ ਹੁੰਦੇ ਹਨ। ਪਰ ਜੈ ਕਿਸਨਾ ਚਰਹਿ ਪਸ ਝਾਰੀ। ਹਾਂ, ਵੀ ਜਿਹੜੇ ਪਸ਼ੂ ਵਿੱਚ ਆ ਜਾ ਉਹਨੂੰ ਕਹਿ ਦੇਣਾ ਵੀ ਨਾ, ਵੀ ਇੱਥੇ ਨਾ ਆ ਜੀ, ਆਪਣੀ ਸਾਡੀ ਖੇਤੀ ਆ, ਉਧਰ ਜਾ, ਭਜਾ ਦੇਣੇ। ਹਾਂਜੀ, ਉਹ ਸਾਰਾ ਕੰਮ। ਰਾਸ਼ਪ ਬੜਵਾਗੋ ਮਿਰਗ ਬ੍ਰਿੰਦਾ। ਪਰ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਜੀ, ਉੱਥੇ ਗਧੇ ਆ ਗਏ, ਘੋੜੇ ਆ ਗਏ, ਗਾਈਆਂ ਆ ਗਈਆਂ, ਹਰਨ ਆ ਗਏ, ਡੀਅਰ ਆ ਗਏ, ਸਾਰੇ ਜਾਨਵਰ ਇਕੱਠੇ ਹੋ ਕੇ ਆ ਗਏ ਜੀ। ਉਹ ਖੇਤ ਨੂੰ, ਕਿਉਂਕਿ ਹਰਾ ਖੇਤ ਸੀਗਾ, ਸਾਰੇ ਆ ਗਏ ਜੀ ਇਕੱਠੇ ਹੋ ਕੇ, ਜਿਨੇ ਵੀ ਵੈਜੀਟੇਰੀਅਨ ਜਿਹੜੇ ਹਨ ਪਸ਼ੂ ਹਨ। ਚਰਤ ਖੇਤ ਰਹਿ ਬੈਸ ਆਨੰਦਾ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਮਹਾਰਾਜ ਬੈਠੇ ਰਹੇ, ਉਹ ਗਧਿਆਂ ਨੂੰ ਕਹਿੰਦੇ ਆਜੋ ਵੀ ਆਜੋ ਜੀ, ਆਇਆਂ ਨੂੰ ਛਕੋ ਛਕੋ। ਹਾਂਜੀ, ਗਾਈਆਂ ਨੂੰ ਕਹਿੰਦੇ ਤੁਸੀਂ ਵੀ ਆਜੋ, ਤੁਸੀਂ ਵੀ ਛਕ ਲਓ। ਹਾਂਜੀ, ਬੱਕਰੀਆਂ ਨੂੰ ਵੀ ਵਾੜਤਾ ਵਿੱਚ, ਸਾਰਿਆਂ ਦਾ ਜੀ ਚੰਗੀ ਪਾਰਟੀ ਕਰਾਈ ਜੀ, ਉੱਥੇ ਸਾਰਿਆਂ ਨੂੰ ਛਕਾਤਾ ਜੀ। ਮਹਾਰਾਜ ਇੱਥੇ ਬੈਠੇ ਦੇਖੀ ਜਾਂਦੇ ਨੇ, ਉਹ ਸੱਦੇ ਨੇ, ਜੋ ਕੋਈ ਪਰਾਂ ਜਾਂਦਾ ਕਿ ਤੂੰ ਵੀ ਆ ਜਾ, ਆ ਜਾ, ਇੱਥੇ ਆ ਜਾ। ਹਾਂਜੀ, ਸੋ ਜਿਹੜੇ ਵੈਜੀਟੇਰੀਅਨ ਸਨ ਸਾਰੇ ਪਸ਼ੂ ਬਹੁਤ ਖੁਸ਼ ਹੋਏ ਜੀ, ਬਿਕੋਜ਼ ਪਿਓਰ ਵੈਜੀਟੇਰੀਅਨ ਸੀਗਾ। ਹਾਂਜੀ, ਫਿਰ ਦਿਨ ਦੋ ਇੱਕ ਮੈਂ ਦੀਨ ਨਵੇਰੀ। ਹਾਂ, ਕਹਿ ਲਈਏ ਦੋ ਕਹਿੰਦੇ 2 ਦਿਨ ਲੱਗੇ। ਗੁਰੂ ਨਾਨਕ ਨੇ ਉਹ ਖੇਤ ਖਾਲੀ ਕਰਾਤਾ ਜੀ, ਸਾਰਾ ਹੀ ਖਿਲਾਤਾ ਜੀ, ਜਿੰਨੇ ਆਏ ਸਾਰਿਆਂ ਨੂੰ ਖਿਲਾਤਾ। ਉਹ ਸਾਰੇ, ਇੱਕ ਪੱਤਾ ਨਹੀਂ ਰਿਹਾ ਜੀ ਉੱਥੇ, ਬਿਲਕੁਲ ਖਾਲੀ। ਫੇਰ ਇੱਕ ਨਾ ਬੂਟ ਜਹ ਸਗਨ ਕਨੇਰੀ। ਕਹਿੰਦੇ ਇੱਕ ਵੀ ਬੂਟਾ ਨਹੀਂ ਛੱਡਿਆ ਜੀ, ਜਿੱਥੇ ਇੰਨੇ ਬੂਟੇ ਲੱਗੇ ਸਨ ਉੱਥੇ ਇੱਕ ਵੀ ਬੂਟਾ ਨਹੀਂ ਰਿਹਾ, ਕਿਉਂਕਿ ਕਈ ਬੱਕਰੀਆਂ ਹੁੰਦੀਆਂ ਉਹ ਬੂਟੇ ਵੀ ਖਾ ਜਾਂਦੀਆਂ ਨਾ, ਸਾਰਾ ਖਾ ਖੂ ਕੇ ਜਾਂ ਸਾਰਾ ਰੱਜ ਕੇ ਗਈਆਂ ਜੀ। ਕਾਲੂ ਗਇਓ ਬਿਲੋਕਨ ਖੇਤ। ਬਾਬਾ ਮਹਿਤਾ ਕਾਲੂ ਜੀ ਫੇਰ ਸਾਈਡ ਵਿਜ਼ਿਟ ਵਾਸਤੇ ਗਏ ਵੀ ਹੁਣ ਤਾਂ ਜੀ ਟਾਈਮ ਆ ਗਿਆ ਹੁਣ ਹਾਰਵੈਸਟਿੰਗ ਵਾਲਾ। ਬਾਬਾ ਮਹਿਤਾ ਕਾਲੂ ਜੀ ਬੜੇ ਸੋਚ ਕੇ ਗਏ ਵੀ ਮੈਂ ਕਿੰਨੇ ਕੁ ਬੰਦੇ ਲਾਉਣੇ ਆ, ਹਾਰਵੈਸਟਿੰਗ ਕਰਾਉਣੀ ਆ ਜੀ, ਆਹ ਕਰਾਉਣਾ। ਉਹ ਸੋਚ ਕੇ ਜੀ ਪਹੁੰਚੇ ਜੀ ਹੁਣ ਸਾਈਡ ਤੇ। ਇੱਕ ਬੈਠੇ ਬੇਦੀ ਕੁਲ ਖੇਤੋ। ਤੇ ਅੱਛਾ, ਉਹ ਟਾਈਮ ਤੇ ਕੀ ਹੋਇਆ, ਗੁਰੂ ਨਾਨਕ ਸਾਹਿਬ ਜੀ ਵੀ ਬੈਠੇ ਸਨ, ਖੇਤੀ ਦੀ ਰਖਵਾਲੀ ਕਰਦੇ। ਹਾਂਜੀ, ਉੱਥੇ ਬੈਠੇ ਸਨ, ਬਾਬਾ ਮਹਿਤਾ ਕਾਲੂ ਜੀ ਪਹੁੰਚ ਗਏ। ਫਿਰ ਕਿਦਾਰ ਮਦ ਪਸ ਬ੍ਰਿੰਦਾ। ਕਹਿਣ ਲੱਗੇ ਉਹ ਕੀ ਦੇਖਿਆ, ਕਹਿੰਦੇ ਉੱਥੇ ਤਾਂ ਸਾਰਾ ਹੀ ਜ਼ੂ ਇਕੱਠਾ ਹੋਇਆ ਸੀਗਾ। ਹਾਂਜੀ, ਸਾਰੇ ਜਾਨਵਰ ਉੱਥੇ ਖਾਣ ਲੱਗੇ ਹੋਏ, ਖੁਸ਼ ਹੋਣ ਲੱਗੇ ਹੋਏ, ਬੱਕਰੀਆਂ ਮੱਝਾਂ ਹੱਸਣ ਲੱਗੀਆਂ ਹੋਈਆਂ ਆਪਸ ਵਿੱਚ, ਬਹੁਤ ਖੁਸ਼ੀਆਂ ਹੋਈਆਂ ਹੋਈਆਂ ਜੀ, ਸਾਰੇ ਰੱਜ ਰੱਜ ਕੇ ਖਾ ਰਹੀਆਂ ਜੀ। ਕਿਸੇ ਨਾ ਪਰਜੈ ਆਨੰਦ ਕੰਦਾ। ਕਹਿਣ ਲੱਗੇ ਆਨੰਦ ਨੂੰ ਦੇਣ ਵਾਲਾ, ਆਨੰਦ ਦਾ ਸੋਮਾ ਗੁਰੂ ਨਾਨਕ ਸਾਹਿਬ ਕਿਸੇ ਨੂੰ ਨਹੀਂ ਰੋਕ ਰਿਹਾ। ਆਲ ਵਾਸ ਹੈਵਿੰਗ ਅ ਫ੍ਰੀ ਵਿਲ। ਫਿਰ ਅਸਵਿਦ ਦੇਖ ਕ੍ਰੋਧ ਭਾ ਕਾਲੂ। ਇਹ ਦੇਖ ਕੇ ਨਾ ਬਾਬਾ ਮਹਿਤਾ ਕਾਲੂ ਦੀਆਂ ਅੱਖਾਂ ਲਾਲ ਹੋ ਗਈਆਂ, ਬੜਾ ਗੁੱਸਾ ਆ ਗਿਆ ਜੀ ਬਾਬਾ ਮਹਿਤਾ ਕਾਲੂ ਜੀ ਨੂੰ। ਮੁਖ ਬੋਲ ਦੁਰਬਚਨ ਬਸਾਲੂ। ਕਹਿਣ ਲੱਗੇ ਚੜ ਗਿਆ ਗੁੱਸਾ ਹੁਣ ਬਾਬਾ ਮਹਿਤਾ ਕਾਲੂ ਜੀ ਨੂੰ, ਚੜ ਗਿਆ ਗੁੱਸਾ। ਕਹਿਣਗੇ ਦੁਰਬਚਨ, ਕਹਿਣਗੇ ਬਹੁਤ ਜਿਹੜੇ ਹਨ ਔਖੇ ਬਚਨ, ਜਿਹੜੇ ਹਨ ਦਿਲ ਦੁਖਾਉਣ ਵਾਲੇ ਬਚਨ, ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਗਾਲਾਂ ਕੱਢੀਆਂ, ਹੁਣ ਪੂਰੀਆਂ ਲੱਗ ਗਏ ਜੀ। ਬਾਬਾ ਮਹਿਤਾ ਕਾਲੂ ਸ਼ੁਰੂ ਹੋ ਗਏ ਜੀ, ਉਹਨਾਂ ਦੇ ਜੋ ਮੂੰਹ ਵਿੱਚ ਆਇਆ ਉਹਨਾਂ ਨੇ ਕਹਿ ਦਿੱਤਾ ਜੀ। ਬੜੇ ਗੁੱਸੇ ਹੋਏ ਗੁਰੂ ਨਾਨਕ ਸਾਹਿਬ ਨੂੰ। ਫਿਰ ਮੰਦ ਭਾਗ ਮੈਂ ਆਪਨ ਨਿਹਾਰਾ। ਕਹਿੰਦੇ ਮੇਰੇ ਮੰਦੇ ਭਾਗ ਨੇ, ਮੇਰੇ ਹੀ ਮੰਦੇ ਭਾਗ ਨੇ, ਕਹਿੰਦੇ ਮੇਰੀ ਮਾੜੀ ਕਿਸਮਤ ਆ। ਕਹਿੰਦੇ ਆਹ ਦੇਖ ਮੈਂ ਕੀ ਦੇਖ ਰਿਹਾ। ਫਿਰ ਤੂੰ ਸੁਧ ਜਨਮਿਓ ਸਦਨ ਉਜਾਰਾ। ਕਹਿਣ ਲੱਗੇ ਤੂੰ ਇੱਕ ਪੁੱਤਰ ਜੰਮਿਆ ਮੇਰੇ ਘਰ ਨੂੰ ਉਜਾੜਨ ਵਾਲਾ, ਮੇਰਾ ਘਰ ਉਜਾੜ ਕੇ ਰੱਖਤਾ ਤੂੰ ਜੰਮ ਕੇ। ਹਾਂਜੀ, ਕੀ ਕੀਤਾ ਤੂੰ ਹੈ, ਹੁਣ ਤੱਕ ਉਜਾੜਿਆ ਹੀ ਹੈ। ਫਿਰ ਆਰ ਬਲਾ ਲੱਗ ਮੈਂ ਤਬ ਚਾਲੀ। ਕਹਿੰਦੇ ਛੋਟੀ ਉਮਰ ਤੋਂ ਮੈਂ ਤੈਨੂੰ ਦੇਖਦਾ ਤੂੰ ਇਹੀ ਕੰਮ ਕਰਦਾ ਰਿਹਾ ਹੈ। ਬਸ ਤੱਕ ਹੋਏ ਕਿ ਆਲਸ ਖਾਲੀ। ਕਹਿੰਦਾ ਛੋਟਾ ਹੁੰਦਾ ਤੂੰ 2 ਸਾਲ ਦਾ ਨਹੀਂ ਹੋਇਆ ਸੀਗਾ, ਤੁਰਨ ਲੱਗਿਆ ਸਾਰੇ ਘਰ ਦੀਆਂ ਚੀਜ਼ਾਂ ਚੱਕ ਕੇ ਬਾਹਰ ਕਿਸੇ ਨੂੰ ਦੇ ਆਉਂਦਾ ਸੀ। ਘਰ ਮੇਰਾ ਖਾਲੀ ਕਰਤਾ, ਭਾਂਡਾ ਕੋਈ ਨਾ ਛੱਡਿਆ। ਉਚਿਤ ਕਮਾਵਨ ਆਪੀ ਪੈਸਾ। ਹਾਂ, ਕਹਿੰਦੇ ਉਚਿਤ ਕਮਾਉ, ਤੂੰ ਵੱਡਾ ਹੋ ਗਿਆ, ਹੁਣ ਤੇਰਾ ਸਮਾਂ ਕਮਾਉਣ ਦਾ। ਕਹਿੰਦੇ ਹੁਣ ਤੂੰ ਕੀ ਕਰਦਾ, ਆਪੀ ਪੈਸਾ, ਹੁਣ ਵੀ ਤੂੰ ਉਹੀ ਕੰਮ ਕਰਦਾ ਹੈ। ਕਹਿੰਦਾ ਹੈ ਅੱਗੇ ਤਾਂ ਤੂੰ ਜਿਹੜਾ ਹੈ ਘਰ ਦੀਆਂ ਚੀਜ਼ਾਂ ਬਾਹਰ ਕਰਦਾ, ਹੁਣ ਤਾਂ ਉਹ ਗਧੇ ਗੁਦੇ ਸਾਰੇ ਲਿਆ ਕੇ ਖੇਤਾਂ 'ਚ ਵਾੜਤੇ। ਹਾਂਜੀ, ਇਹ ਕੀ ਕੀਤਾ ਤੂੰ। ਕਰਨ ਕੁਕਾਜ ਲਗੇ ਪੁਨ ਐਸਾ। ਕਹਿਣ ਲੱਗੇ ਹੁਣ ਵੀ ਤੂੰ ਹਟਦਾ ਨਹੀਂ, ਐਡੇ ਭੈੜੇ ਭੈੜੇ ਕੰਮ ਕਰਦਾ ਤੂੰ ਹੈ, ਇਹ ਕੀ ਕੀਤਾ ਤੂੰ। ਫਿਰ ਮੁਝ ਪਛਾਤ ਖਾਹੇ ਕ੍ਰਿਤ ਕਰ। ਹਾਂ, ਕਹਿੰਦੇ ਕਿ ਜੋ ਮੈਂ ਮਰ ਗਿਆ ਤੂੰ ਕੀ ਖਾਏਗਾ ਮੇਰੇ ਪਿੱਛੋਂ, ਕੀ ਕਮਾਈ ਤੂੰ ਕਰੇਗਾ। ਹਾਂ, ਮੇਰੇ ਪਿੱਛੋਂ ਤੂੰ ਕਮਾਉਣ ਜੋਗਾ ਹੈਗਾ। ਨੋਰਮਲ ਨਾ ਪੰਜਾਬੀਆਂ ਦੇ ਡਾਇਲੌਗ ਹੁੰਦੇ ਆ ਜੀ। ਰਲੇ ਫਕੀਰ ਨ ਸੋ ਤਜ ਘਰ ਕੋ। ਕਹਿੰਦੇ ਤੂੰ ਕੀ ਕਰੇਗਾ, ਫਕੀਰਾਂ ਨਾਲ ਚੱਲ ਜੀ, ਸਾਧੂ ਬਣ ਜੀ। ਹਾਂਜੀ, ਚੱਲ ਜੀ ਘਰ ਛੱਡ ਕੇ ਉਹਨਾਂ ਨਾਲ ਤੁਰਿਆ ਫਰੀ ਭੁੱਖਾ ਭਾਣਾ। ਹੇਰ ਹੇਰ ਕਹਿ ਵਾਕ ਕਠੋਰਾ। ਹਾਂ, ਕਹਿੰਦੇ ਹੇਰ ਫਿਰ ਜਿਹੜਾ ਹੈ ਗੁੱਸਾ ਚੜ ਕੇ ਇੱਕ ਵਾਰੀ ਨਿਕਲ ਜਾਂਦਾ ਨਾ,
ਫਿਰ ਗੁਰੂ ਨਾਨਕ ਸਾਹਿਬ ਫਿਰ ਲੱਗ ਗਿਆ ਸੈਕੰਡ ਰਾਊਂਡ ਥਰਡ ਰਾਊਂਡ। ਸੋ ਐਂ ਕਰੀ ਗਿਆ ਜੀ ਕਈ ਵਾਰੀ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਜੀ ਲੱਖ ਕੁਚਾਲ ਕੋ ਰੋਸ ਨਾ ਥੋਰਾ। ਹਾਂ ਕਿ ਲੱਖ ਕੁਚਾਲ ਵੀ ਇਹ ਜਿਹੜਾ ਕੰਮ ਦੇਖਿਆ ਉਹਨੇ ਵੀ ਸਾਰੀ ਖੇਤੀ ਉਜਾੜ ਦਿੱਤੀ। ਕਹਿੰਦਾ ਇਹ ਦੇਖ ਕੇ ਨਾ ਰੋਸ ਨਾ ਥੋੜਾ ਉਹਦੇ ਵਿੱਚ ਇੰਨਾ ਗੁੱਸਾ ਸੀਗਾ ਬਾਬਾ ਮਹਿਤਾ ਕਾਲੂ ਸਾਰਿਆਂ ਨਹੀਂ ਜਾਂਦਾ ਸੀ। ਫਿਰ ਤੁਝ ਜਨਮੇ ਤੇ ਕੋ ਗੁਣ ਮੋਹੀ। ਕਹਿਣ ਲੱਗੇ ਤੇਰੇ ਜੰਮਣ ਦਾ ਮੈਨੂੰ ਕੀ ਫਾਇਦਾ ਹੋਇਆ। ਫਿਰ ਲੱਗਿਆ ਜੀ ਦੂਜਾ ਰਾਊਂਡ ਸੈਕੰਡ ਰਾਊਂਡ ਹੈ ਜੀ। ਸੋ ਕਹਿੰਦੇ ਤੇਰੇ ਜੰਮਣ ਦਾ ਮੈਨੂੰ ਕੀ ਫਾਇਦਾ ਹੋਇਆ। ਜਾਂ ਤੇ ਭਲੋ ਰਹਿਤ ਮੈਂ ਯੋ ਹੀ। ਕਹਿੰਦਾ ਜੇ ਚੰਗਾ ਹੁੰਦਾ ਤੂੰ ਨਹੀਂ ਜੰਮਦਾ, ਮੈਂ ਰਹਿ ਜਾਂਦਾ ਜਿਹੇ ਜਾਏਗਾ ਤੇ ਤੂੰ ਨਹੀਂ ਜੰਮਦਾ। ਇਹ ਵੀ ਕਹਿ ਦਿੱਤਾ ਜੀ ਨਾਲ। ਫਿਰ ਇੱਕ ਸਪੂਤ ਬਹੁਤ ਦਰਬ ਕਮਾਵੈ ਹੈ। ਮੈਂ ਕਹਿੰਦਾ ਮੇਰਾ ਇੱਕ ਪੁੱਤਰ ਆ ਤੂੰ ਇੱਕ ਕਮਾਉਣਾ ਤਾਂ ਸੀ ਜਿਹੜਾ ਹੈਗਾ ਉਹ ਵੀ ਗਵਾਤਾ। ਹਾਂਜੀ ਉਹ ਵੀ ਗਵਾਈ ਜਾਂਦਾ। ਕਹਿੰਦਾ ਕਮਾਉਣਾ ਤਾਂ ਪਰੇ ਰਿਹਾ ਤੇਰਾ। ਫਿਰ ਤੂੰ ਅਸ ਪਾ ਜੋ ਬਾਦ ਗਵਾਵੈ ਹੈ। ਹਾਂ ਕਹਿਣਗੇ ਤੂੰ ਮੇਰਾ ਇਹ ਜਿਹਾ ਪੁੱਤਰ ਆ ਜਿਹੜਾ ਹੈ ਬਿਨਾਂ ਅਰਥ ਤੋਂ ਹੀ ਗਵਾਈ ਜਾਂਦਾ ਹੈ ਵਿਦਆਊਟ ਰੀਜ਼ਨ ਹੀ। ਨੋ ਕਹਿੰਦਾ ਰੀਜ਼ਨ ਵੀ ਕੋਈ ਨਹੀਂ ਗਾ ਉਹੀ ਖਿਲਾਤਾ ਇਹਨਾਂ ਨੂੰ। ਹੋਰ ਖਾਣੇ ਨੂੰ ਥੋੜਾ ਪਿਆ ਸੀਗਾ ਜੰਗਲ ਜੁਗਲ ਜਾ ਇਹੀ ਖਿਲਾਉਣਾ ਸੀ। ਹਾਂਜੀ ਵਾਏ ਸੋ ਸਮਝ ਨਹੀਂ ਆ ਰਹੀ ਬਾਬਾ ਮਹਿਤਾ ਕਾਲੂ ਦੇ। ਫਿਰ ਜਾਏ ਨਗਰ ਪੁਨ ਤਿਜ ਪਰ ਸਦਨਾ। ਕਹਿਣ ਲੱਗੇ ਕੀ ਹੋਇਆ ਹੁਣ ਬਾਬਾ ਮਹਿਤਾ ਕਾਲੂ ਇੰਨਾ ਗੁੱਸੇ ਹੋਇਆ। ਗੁਰੂ ਨਾਨਕ ਸਾਹਿਬ ਜੀ ਚੁੱਪ ਕਰਕੇ ਬੈਠੇ ਰਹੇ, ਉਹ ਕੁਛ ਨਹੀਂ ਬੋਲੇ। ਹਾਂਜੀ ਚੁੱਪ ਕਰਕੇ ਸੁਣਦੇ ਰਹੇ ਜੀ, ਬੋਲਦੇ ਰਹੇ। ਅਖੀਰਕਾਰ ਬਾਬਾ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਹੁਣ ਇਹ ਤਾਂ ਕੁਝ ਕਹਿੰਦਾ ਨਹੀਂ ਗਾ, ਹੁਣ ਕੀ ਕਹੀਏ ਹੋਰ। ਬਾਬਾ ਮਹਿਤਾ ਕਾਲੂ ਜੀ ਹੋਰ ਗੁੱਸਾ ਜੜਾ ਹੋਇਆ ਸੀ ਜੀ, ਤਾਰਨਾ ਸੀ। ਕਿੱਥੇ ਗਿਆ ਉੱਥੇ ਚਲਿਆ ਗਿਆ ਪੰਡਤ ਹਰਦਿਆਲ ਦੇ ਘਰ, ਜਿਨ੍ਹਾਂ ਨੇ ਪ੍ਰੋਸਪੀ ਦਿੱਤੀ ਸੀਗੀ ਵੀ ਇਹ ਬਹੁਤ ਵੱਡਾ ਪੁਰਸ਼ ਬਣੇਗਾ, ਇਹਦੇ ਸਿਰ ਤੇ ਛਤਰ ਚੱਲਣਗੇ, ਇਹ ਦੁਨੀਆ ਤੇ ਰਾਜ ਕਰੇਗਾ। ਹੁਣ ਉਹਦੇ ਘਰ ਤੁਰ ਪਿਆ, ਕਹਿੰਦਾ ਉਹਨੂੰ ਜਾ ਕੇ ਫੜਦਾ ਮੈਂ। ਫਿਰ ਉਪਾਲੰਬ ਕੇ ਕਹਿ ਬਚ ਬਦਨਾ। ਕਹਿੰਦੇ ਕਿ ਉਲਾਂਬੇ ਦੇਣ ਵਾਸਤੇ, ਗੁੱਸੇ ਹੋਣ ਵਾਸਤੇ ਪੰਡਤ ਹਰਦਿਆਲ ਨੂੰ ਜਾ ਕੇ ਪੰਡਤ ਹਰਦਿਆਲ ਦਾ ਘਰ ਖੜਕਾ ਦਿੱਤਾ ਜੀ। ਜਾ ਕੇ ਉਹਦਾ ਦਰਵਾਜ਼ਾ ਖੜਕਾਇਆ। ਹੁਣ ਵੇਦ ਪੁਰਾਣ ਸਭੇ ਤੁਮ ਝੂਠੇ। ਕਹਿੰਦੇ ਕਿ ਪੰਡਤ ਹਰਦਿਆਲ ਨੇ ਖੋਲਿਆ, ਕੋਈ ਉਹਨੂੰ ਨਮਸਤੇ ਨਾ ਕੋਈ ਕੁਛ ਨਹੀਂ ਕਿਹਾ ਜੀ। ਉਹਨੇ ਦਰਵਾਜ਼ਾ ਖੋਲਿਆ ਜਾਂ ਕਹਿੰਦਾ ਤੇਰੇ ਵੇਦ ਕਿਤਾਬ ਸਾਰੇ ਝੂਠੇ ਨੇ। ਪੰਡਤ ਹਰਦਿਆਲ ਦੇਖਦਾ ਰਹਿ ਗਿਆ, ਕਹਿੰਦਾ ਸਾਰੇ ਝੂਠੇ ਨੇ ਜੀ, ਕੋਈ ਵੀ ਸੱਚਾ ਨਹੀਂ ਤੇਰਾ ਵੇਦ ਕਿਤਾਬ। ਸੁਦੇ ਕੋ ਹੋਤ ਹੈ ਪੁੱਠੇ। ਹਾਂ ਕਹਿੰਦੇ ਸੁਦੇ ਕੋ, ਹਾਂ ਸੁਦੇ ਕੋ ਤੂੰ ਕਹਿੰਦਾ ਸਿੱਧਾ, ਤੇਰੇ ਵੇਦ ਪੁੱਠੇ ਕਹਿੰਦੇ ਨੇ। ਹੈ ਤੂੰ ਸਾਰਾ ਹੀ ਗਲਤ ਹੈ ਤੇਰਾ ਕੰਮ। ਹਾਂ ਸਿੱਧਿਆਂ ਨੂੰ ਪੁੱਠੇ, ਪੁੱਠਿਆਂ ਨੂੰ ਸਿੱਧੇ ਕਹੀ ਜਾਂਦੇ ਆ, ਤੁਸੀਂ ਕਰਦੇ ਕੀ ਆ। ਫਿਰ ਕਿਦੋਂ ਨਾ ਤੁਮ ਤੇ ਜਾਤ ਵਿਚਾਰੇ। ਹਾਂ ਕਹਿੰਦੇ ਕਿਦੋਂ ਨਾ ਤੁਮ ਤੇ ਜਾਤ ਵਿਚਾਰੇ, ਜਾਂ ਤਾਂ ਤੇਰੇ ਵੇਦ ਝੂਠੇ ਆ ਜਾਂ ਤੈਨੂੰ ਪੜ੍ਹਨੇ ਨਹੀਂ ਆਉਂਦੇ, ਤੂੰ ਗਲਤ ਅਰਥ ਕਰੀ ਜਾਂਦਾ। ਇਹ ਜ਼ਰੂਰ ਕੋਈ ਫਰਕ ਹੈਗਾ, ਸਮਥਿੰਗ ਇਜ਼ ਰੋਂਗ। ਹਾਂਜੀ ਜਾਂ ਝੂਠੇ ਆ ਨਾ ਜਾਂ ਤੂੰ ਝੂਠ ਬੋਲ ਰਿਹਾ। ਹਾਂਜੀ ਫਿਰ ਜਦੋਂ ਹਰ ਕ ਹਿੱਤ ਪਾਦ ਉਚਾਰੇ। ਹਾਂ ਜਾਂ ਤੂੰ ਮੈਨੂੰ ਖੁਸ਼ ਕਰਨ ਵਾਸਤੇ ਇੰਨੀਆਂ ਚੰਗੀਆਂ ਚੰਗੀਆਂ ਗੱਲਾਂ ਕਰ ਗਿਆ ਜਦੋਂ ਜੰਮਿਆ ਸੀਗਾ। ਹਾਂਜੀ ਤੂੰ ਚੈੱਕ ਕੀਤਾ ਸਰੀਰ, ਤੂੰ ਕਹਿੰਦਾ ਵੀ ਬਾਹਾਂ ਲੰਮੀਆਂ ਜੀ, ਆ ਜੀ ਉਹ ਜੀ, ਤੂੰ ਕਰਕੇ ਜੀ ਤੂੰ ਪੂਰਾ ਕਰਕੇ ਜਨਮ ਪੱਤਰੀ ਤੂੰ ਬਣਾਈ ਬੜੀ ਸੋਹਣੀ। ਹਾਂਜੀ ਸਾਰਾ ਘਰ ਖੁਸ਼ ਹੋ ਗਿਆ ਵੀ ਸਾਡੇ ਘਰ ਵਿੱਚ ਰੱਬ ਆ ਗਿਆ। ਤੇ ਇਹ ਕੀ ਹੋਇਆ ਜੀ ਹੁਣ। ਹਾਂਜੀ ਤੇ ਸਾਰਾ ਝੂਠਾ ਕਹਿੰਦਾ ਤੇਰਾ। ਫਿਰ ਭਲੀ ਛਤਰ ਕੀ ਦੀਨ ਵਟਾਈ। ਕਹਿੰਦੇ ਕਿ ਚੰਗਾ ਤੂੰ ਕਹਿੰਦਾ ਸੀ ਛਤਰ ਚੱਲਣਗੇ। ਹੈ ਜਿਹੜਾ ਮੇਰਾ ਘਰ ਹੈਗਾ ਮੇਰੀ ਛੱਤ ਉਹ ਨਹੀਂ ਰਹਿਣੀ, ਤੂੰ ਛਤਰ ਘਮਾਉਂਦਾ ਫਿਰਦਾ। ਹਾਂਜੀ ਕਹਿੰਦਾ ਦੁਨੀਆ ਦੀ ਛਤਰ ਚੱਲਣਗੇ, ਮੈਨੂੰ ਤਾਂ ਫਿਕਰ ਆ ਮੇਰੇ ਘਰ ਦੀ ਛੱਤ ਰਹੇਗੀ ਕਿ ਨਹੀਂ। ਹਾਂਜੀ ਪੂਰਬ ਐਸ਼ਵਰ ਜਾਸ ਘਟਾਈ। ਹਾਂ ਕਹਿਣਗੇ ਪੂਰਬ ਐਸ਼ਵਰ ਰਾਜ ਜਸ ਘਟਾਈ। ਤੂੰ ਤਾਂ ਕਹਿੰਦਾ ਇਹ ਬਤਾਏਗਾ, ਇਹ ਜਿਹੜਾ ਦੁਨੀਆ ਤੇ ਰੋਸ਼ਨਾਈ ਲੈ ਕੇ ਆਊਗਾ, ਸਾਰੀ ਦੁਨੀਆ ਤੇ ਜਿਹੜਾ ਹੈ ਇਹ ਵਸੇਰਾ ਹੋਊਗਾ, ਸਾਰੀ ਦੁਨੀਆ ਇਹਨੂੰ ਜਾਣੇਗੀ। ਜਿਹੜਾ ਹੈਗਾ ਉਹ ਵੀ ਘਟਾਈ ਜਾਂਦਾ ਇਹ, ਹੋਰ ਤਾਂ ਵਧਾਉਣਾ ਕੀ ਰਿਹਾ। ਹਾਂਜੀ ਜਿਹੜਾ ਹੈਗਾ ਉਹ ਵੀ ਨਹੀਂ ਰਹਿਣਾ ਮੇਰਾ। ਫਿਰ ਅਬ ਬੀਜੋ ਸਭ ਖੇਤ ਨਿਪਾਤੋ। ਹਾਂ ਕਹਿਣ ਲੱਗਿਆ ਸਾਰਾ ਖੇਤ ਬੀਜ ਕੇ ਸਾਰਾ ਉਜਾੜ ਵੀ ਦਿੱਤਾ ਇਹਨੇ। ਫਿਰ ਪਸ ਚਰਵਾਏ ਨਾ ਕੀਨੀ ਤਰਾਤੂ। ਹਾਂ ਕਹਿੰਦੇ ਕਿ ਰਖਵਾਲੀ ਤਾਂ ਕੀ ਕਹਿੰਦੇ ਬੈਠਾ ਉੱਥੇ ਚਰਾ ਰਿਹਾ ਹੈ ਜੀ। ਹਾਂਜੀ ਹਟਾਉਣਾ ਤਾਂ ਕੀ ਸੀ, ਸਗੋਂ ਆਪ ਉਹਨਾਂ ਨੂੰ ਖਿਲਾ ਰਿਹਾ ਸੀਗਾ ਜਾਨਵਰਾਂ ਨੂੰ। ਹਾਂਜੀ ਫਿਰ ਜਬ ਕੋ ਜਨਮਿਓ ਇਨ ਸੁਧ ਲੀਨੀ। ਹਾਂ ਕਹਿੰਦੇ ਕਿ ਜਦੋਂ ਦੀ ਕਹਿੰਦਾ ਇਹਨੇ ਜਨਮ ਲਿਆ ਹੈ, ਮੇਰੇ ਘਰ 'ਚ ਮੇਰੇ ਪੁੱਤਰ ਨੇ ਜਨਮ ਲਿਆ ਹੈ, ਜਦੋਂ ਦੀ ਇਹਨੇ ਹੋਸ਼ ਸੰਭਾਲੀ ਆ। ਫਿਰ ਤਨ ਖੱਟਣ ਕੀ ਕਿਰਤ ਨਾ ਕੀਨੀ। ਕਹਿਣ ਲੱਗੇ ਅੱਜ ਤੱਕ ਤਨ ਖੱਟਣ ਦੀ ਇਹਨੇ ਕੋਈ ਵੀ ਕੰਮ ਨਹੀਂ ਕੀਤਾ ਜਿਹੜਾ ਕੋਈ ਕਮਾ ਕੇ ਲੈ ਕੇ ਆਵੇ ਘਰ ਨੂੰ। ਅੱਜ ਤੱਕ ਇੱਕ ਪੈਸਾ ਨਹੀਂ ਕਮਾ ਕੇ ਲਿਆਂਦਾ ਜੀ ਇਹਨੇ। ਖੋਇਓ ਸੰਚਿਓ ਪੂਰਬ ਮੇਰੋ। ਜਿਹੜਾ ਮੇਰਾ ਰੱਖਿਆ ਹੋਇਆ ਉਹ ਵੀ ਉਜਾੜੀ ਜਾਂਦਾ। ਹਾਂਜੀ ਜਿਹੜਾ ਮੇਰਾ ਸੇਵਿੰਗ ਸੀਗਾ ਉਹ ਵੀ ਜਾ ਰਿਹਾ ਹੈ ਜੀ, ਉਹ ਵੀ ਖਤਮ ਹੋ ਜਾਣਾ ਹੈ। ਜਾਂ ਤੇ ਬੇਫਲ ਭਇਓ ਬਚ ਤੇਰੋ। ਕਹਿਣ ਲੱਗੇ ਪੰਡਤ ਜੋ ਤੂੰ ਕਿਹਾ ਸੀ ਨਾ ਸਾਰਾ ਹੀ ਝੂਠਾ, ਕੁਛ ਵੀ ਨਹੀਂ ਤੇਰਾ ਠੀਕ ਆ ਰਿਹਾ। ਮੈਂ ਤਾਂ ਆਪਣੇ ਦਿਮਾਗ 'ਚ ਰੱਖੀ ਬੈਠਾ ਸੀਗਾ ਵੀ ਤੂੰ ਜੋ ਕਿਹਾ ਸੱਚ ਕਿਹਾ ਹੋਊਗਾ। ਹਾਂਜੀ ਇਹ ਹੋਗਾ ਉਹ ਹੋਗਾ। ਮੇਰੇ ਤਾਂ ਡ੍ਰੀਮਸ ਬਹੁਤ ਵੱਡੇ ਸੀਗੇ, ਪਰ ਜਿਹੜੇ ਹੈਗੇ ਸੀਗਾ ਜਿਹੜਾ ਮੇਰੇ ਕੋਲ ਪਿਆ ਉਹ ਨਹੀਂ ਰਹਿਣਾ ਮੇਰਾ। ਮੇਰੇ ਡ੍ਰੀਮਸ ਤਾਂ ਦੂਰ ਦੀ ਗੱਲ ਹੈ। ਫਿਰ ਬੋਲਿਓ ਬਚਨ ਵਿਪਰ ਪਰ ਭਿੰਨਾ। ਹੁਣ ਇਹ ਪੰਡਤ ਹਰਦਿਆਲ ਸਿਆਣਾ ਸੀਗਾ, ਉਹ ਦੇਖਿਆ ਵੀ ਬਾਬਾ ਮਹਿਤਾ ਕਾਲੂ ਜੀ ਕਾਫੀ ਗਰਮ ਹੋ ਕੇ ਆਇਆ, ਗੁੱਸੇ ਵਿੱਚ ਆਇਆ, ਤੇ ਉਹ ਦੇਖ ਕੇ ਤੇ ਬੜੇ ਕੂਲਲੀ ਪੰਡਤ ਹਰਦਿਆਲ ਕਹਿੰਦਾ ਜੇ ਮਨ ਸ੍ਰੀ ਨਾਨਕ ਜਸ ਲੀਨਾ। ਕਿਉਂਕਿ ਇਹਦਾ ਮਨ ਵੀ ਗੁਰੂ ਨਾਨਕ ਨੇ
ਗੁਰੂ ਨਾਨਕ ਸਾਹਿਬ ਜੀ ਵਿੱਚ ਜੁੜਿਆ ਹੋਇਆ ਸੀ। ਇਹਨੂੰ ਵੀ ਪਤਾ ਸੀ ਵੀ ਪਰਮੇਸ਼ਰ ਰੂਪ ਨੇ, ਉਹ ਤਾਂ ਆਪ ਗੁਰੂ ਨਾਨਕ ਦਾ ਸਿਮਰਨ ਕਰਨ ਵਾਲਾ ਸੀਗਾ ਤੇ ਉਹਦਾ ਮਨ ਤਾਂ ਜੁੜਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਨਾਲ। ਫਿਰ ਸੁਨ ਕਾਲੂ ਤੂੰ ਮੂਲੋ ਭੂਲਾ। ਕਹਿੰਦਾ ਸੁਣੋ ਕਾਲੂ, ਕਹਿੰਦੇ ਹੇ ਕਾਲੂ ਮੇਰੀ ਗੱਲ ਸੁਣ। ਪੰਡਤ ਕਹਿੰਦਾ, ਪੰਡਤ ਹਰਦਿਆਲ ਕਹਿੰਦਾ ਤੂੰ ਮੂਲੋ ਭੁੱਲਾ, ਤੂੰ ਪਹਿਲਾਂ ਤੋਂ ਹੀ ਭੁੱਲਿਆ ਹੋਇਆ ਹੈ। ਤੇਰਾ ਨਾਂ ਕਿਹੜਾ ਹੈ? ਕਹਿੰਦਾ ਤੂੰ ਮੂਲ ਚੰਦ ਹੈ, ਮੈਂ ਤਾਂ ਕਾਲੂ ਜੀ ਤੇਰਾ ਨਾਂ, ਪਰ ਤੂੰ ਮੂਲ ਤੋਂ ਹੀ ਭੁੱਲਿਆ ਹੋਇਆ, ਤੈਨੂੰ ਪਹਿਲਾਂ ਤੋਂ ਨਹੀਂ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਹਾਂ। ਸੁੱਧ ਸੁਸ਼ੀਲ ਤੇ ਨਿਤ ਪ੍ਰਤਕੂਲਾ। ਤੂੰ ਆਪਣੇ ਸਿਆਣੇ ਪੁੱਤਰ ਦੇ ਉਲਟ ਕਿਉਂ ਰਹਿੰਦਾ ਹੈ? ਜੋ ਤੇਰਾ ਪੁੱਤਰ ਕਰਦਾ ਤੂੰ ਹਮੇਸ਼ਾ ਪੁੱਠਾ ਹੀ ਚੱਲਦਾ ਹੈ। ਬਾਬਾ ਮਹਿਤਾ ਕਾਲੂ ਜੀ ਨੇ ਕਹਿੰਦੇ ਤੂੰ ਕਿਉਂ ਆਪਣੇ ਪੁੱਤਰ ਦੇ ਪਿੱਛੇ ਪਿਆ ਹੱਥ ਧੋ ਕੇ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹੱਥ ਧੋ ਕੇ ਪਿੱਛੇ ਪਾਣਾ, ਕਹਿੰਦਾ ਤੂੰ ਕਿਉਂ ਹੱਥ ਧੋ ਕੇ ਪਿੱਛੇ ਪਿਆ? ਫਿਰ ਬਾਰ-ਬਾਰ ਮੈਂ ਤੁਝ ਸਮਝਾਉ। ਪੰਡਤ ਹਰਦਿਆਲ ਕਹਿੰਦਾ ਮੈਂ ਤੈਨੂੰ ਕਿੰਨੀ ਵਾਰੀ ਸਮਝਾਵਾਂ, ਹੈਂਜੀ ਕਿੰਨੀ ਵਾਰੀ ਮੈਂ ਤੈਨੂੰ ਸਮਝਾਵਾਂ। ਹੁਣ ਜਗਤ ਉਦਾਹਰਨ ਇਹ ਹਿਤ ਇਹ ਤਾਂ ਜਗਤ ਉਦਾਹਰਨ ਵਾਸਤੇ ਆਇਆ ਹੈ, ਇਹ ਤੇਰੀ ਮਾਇਆ ਇਕੱਠੀ ਕਰਨ ਵਾਸਤੇ ਨਹੀਂ ਆਇਆ। ਹਾਂਜੀ ਇਹ ਤਾਂ ਜਗਤ ਨੂੰ ਉਦਾਹਰਨ ਵਾਸਤੇ ਆਇਆ ਹੈ। ਪਰ ਬਾਬਾ ਮਹਿਤਾ ਕਾਲੂ ਕੌਣ ਸਮਝਾਵੇ ਵੀ ਜਗਤ ਨੂੰ ਉਦਾਹਰਨਾ ਕੀ ਹੁੰਦਾ ਹੈ, ਵੀ ਕੀ ਹੈ ਜਗਤ ਨੂੰ ਉਦਾਹਰਨਾ। ਵੀ ਕਹਿੰਦਾ ਵੀ ਇਹ ਤਾਂ ਜਗਤ ਨੂੰ ਉਦਾਹਰਨ ਵਾਸਤੇ ਆਇਆ। ਫਿਰ ਭਗਵਤ ਗੀਤਾ ਸਾਰ ਵਿਚਾਰਾ। ਹਾਂ ਕਹਿਣ ਲੱਗੇ ਤੂੰ ਦੇਖਿਆ ਹੀ ਆ ਸਪਤ ਸ਼ਲੋਕੀ ਗੀਤਾ ਦੇ ਅਰਥ ਤੈਨੂੰ ਕੱਢ ਕੇ ਸੁਣਾਤੇ। ਮੈਂ ਇਹਨੂੰ ਕਦੋਂ ਸੰਸਕ੍ਰਿਤ ਪੜ੍ਹਾਈ ਆ? ਕਹਿੰਦੇ ਨੇ ਇਹਨੇ ਗੀਤਾ ਦੇ ਅਰਥ ਕਰਕੇ ਦੱਸ ਦਿੱਤੇ। ਫਿਰ ਤੂੰ ਕੀ ਚਾਹੁੰਦਾ ਹੋਰ? ਫਿਰ ਕਰੈ ਪੜੇ ਬਿਨ ਸ਼ਬਦ ਉਚਾਰਾ। ਹਾਂ ਕਹਿਣ ਲੱਗੇ ਇਹਨੇ ਪੜ੍ਹ ਲਏ, ਵਿਚਾਰ ਵੀ ਲਏ ਤੇ ਇਹਨੂੰ ਕਿਤੇ ਪੜ੍ਹਾਇਆ ਵੀ ਨਹੀਂ ਸੀ। ਕਹਿੰਦਾ ਤੂੰ ਇਹ ਗੱਲ ਸੋਚੀ ਨਹੀਂ ਕਿਤੇ, ਇਹਦੇ ਵਿੱਚ ਇੰਨੀ ਬੁੱਧੀ ਕਿੱਥੋਂ ਆ ਗਈ? ਹਾਂਜੀ ਇਹ ਜਿਹੜਾ ਭਗਵਤ ਗੀਤਾ ਦੇ ਵੱਡੇ ਵੱਡੇ ਪੰਡਤ ਜਿਹੜੇ ਹਨ ਉਹ ਵੀ ਹਿਲ ਜਾਂਦੇ ਨੇ ਉਹ ਅਰਥ ਕਰਦੇ। ਕਹਿੰਦੇ ਇਹਨਾਂ ਤਾਂ ਕਰਕੇ ਦਿਖਾਤੇ ਤੈਨੂੰ 4-5 ਸਾਲ ਉਮਰ ਦੀ ਜੀ। ਫਿਰ ਜਿਨ ਮੋਕੋ ਸ਼ੁਭ ਦੀਨੋ ਗਿਆਨਾ। ਫਿਰ ਕਹਿੰਦਾ ਪੰਡਤ ਹਰਦਿਆਲ ਕਹਿੰਦਾ ਮੈਨੂੰ ਗਿਆਨ ਦਿੱਤਾ ਉਹਨੇ, ਮੈਨੂੰ ਉਪਦੇਸ਼ ਦਿੱਤਾ। ਜਦੋਂ ਜਨੇਊ ਮੈਂ ਪਾਉਂਦਾ ਸੀ ਉਦੋਂ ਮੈਨੂੰ ਕਿੰਨਾ ਉਪਦੇਸ਼ ਦਿੱਤਾ ਇਹਨੇ, ਮੈਨੂੰ ਤਾਂ ਬ੍ਰਹਮ ਗਿਆਨ ਕਰਾਤਾ ਇਹਨੇ ਤੇਰੇ ਬੱਚੇ ਨੇ। ਫਿਰ ਜੇ ਬਚ ਸੁਨ ਮਮ ਮਨ ਠਹਿਰਾਨਾ। ਕਹਿਣ ਲੱਗੇ ਉਹਦੇ ਬਚਨ ਸੁਣ ਕੇ ਮੇਰਾ ਮਨ ਠਹਿਰ ਗਿਆ, ਹੁਣ ਮੇਰਾ ਮਨ ਭਟਕਦਾ ਨਹੀਂ, ਮੇਰਾ ਮਨ ਠਹਿਰ ਗਿਆ ਹੁਣ। ਲੋਕ ਉਦਾਹਰਨ ਕਰੇ ਅਨੇਕ। ਕਹਿਣ ਲੱਗੇ ਇਹਨੇ ਲੱਖਾਂ ਕਰੋੜਾਂ ਲੋਕਾਂ ਦਾ ਉਦਾਰ ਕਰਨਾ ਹੈ, ਇਹਨੇ ਲਿਬਰੇਟ ਕਰਨਾ ਜੀ ਦੁਨੀਆ ਨੂੰ। ਜਪ ਹੈ ਜਾਪ ਜੋ ਪਾਏ ਵਿਵੇਕ। ਜੋ ਵੀ ਇਹਦਾ ਕਿਹਾ ਹੋਇਆ ਜਾਪ ਜਪੇਗਾ ਉਹਦੀ ਮੁਕਤੀ ਹੋਵੇਗੀ ਜੀ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਮੁਝ ਕੋ ਦੀਸਤ ਬਿਸ਼ਨ ਸਮਾਨਾ। ਮੈਨੂੰ ਤਾਂ ਇਹ ਲੱਗਦਾ ਵੀ ਇਹ ਪਰਮੇਸ਼ਰੀ ਹੈ, ਮੈਨੂੰ ਤਾਂ ਰੱਬ ਹੈ ਇਹ ਪਰਮੇਸ਼ਰ ਹੈ, ਵਾਹਿਗੁਰੂ ਆ ਮੇਰੇ ਵਾਸਤੇ। ਕਲਾਵਾਨ ਸਭ ਸ਼ੁਭ ਗੁਣ ਖਾਨਾ। ਕਹਿੰਦੇ ਕਲਾਵਾਨ ਸ਼ਕਤੀ ਵਾਲਾ ਹੈ ਜੀ, ਤੇ ਜਿਹੜਾ ਹਨ ਗੁਣਾਂ ਦੀ ਖਾਨ ਹੈ, ਟ੍ਰੈਸ਼ਰ ਆਫ ਵਰਚੂਸ ਹੈ ਇਹ, ਇਹਦੇ ਵਿੱਚ ਸਾਰੇ ਗੁਣ ਨੇ ਦੁਨੀਆ ਦੇ, ਇਹ ਗੁਣ ਦੇਣ ਵਾਲਾ ਹੈ। ਫਿਰ ਵਿਪਰ ਬਚਨ ਸੁਣ ਕਰ ਤਬ ਕਾਲੂ। ਹੁਣ ਬਚਨ ਤਾਂ ਸੁਣ ਲੈ ਬਾਬਾ ਮਹਿਤਾ ਕਾਲੂ ਜੀ ਨੇ, ਹਾਂਜੀ ਆਪ ਵੀ ਕਹਤੇ ਸੁਣ ਵੀ ਲਈ ਹੁਣ ਪੰਡਤ ਹਰਦਿਆਲ ਤੋਂ। ਫਿਰ ਕੀ ਹੋਇਆ ਜੀ? ਸਦਨੇ ਆਇਓ ਰੋਜ਼ ਬਸਾਲੂ। ਫੇਰ ਘਰੇ ਆ ਗਿਆ ਜੀ, ਘਰੇ ਆ ਕੇ ਹਜੇ ਵੀ ਗੁੱਸਾ ਹੈ ਜੀ, ਅਜੇ ਗੁੱਸਾ ਉਤਰਿਆ ਨਹੀਂ ਜੀ। ਤੇ ਪਾਛੇ ਸ੍ਰੀ ਗੁਰ ਜਗਤੇਸ਼ਾ। ਕਹਿਣ ਲੱਗੇ ਤੈ ਪਾਛੇ, ਉਸ ਤੋਂ ਪਿੱਛੋਂ ਗੁਰੂ ਨਾਨਕ ਸਾਹਿਬ ਜੀ ਜਗਤ ਦੇ ਏਸ ਜਗਤ ਦੇ ਮਾਲਕ। ਹਾਂਜੀ ਰਹਿਤ ਉਦਾਸ ਦੁਰਾਏ ਬੇਸਾ। ਮਹਾਰਾਜ ਘਰੇ ਨਹੀਂ ਆਏ, ਕਿਤੇ ਲੁਕ ਗਏ ਜੀ ਜਾ ਕੇ। ਮਹਾਰਾਜ ਕਿਤੇ ਬਹਿ ਗਏ ਜਾ ਕੇ, ਪਾਸੇ ਹੋ ਗਏ ਵੀ ਪਿਤਾ ਨੂੰ ਗੁੱਸਾ ਚੜਿਆ ਹੋਇਆ ਹੈ, ਜਦੋਂ ਸੰਡੇ ਜੇ ਹੋ ਜਾਣਗੇ ਫਿਰ ਘਰੇ ਆ ਜਾਣਗੇ। ਹਾਂਜੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਜਿਹੜਾ ਹੈ ਉਹਨਾਂ ਨੇ ਜਾਣ ਲਿਆ ਵੀ ਹੁਣ ਜਿਹੜਾ ਮੈਂ ਮੂਹਰੇ ਜਾਊਂਗਾ ਫਿਰ ਉਹਨਾਂ ਨੇ ਗਾਲਾਂ ਕੱਢਣ ਲੱਗ ਜਾਣਾ। ਹਾਂਜੀ ਤੇ ਗੁਰੂ ਨਾਨਕ ਮਹਾਰਾਜ ਜੀ ਘਰੇ ਨਹੀਂ ਆਏ, ਕਹਿੰਦੇ ਘਰੇ ਵੀ ਆਏ ਲੁਕ ਕੇ ਪਿੱਛੇ ਜਾ ਕੇ ਬਹਿ ਗਏ, ਕਿਤੇ ਸਾਹਮਣੇ ਨਹੀਂ ਆਏ। ਫਿਰ ਕੋ ਕਲਾਵਾਨ ਕਰ ਕਹੀ। ਕਹਿਣ ਲੱਗੇ ਕੋ ਕਹਿਣ ਲੱਗੇ ਜਿਹੜਾ ਹੈ ਕਹਿੰਦਾ ਸਾਰੀ ਦੁਨੀਆ ਕਹਿ ਰਹੀ ਹੈ ਵੀ ਇਹ ਕਲਾਵਾਨ ਹੈ, ਕਲਾ ਸ਼ਕਤੀ ਉਹਦਾ ਮਾਲਕ ਹੈ ਇਹ। ਜੋ ਸਤ ਸੰਗੀ ਮਾਨਵ ਇਹੀ। ਜੋ ਸਤ ਸੰਗੀ ਲੋਕ ਨੇ, ਸ਼ਰਧਾ ਵਾਲੇ ਨੇ, ਉਹਨਾਂ ਵਾਸਤੇ ਤਾਂ ਇਹ ਗੁਰੂ ਨਾਨਕ ਸਾਹਿਬ ਜੀ ਕਲਾਵਾਨ ਨੇ, ਪਰਮਾਤਮਾ ਰੂਪ ਨੇ। ਫਿਰ ਨਰ ਮਤ ਮੰਦ ਨਾ ਲੱਖ ਸੁਕੰਦਾ। ਕਹਿਣਗੇ ਨਰ ਮਤ, ਪਰ ਜਿਹੜੀ ਬੰਦੇ ਦੀ ਮਤ ਹੁੰਦੀ ਨਾ ਬੰਦਿਆਂ ਵਾਲੀ, ਉਹ ਨਹੀਂ ਸਮਝਦੇ। ਜਿਨ੍ਹਾਂ ਨੂੰ ਸਿਰਫ ਡਾਲਰ ਸਾਈਨ ਦਿਸਦੇ ਨੇ, ਜਿਹਨੂੰ ਪ੍ਰੋਫਿਟ ਐਂਡ ਲਾਸ ਦਿਸਦਾ ਹੈ, ਉਹਨੂੰ ਫਿਰ ਪਰਮਾਤਮਾ ਨਹੀਂ ਦਿਸਦਾ। ਉਹ ਸਿਰਫ ਸਾਰੀ ਗੱਲ ਨੂੰ ਆਪਣੀ ਪ੍ਰੋਫਿਟ ਵੈਲਥ ਦੀ ਪ੍ਰੋਫਿਟ 'ਚ ਦੇਖਦੇ ਨੇ, ਵੈਲਥ ਦੀ ਲਾਸ ਵਿੱਚ ਦੇਖਦੇ ਨੇ, ਉਹ ਹੋਰ ਕੁਝ ਨਹੀਂ ਦੇਖਦੇ, ਉਹਨਾਂ ਨੂੰ ਸੋਝੀ ਹੁੰਦੀ ਨਹੀਂ। ਫਿਰ ਨਾ ਜਾਣ ਹੈ ਇਹ ਰੂਪ ਮੁਕੰਦਾ। ਹਾਂ ਕਹਿਣਗੇ ਉਹ ਕਿੱਥੇ ਜਾਣਨਗੇ ਵੀ ਮੁਕਤੀ ਦਾ ਦਾਤਾ ਹੈ ਗੁਰੂ ਨਾਨਕ, ਮੁਕਤੀ ਲਿਬਰੇਟ ਕਰਨ ਆਇਆ ਦੁਨੀਆ ਨੂੰ। ਬਹਿਰ ਨਗਰ ਤੇ ਬਿਟਪ ਜੋ ਦੂਰਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਹੁਣ ਪਿੰਡ ਤੋਂ ਨਾ ਥੋੜਾ ਬਾਹਰ ਨਿਕਲ ਗਏ, ਜਿੱਥੇ ਬਹੁਤ ਸਾਰੇ ਦਰਖਤ ਟਰੀਜ਼ ਲੱਗੇ ਹੋਏ ਹਨ ਉੱਚੇ ਉੱਚੇ। ਹਾਂਜੀ ਬਾਸੁਰ ਬੈਸ ਹੈ ਤੇ ਜਗਮੂਰਾ। ਕਹਿਣ ਲੱਗੇ ਬਾਸੁਰ ਬੈਸੇ, ਕਹਿੰਦੇ ਸਾਰਾ ਦਿਨ ਗੁਰੂ ਨਾਨਕ ਸਾਹਿਬ ਜੀ ਨਾ ਉਹ ਦਰਖਤ ਦੇ ਥੱਲੇ ਬੈਠੇ ਰਹਿੰਦੇ ਹਨ। ਬੈਠੇ ਕਿ ਤਹ ਜਗ ਮੂਰਾ, ਕਹਿੰਦੇ ਲੱਗੇ ਜਗ ਦਾ ਮੂਲ, ਜਗ ਦਾ ਜਿਹੜਾ ਹੈ origin, ਪਰ ਗੁਰੂ ਨਾਨਕ ਕਹਿੰਦੇ ਕਿ ਉਹ ਇੱਕ ਦਰਖਤ ਦੇ ਥੱਲੇ ਬੈਠੇ ਰਹਿੰਦੇ ਨੇ ਜੀ ਸਾਰਾ ਦਿਨ। ਕਾਲ ਬਿਤਾਵਹਿ ਰਹਿਤ ਇਕਾਕੀ। ਕਹਿੰਦੇ ਇਕੱਲੇ ਰਹਿੰਦੇ ਨੇ ਤੇ ਆਪਣਾ ਸਮਾਂ ਗੁਜ਼ਾਰਦੇ, ਇਕੱਲੇ ਹੀ ਬੈਠੇ ਰਹਿੰਦੇ ਨੇ, ਟਰੀ ਦੇ ਥੱਲੇ ਚੁੱਪ ਕਰਕੇ ਬੈਠੇ ਹੁੰਦੇ ਹਨ। ਬੋਲਣ ਮਿਲਣ ਨਾ ਲੈ ਸੁਤ ਕਾਕੀ। ਕਿਸੇ ਦੀ ਖਬਰ ਨਹੀਂ ਲੈਂਦੇ, ਕਿਸੇ ਨਾਲ ਬੋਲਦੇ ਨਹੀਂ ਗੁਰੂ ਨਾਨਕ ਸਾਹਿਬ ਜੀ, ਚੁੱਪ ਕਰ ਗਏ ਜੀ। ਹੁਣ
ਬੈਠ ਜਾਂਦੇ ਹਨ। ਏਕ ਦਿਵਸ ਪਾਦਪ ਤਲ ਸੁੰਦਰ। ਕਹਿਣਗੇ ਇੱਕ ਦਿਨ ਕੀ ਹੋਇਆ, ਉਹ ਬ੍ਰਿਛ ਜਿਹੜਾ ਸੀ ਨਾ, ਟਰੀ ਦੀ ਛਾਂ ਆਉਂਦੀ ਸੀਗੀ, ਦ ਸ਼ੈਡੋ ਆਫ ਦ ਟਰੀ ਨਾ। ਸੋ ਸ਼ੈਡੋ ਦੇ ਥੱਲੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਕਾਫੀ ਸ਼ੈਡੋ, ਸੋਹਣੀ ਠੰਡੀ ਹਵਾ ਚੱਲ ਰਹੀ ਸੀਗੀ। ਸਗਨ ਛਾਉ ਬੈਠੇ ਗੁਣ ਮੰਦਰ। ਸੋ ਗੁਰੂ ਮੰਦਰ, ਹਾਂਜੀ, ਗੁਰੂ ਨਾਨਕ ਸਾਹਿਬ ਜੀ ਥੱਲੇ ਬੈਠੇ ਉਹ ਛਾਂ ਦਾ ਆਨੰਦ ਮਾਣ ਰਹੇ ਸਨ। ਜਬ ਦਿਨ ਕੇ ਯੁਗ ਜਾਮ ਬਤਾਏ। ਕਿ ਜੋ ਦੋ ਪਹਿਰ ਜਿਹੜਾ ਹਨ ਹੋ ਗਏ ਜੀ, ਆਪਾਂ ਕਹਿੰਦੇ ਦੁਪਹਿਰਾ, ਦੋ ਪਹਿਰ ਦਿਨ ਦੇ ਬੀਤ ਗਏ। that means from the sunrise up to 6 hours after sunrise। ਸੋ ਕੀ ਹੋਇਆ ਜੀ, ਦੋ ਪਹਿਰ ਬੀਤ ਗਏ ਜਦੋਂ ਦੁਖ ਮੋਚਨ ਲੋਚਨ ਅਲਸਾਏ। ਕਹਿਣ ਲੱਗੇ ਦੁੱਖ ਮੋਚਨ, ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਅੱਖਾਂ ਵਿੱਚ ਨੀਂਦ ਆ ਗਈ ਜੀ। ਹੁਣ ਹੀ ਫੈਲਟ ਸਲੀਪੀ, ਹਾਂਜੀ। ਸੋ ਥੋੜੀ ਅੱਖਾਂ ਵਿੱਚ ਨੀਂਦ ਆ ਗਈ ਜੀ। ਸੁੰਦਰ ਬਸਤਰ ਵਿਛਾਏ ਪਿਛੋਨਾ। ਕੀ ਕੀਤਾ ਗੁਰੂ ਨਾਨਕ ਸਾਹਿਬ ਨੇ, ਚਿੱਟਾ ਕੱਪੜਾ ਨਾ ਉਹ ਦਰਖਤ ਦੇ ਥੱਲੇ, ਛਾਂ ਦੇ ਥੱਲੇ ਮਹਾਰਾਜ ਨੇ ਜਦ ਚਿੱਟਾ ਕੱਪੜਾ ਵਿਛਾ ਕੇ ਪੌਡੇ ਪੁੰਨ ਅਨਕੰਪਾ ਭੋਨਾ। ਕਹਿੰਦੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਨਾ ਉਹ ਕੱਪੜੇ ਤੇ ਲੰਮੇ ਪੈ ਗਏ, ਹਾਂਜੀ। ਸੋ ਕੱਪੜਾ ਵਿਛਾ ਕੇ ਤੇ ਉੱਤੇ ਲੰਮੇ ਪੈ ਗਏ ਜੀ। ਦੋਏ ਮਹੂਰਤ ਜਬ ਹੈ ਬੇਤਾਵਾ। ਦੋ ਮੁਹੂਰਤ ਮਤਲਬ 4 ਘੜੀਆਂ, 4 ਘੜੀਆਂ ਵਿੱਚ 1 ਘੜੀ 24 ਮਿੰਟਸ। ਸੋ ਕਿੰਨਾ ਹੋਇਆ ਜੀ, 24 times 4, ਹਾਂਜੀ। ਸੋ ਕੈਲਕੂਲੇਸ਼ਨ ਤੁਸੀਂ ਕਰ ਲਿਓ, ਅਬਾਊਟ 1.5 hours ਨਾ, 1.5 hour ਉਹ ਹੁੰਦਾ। ਸੋ 4 ਘੜੀਆਂ ਬੀਤ ਗਈਆਂ ਜੀ ਜਦੋਂ ਚੱਲ ਬੁਲਾਰ ਤੇ ਮਾਰਗ ਆਵਾ। ਰਾਏ ਬੁਲਾਰ ਜਿਹੜਾ ਹੈ ਆਪਣੀ ਈਵਨਿੰਗ ਵਾਕ ਕਰਦਾ ਕਰਦਾ ਉੱਥੇ ਪਹੁੰਚ ਗਿਆ ਜੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਲੰਮੇ ਪਏ ਸਨ, ਹਾਂਜੀ। ਸੋ ਫਿਰ ਏਕ ਅਚੰਭੋ ਮਨ ਬਿਸਮਾਨਾ। ਉਹਨੇ ਆਬਜ਼ਰਵ ਕੀਤਾ ਜੀ, ਇਹ ਰਾਏ ਬੁਲਾਰ ਨਾ ਬਹੁਤ ਆਬਜ਼ਰਵੈਂਟ ਸੀਗਾ। ਸੋ ਇਹਨੇ ਖੜ ਕੇ ਉੱਥੇ ਇੱਕ ਚੀਜ਼ ਨੂੰ ਆਬਜ਼ਰਵ ਕੀਤਾ ਜੀ। ਕੀ ਦੇਖਦੇ ਹਨ, ਸ਼ੋਰ ਬਹੀਨ ਭਇਓ ਠਹਿਰਾਨਾ। ਇਹਨੇ ਕੀ ਕੀਤਾ, ਜਦੋਂ ਦੇਖਿਆ ਗੁਰੂ ਨਾਨਕ ਦੇਵ ਜੀ ਸੁੱਤੇ ਪਏ ਨਾ, ਲੰਮੇ ਪਏ ਨੇ, ਇਹਨਾਂ ਨੇ ਹੌਲੀ ਹੌਲੀ ਪੈਰ ਰੱਖ ਕੇ ਨਾ ਗੁਰੂ ਨਾਨਕ ਸਾਹਿਬ ਕੋਲ ਪਹੁੰਚ ਗਿਆ। ਹੌਲੀ ਹੌਲੀ ਪੈਰ ਰੱਖੇ ਵੀ ਖੜਕਾ ਨਾ ਹੋਵੇ, ਵੀ ਕਿਤੇ ਇਹਨਾਂ ਦੀ ਨੀਂਦ ਖਰਾਬ ਨਾ ਹੋਵੇ। ਸੋ ਹੌਲੀ ਹੌਲੀ ਕਰਕੇ ਉੱਥੇ ਪਹੁੰਚ ਗਿਆ ਜੀ ਨੇੜੇ। ਨਿਜ ਸੰਗੀ ਸੋ ਬਚਨ ਅਲਾਵਾ। ਕਹਿਣਗੇ ਆਪਣੇ ਨਾਲ ਦੇ ਬੰਦਿਆਂ ਨੂੰ ਕਹਿਣ ਲੱਗਾ ਰਾਏ ਬੁਲਾਰ, ਦੇਖੋ ਅਚਰਜ ਇਹੋ ਸੁਹਾਵਾ। ਕਹਿਣ ਲੱਗੇ ਦੇਖੋ ਇੱਕ ਕਰਾਮਾਤ ਹੈ। ਕਹਿਣ ਲੱਗੇ ਦੇਖੋ ਇਹ ਇੱਕ ਅਚੰਭੋ, ਮਨ ਨੂੰ ਹੈਰਾਨ ਕਰਨ ਵਾਲੀ ਚੀਜ਼, ਸਮਥਿੰਗ ਦੈਟ ਬਚਿੱਤਰ, ਜਿਹੜੀ ਕਹੀ ਨਹੀਂ ਜਾਂਦੀ। ਸੋ ਕਹਿੰਦੇ ਇੱਕ ਅਚੰਭੋ ਦੇਖੋ, ਇੱਕ ਮਿਰੇਕਲ ਦੇਖੋ ਕੀ ਹੋ ਰਿਹਾ ਜੀ। ਸੁੰਦਰ ਸੁਖਮੰਦਰ ਸੁਤ ਕਾਲੂ। ਕਹਿਣ ਲੱਗੇ ਜਿਹੜਾ ਸੁੰਦਰ ਦੇਖੋ ਕਿੰਨਾ ਸੋਹਣਾ ਹੈ, ਬਹਿਬਾ ਮਹਿਤਾ ਕਾਲੂ ਜੀ ਦਾ ਪੁੱਤਰ, ਕਿੰਨਾ ਸੋਹਣਾ ਗੋਰਾ, ਹਾਂਜੀ। ਸੋ ਜਿਹੜਾ ਹੈ, ਕਿਉਂਕਿ ਜਦੋਂ ਮਹਾਰਾਜ ਨੂੰ ਥੋੜੀ ਜਿਹੀ ਵੀ ਗਰਮੀ ਲੱਗਦੀ ਸੀ ਲਾਲ ਹੋ ਜਾਂਦੇ ਸਨ। ਆਪਣੇ ਵਰਗੇ ਤਾਂ ਪਹਿਲਾਂ ਕਾਲੇ ਹੋਏ ਪਏ, ਲਾਲ ਕੀ ਹੋਣਾ, ਹਾਂਜੀ। ਸੋ ਕੀ ਹੁੰਦਾ ਸੀ, ਕਹਿੰਦੇ ਸੁਖ ਮੰਦਰ, ਸੁੱਖਾਂ ਦਾ ਮੰਦਰ ਹੈ, ਇਹ ਸੁੱਖ ਦੇਣ ਵਾਲਾ ਹੈ। ਕਹਿੰਦੇ ਕਿ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ। ਫਿਰ ਸੋਇਓ ਅਜ਼ਮਤ ਜਾਸ ਬਸਾਲੂ। ਕਹਿੰਦੇ ਇਹ ਕਰਾਮਾਤ ਦੇਖੋ ਥੋੜੀ ਨਹੀਂ ਜੀ, ਜਿੱਥੇ ਇਹ ਪਿਆ ਹੈ ਦੇਖੋ ਛਾਂ ਕਿੱਥੇ ਹੈ, ਉਹ ਦਰਖਤ ਦੀ ਛਾਂ ਕਿੱਥੇ ਹੈ। ਫਿਰ ਧਰਗਾ ਸਭ ਪਾਦ ਪਰਛਾਵਾਂ। ਦੇਖੋ ਦਰਖਤਾਂ ਦੀ ਛਾਂ, ਉੱਥੇ ਕਈ ਦਰਖਤ ਲੱਗੇ ਹੋਏ ਹਨ ਨਾ। ਕਹਿਣ ਲੱਗੇ ਜਿਹੜੇ ਬਾਕੀ ਦੇ ਦਰਖਤ ਆ ਨਾ, ਜੋ ਸੂਰਜ ਢਲਦਾ ਹੈ, ਕਰੈਕਟ। ਸੋ ਜਦੋਂ ਨੂਨ ਹੁੰਦਾ ਇੱਥੇ ਹੁੰਦਾ ਹੈ, ਫਿਰ ਢਲਣ ਲੱਗਦਾ ਵੈਸਟ ਵੱਲ ਜਾਂਦਾ ਹੈ, ਕਿਉਂ ਜੋ ਵੈਸਟ ਵੱਲ ਜਾਂਦਾ ਹੈ ਉਹਦੀ ਧੁੱਪ ਚੇਂਜ ਪਲੇਸ ਕਰ ਲੈਂਦੀ ਹੈ ਨਾ। ਕਹਿੰਦੇ ਬਾਕੀ ਦੇ ਦਰਖਤਾਂ ਦੀ ਧੁੱਪ ਦੇਖੋ ਕਿੱਥੇ, ਉਹਦੀ ਛਾਂ, ਉਹਦਾ ਸ਼ੈਡੋ ਕਿੱਥੇ ਪੈ ਰਿਹਾ ਹੈ, ਤੇ ਜਿਹੜੇ ਦਰਖਤ ਦੇ ਥੱਲੇ ਗੁਰੂ ਨਾਨਕ ਸਾਹਿਬ ਪਏ ਨੇ, ਇਹਦੀ ਧੁੱਪ ਦੇਖੋ ਕਿੱਥੇ ਹੈ, ਇਹਦੀ ਛਾਂ ਦੇਖੋ ਕਿੱਥੇ ਹੈ, ਸ਼ੈਡੋ ਕਿੱਥੇ ਹੈ। ਫਿਰ ਧਰਗਾ ਸਭ ਪਾਦ ਪਰਛਾਂ ਨਹੀਂ ਧਰਿਓ ਜੈ ਇਨ ਸੁਖ ਪਾਵਾ। ਹਾਂ, ਕਹਿਣ ਲੱਗੇ ਸਾਰੇ ਦੀ ਛਾਂ ਢਲ ਗਈ, ਦੂਜੇ ਪਾਸੇ ਚਲੇ ਗਈ, ਪਰ ਜਿਹੜੇ ਦਰਖਤ ਦੇ ਥੱਲੇ ਗੁਰੂ ਨਾਨਕ ਸਾਹਿਬ ਜੀ ਪਏ ਨੇ, ਉਹਦੀ ਛਾਂ ਹਜੇ ਉੱਥੇ ਹੀ ਹੈ। ਭਾਵੇਂ ਸੂਰਜ ਕਿਹੜੇ ਪਾਸੇ ਚਲਿਆ ਗਿਆ, ਬਟ ਦ ਸ਼ੈਡੋ ਡਿਡਨਟ ਚੇਂਜ ਦ ਡਾਇਰੈਕਸ਼ਨ, ਉੱਥੇ ਹੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਪਏ ਨੇ। ਸੋ ਬਾਬਾ ਮਹਿਤਾ ਜਿਹੜਾ ਹੈ ਰਾਏ ਬੁਲਾਰ ਕਹਿੰਦਾ ਆਪਣੇ ਸਾਰਿਆਂ ਨੂੰ, ਕਹਿੰਦਾ ਦੇਖੋ ਆਬਜ਼ਰਵ ਕਰੋ ਧੁੱਪ ਕਿੱਥੇ ਆ, ਛਾਂ ਕਿੱਥੇ ਆ, ਇਹ ਦਰਖਤ ਦੀ ਛਾਂ ਨਹੀਂ ਚੇਂਜ ਹੋਈ। ਫਿਰ ਨਿਸ਼ਚੈ ਕਲਾਵਾਨ ਅਵਤਾਰਾ। ਕਹਿਣ ਲੱਗੇ ਨਿਸ਼ਚੈ, ਕਹਿਣ ਲੱਗੇ ਇਹ ਨਿਸ਼ਚਾ ਹੈ। ਨਿਸ਼ਚਾ ਮੀਨਸ ਦੇयर इज नो डाउट, not even a single doubt ਦਾ ਕੋਈ ਆਯੁਤਾ ਵੀ ਨਹੀਂ ਹੈ। ਕਹਿੰਦੇ ਇਹ ਨਿਸ਼ਚੈ ਹੈ, ਇਸ ਦਾ ਐਬਸੋਲੂਟ ਟਰੂਥ। ਕਹਿੰਦੇ ਕੀ ਹੈ, ਇਹ ਕਲਾਵਾਨ ਹੈ, ਇਹ ਸ਼ਕਤੀ ਵਾਲਾ, ਇਹ ਪਰਮਾਤਮਾ ਦਾ ਅਵਤਾਰ ਹੈ। ਹੀ ਇਜ਼ ਦ ਜਿਹੜਾ ਹੈ ਮੈਨੀਫੈਸਟੇਸ਼ਨ ਆਫ ਪਰਮਾਤਮਾ ਹਿਮਸੈਲਫ। ਫਿਰ ਰਹਿਤ ਦੁਰਾਏ ਆਪਣੋ ਸਾਰਾ। ਕਹਿਣ ਲੱਗੇ ਇਹ ਆਪਣੇ ਆਪ ਨੂੰ ਹਮੇਸ਼ਾ ਲੁਕੋ ਕੇ ਰੱਖਦੇ ਨੇ, ਕਿਸੇ ਨੂੰ ਪ੍ਰਗਟ ਨਹੀਂ ਕਰਦੇ, ਕਿਸੇ ਨੂੰ ਦਿਖਾਉਂਦੇ ਨਹੀਂ, ਪਰ ਕਹਿੰਦੇ ਆਪਣੇ ਆਪ ਕੁਦਰਤ ਦਿਖਾ ਦਿੰਦੀ ਹੈ। ਇਹ ਨਹੀਂ ਦਿਖਾਉਂਦੇ, ਪਰ ਕੁਦਰਤ ਦਿਖਾ ਦਿੰਦੀ ਹੈ। ਕਿਵੇਂ ਕੁਦਰਤ ਇਹਨਾਂ ਦੀ ਸੇਵਾ ਕਰਦੀ ਹੈ, ਜਿੱਥੇ ਪਏ ਨੇ ਛਾਂ ਨਹੀਂ ਢਲਦੀ, ਹਾਂਜੀ। ਕਹਿੰਦੇ ਆਪੇ ਕੁਦਰਤ ਇਹਨਾਂ ਦਾ ਖਿਆਲ ਰੱਖਦੀ ਹੈ। ਪਾਵਕ ਬੀਜ ਭਸਮ ਕੇ ਜੈਸੇ। ਕਹਿਣ ਲੱਗੇ ਪਾਵਕ ਬੀਜ ਭਸਮ ਕੇ ਜੈਸੇ, ਜਿਵੇਂ ਅਗਨੀ ਦੇ ਵਿੱਚ ਨਾ, ਕਹਿੰਦੇ ਜਦੋਂ ਸਵਾਹ ਪਈ ਹੁੰਦੀ ਹੈ ਨਾ, ਜਿੱਥੇ ਅੱਗ ਲੱਗੀ ਹੋਵੇ ਉੱਥੇ ਸਵਾਹ ਹੋ ਜਾਂਦੀ ਨਾ ਚਿੱਟੇ ਰੰਗ ਦੀ, ਉਹਦੇ ਅੰਦਰ ਅੱਗ ਹੁੰਦੀ ਹੈ ਪਰ ਉੱਤੋਂ ਸਵਾਹ ਲੱਗਦੀ ਹੈ। ਜਦੋਂ ਆਪਾਂ ਨੂੰ ਥੋੜਾ ਛੇੜਾਂਗੇ ਉਦੋਂ ਵਿੱਚੋਂ ਅੱਗ ਨਿਕਲਦੀ ਹੈ, ਰਾਈਟ। ਅੱਗੇ ਹੁੰਦੇ ਨਾ ਚੁੱਲ੍ਹੇ ਆਪਣੇ ਲੱਕੜਾਂ ਦੇ,
ਲੱਕੜਾਂ ਦੇ ਚੁੱਲ੍ਹਿਆਂ 'ਚ ਆਪਾਂ ਨੂੰ ਪਤਾ ਹੀ ਹੁੰਦਾ ਹੈ, ਉਹ ਸੁਆਹ ਪਈ ਹੁੰਦੀ ਹੈ ਪਰ ਉਹਦੇ ਅੰਦਰ ਅੱਗ ਹੁੰਦੀ ਹੈ, ਉਹਨੂੰ ਥੋੜ੍ਹਾ ਹਿਲਾਉਣਾ ਪੈਂਦਾ, ਜਦੋਂ ਆਕਸੀਜਨ ਜਾਂਦਾ ਫਿਰ ਉਹ ਅੱਗ ਉੱਠਦੀ ਹੈ। ਕਹਿਣ ਲੱਗੇ ਇਹ ਇਸ ਤਰ੍ਹਾਂ ਆਪਣੀ ਸ਼ਕਤੀ ਨੂੰ ਲੁਕੋਈ ਬੈਠੇ ਜਿਵੇਂ ਸੁਆਹ ਦੇ ਵਿੱਚ ਅੱਗ ਹੁੰਦੀ ਹੈ, ਇਸ ਤਰ੍ਹਾਂ ਆਪਣੀ ਸ਼ਕਤੀ ਨੂੰ ਲੁਕੋ ਕੇ ਰੱਖਦੇ ਹਨ। ਤੇਜ ਨਾ ਲਖਿਓ ਪਰਤ ਹੈ ਕੈਸੇ। ਕਹਿਣ ਲੱਗੇ ਨਹੀਂ ਜਾਣਿਆ ਜਾਂਦਾ, ਕਹਿਣ ਲੱਗੇ ਇਹਦੇ 'ਚ ਤੇਜ, ਇਹਦੀ ਸ਼ਕਤੀ ਕਿੰਨੀ ਹੈ, ਇਹ ਤਾਂ ਸਾਰੀ ਬ੍ਰਹਿਮੰਡ ਦੀ ਸ਼ਕਤੀ ਰੱਖੀ ਬੈਠੇ ਹਨ। ਪਰ ਜੇ ਲਖਣ ਹਾਰ ਹੋਏ ਕੋ। ਪਰ ਕਹਿਣ ਲੱਗੇ ਬੁਰਾਈ ਬੁਲਾਰ ਕਹਿੰਦੇ ਪਰ ਦੇਖਣ ਵਾਲੀ ਅੱਖ ਵੀ ਚਾਹੀਦੀ ਹੈ ਨਾ, ਨਾਟ ਐਵਰੀਬੋਡੀ ਕੈਨ ਸੀ। ਕਹਿਣ ਲੱਗੇ ਜੋ ਉਹ ਅੱਖ ਵੀ ਚਾਹੀਦੀ ਹੈ ਸ਼ਰਧਾ ਵਾਲੀ, ਸ਼ਰਧਾ ਹੀ ਦੇਖ ਸਕਦੀ ਹੈ ਇਹਨੂੰ, ਓਨਲੀ ਦ ਫੇਥ ਕੈਨ ਸੀ ਨਾ, ਦ ਫੇਥ ਨੂੰ ਹੀ ਇਹ ਜਿਹੜਾ ਹੈ ਆਬਜ਼ਰਵ ਕਰ ਸਕਦੇ ਆ ਵੀ ਇਹਦੇ ਵਿੱਚ ਸ਼ਕਤੀ ਕਿੰਨੀ ਹੈ ਜੇ ਅੰਦਰ ਸ਼ਰਧਾ ਹੈ। ਤਾਂ ਇਸ ਕਰਕੇ ਆਪਾਂ ਜਦੋਂ ਵੀ ਆਪਾਂ ਟੈਸਟ ਲੈਂਦੇ ਆ ਨਾ, ਆਪਾਂ ਹਮੇਸ਼ਾ ਗੁਰੂ ਦਾ ਟੈਸਟ ਲੈਂਦੇ, ਆਪਾਂ ਆਪਣਾ ਨਹੀਂ ਲੈਂਦੇ ਵੀ ਮੇਰੇ 'ਚ ਕਿੰਨੀ ਕੁ ਸ਼ਰਧਾ ਹੈ। ਆਪਾਂ ਗੁਰੂ ਦਾ ਟੈਸਟ ਲੈਂਦੇ, ਉਹ ਗੁਰੂ ਦਾ ਅੱਗੇ ਅਰਦਾਸ ਕਰ, ਗੁਰੂ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ, ਪਰ ਆਪਣੇ 'ਚ ਹੈ ਸ਼ਰਧਾ। ਤੇ ਇਹ ਗੱਲ ਰਾਏ ਬੁਲਾਰ ਕਹਿ ਰਿਹਾ ਹੈ ਵੀ ਗੁਰੂ ਦੀ ਸ਼ਕਤੀ ਉਹੀ ਦੇਖੇਗਾ ਵੀ ਜਿਹਦੇ ਅੰਦਰ ਫੇਥ ਹੈ, ਜਿਹਦੇ ਅੰਦਰ ਭਰੋਸਾ ਹੈ। ਫਿਰ ਤੇ ਨਿਕਾਸ ਸੀਤ ਹੈ ਖੁਐਸੋ। ਹਾਂ ਕਹਿਣ ਲੱਗੇ ਜਦੋਂ ਅੱਗ ਬਾਹਰ ਆਉਂਦੀ ਹੈ ਨਾ, ਅੱਗ ਨੂੰ ਫਲੋਲ ਦਈਏ, ਉੱਤੇ ਹੋਰ ਲੱਕੜਾਂ ਪਾ ਦਈਏ, ਫਿਰ ਉਹ ਆਪਣੀ ਠੰਡ ਨੂੰ ਮਿਟਾ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਦਾ ਅੰਦਰ ਪ੍ਰਕਾਸ਼ ਹੋ ਜਾਂਦਾ ਨਾ, ਪਿਆਰ ਗੁਰੂ ਨਾਨਕ ਦੇ ਨਾਲ ਪੈ ਜਾਂਦਾ ਹੈ, ਅੰਦਰੋਂ ਫਿਰ ਪਾਪ ਛੱਡ ਜਾਂਦੇ ਨੇ। ਫਿਰ ਕਿਉਂ ਇਸ ਕੀ ਸੇਵਾ ਜੋ ਕਰੀ। ਕਹਿਣਗੇ ਜੋ ਵੀ ਇਹਦੀ ਸੇਵਾ ਕਰੇਗਾ ਗੁਰੂ ਨਾਨਕ ਸਾਹਿਬ ਜੀ ਦੀ, ਜਨਮ ਮਰਨ ਤੇ ਕਿਉਂ ਨਹਿ ਠਹਿਰੀ। ਉਹਨਾਂ ਦਾ ਜਨਮ ਮਰਨ ਕਿਉਂ ਨਹੀਂ ਮੁੱਕੇਗਾ, ਡੈਫੀਨਿਟਲੀ ਉਹਨਾਂ ਦਾ ਜਨਮ ਮਰਨ ਮੁੱਕ ਜਾਣਾ, ਉਹਨਾਂ ਨੇ ਲਿਬਰੇਟ ਹੋ ਜਾਣਾ ਜੋ ਵੀ ਇਹਨਾਂ ਦੀ ਸੇਵਾ ਕਰੇਗਾ। ਆਗੇ ਬਿਦ ਇੱਕ ਅਚਰਜ ਦੇਖੀ। ਕਹਿਣਗੇ ਅੱਗੇ ਵੀ ਮੈਂ ਇੱਕ ਕੁਝ ਦੇਖਿਆ ਸੀਗਾ, ਸੋ ਪ੍ਰੀਵੀਅਸ ਸਾਖੀ 'ਚ ਆਇਆ ਸੀ ਨਾ, ਸੱਪ ਨੇ ਛਾਂ ਕੀਤੀ, ਉਹ ਵੀ ਰਾਏ ਬੁਲਾਰ ਨੇ ਦੇਖਿਆ, ਕਹਿੰਦਾ ਅੱਗੇ ਵੀ ਮੈਂ ਇਹਦੀ ਸ਼ਕਤੀ ਦੇਖੀ ਹੈ। ਸਰਪ ਛਾਂ ਕੀ ਪ੍ਰੀਤ ਬਸ਼ੇਕੀ। ਹਾਂ ਕਹਿਣ ਲੱਗੇ ਦੇਖੋ ਸੱਪ ਨੇ ਕਿੰਨੇ ਪਿਆਰ ਨਾਲ, ਜਿਹੜਾ ਸੱਪ ਦੂਜੇ ਨੂੰ ਡੰਕ ਮਾਰਦਾ ਹੈ ਇਹਦੇ ਉੱਤੇ ਅੱਗੇ ਛਾਂ ਕਰਦਾ। ਹਾਂਜੀ, ਸੋ ਆਪਾਂ ਸੱਪ ਨੂੰ ਦੇਖ ਕੇ ਭੱਜਦੇ ਆ ਨਾ, ਜਾਂ ਡੰਡਾ ਚੁੱਕ ਲੈਂਦੇ ਆ ਵੀ ਹੁਣ ਜਿਹੜਾ ਹੈ ਮਾਰ ਦਈਏ ਜਾਂ ਕੁਝ ਕਰ ਦਈਏ। ਉਹੀ ਸੱਪ ਜਿਹੜੇ ਹਨ ਗੁਰੂ ਨਾਨਕ ਨੂੰ ਆ ਕੇ ਸੇਵਾ ਕਰਦੇ, ਜਿਹੜੇ ਆਪਣੇ ਵਾਸਤੇ ਇੱਕ ਵੱਡਾ ਜਿਹੜਾ ਹੈ ਥ੍ਰੈਟ ਹੁੰਦੇ ਨੇ। ਹਾਂਜੀ ਫਿਰ ਅਸਥਿਰ ਰਹੀ ਤਰੋਵਰ ਛਾਇਆ। ਕਹਿਣ ਲੱਗੇ ਦੇਖੋ ਤਰੋਵਰ ਜਿਹੜਾ ਹਨ ਬ੍ਰਿਛ ਦੀ ਛਾਇਆ ਵੀ ਅਸਥਿਰ ਰਹੀ, ਨਹੀਂ ਚੇਂਜ ਹੋਈ ਜੀ। ਅਚਰਜ ਹੀ ਜੁਗ ਬਾਦ ਲਖਾਇਆ। ਕਹਿਣ ਲੱਗੇ ਅਚਰਜ ਹੀ, ਇਹ ਅਚਰਜ ਹੈ, ਹੈਰਾਨ ਕਰਨ ਵਾਲਾ ਹੈ। ਮੈਂ 2 ਵਾਰੀ ਦੇਖ ਲਿਆ ਜੀ ਇਹਨਾਂ ਦੀ ਕਰਾਮਾਤ। ਅਸ ਕਹਿ ਬੰਦੇ ਦੋਨੋਂ ਹੱਥਾਂ। ਕੀ ਕੀਤਾ ਰਾਏ ਬੁਲਾਰ ਨੇ, ਆਪਣੇ ਹੱਥ ਦੋਵੇਂ ਜੋੜ ਲਏ, ਦੋਵੇਂ ਹੱਥ ਜੋੜ ਕੇ ਬੰਧਨ ਕੀਏ ਧਰ ਕੇ ਧਰ ਮਾਥਾ। ਕਹਿਣ ਲੱਗੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ। ਰਾਏ ਬੁਲਾਰ ਨੇ ਮੱਥਾ ਧਰਤੀ ਨੂੰ ਲਾਇਆ, ਕਹਿਣ ਲੱਗੇ ਮੱਥਾ ਟੇਕਿਆ ਜਿੱਦ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਸਨ ਨਾ, ਉੱਥੇ ਜਿਹੜਾ ਹੈ ਹੱਥ ਜੋੜ ਕੇ ਮੱਥਾ ਟੇਕਿਆ ਰਾਏ ਬੁਲਾਰ ਨੇ। ਤੇ ਦੇਖੋ ਕਿੱਡੇ ਵੱਡੇ ਭਾਗਾਂ ਵਾਲਾ ਹੈ ਕਿ ਇਹਨੇ ਪਛਾਣ ਲਿਆ, ਭਾਵੇਂ ਉਹਦੀ ਉਮਰ ਕਿੰਨੀ ਸੀ ਕਿ 70-80 ਇਅਰਸ 올ਡ ਦਾ ਸੀ ਰਾਏ ਬੁਲਾਰ। ਹਾਂਜੀ ਪਰ ਦੇਖੋ ਕਿੰਨੀ ਸ਼ਰਧਾ ਉਹਦੇ ਵਿੱਚ। ਫਿਰ ਹਟਿਓ ਦੂਰ ਤੇ ਸ਼ਰਧਾ ਧਾਰੀ। ਕਹਿਣਗੇ ਫਿਰ ਦੂਰ ਤੋਂ ਹੀ ਜਿਹੜਾ ਪਿੱਛੇ ਨੂੰ ਕਰਦਾ ਚਲਿਆ ਗਿਆ, ਛੇੜਿਆ ਨਹੀਂ ਗੁਰੂ ਨਾਨਕ ਸਾਹਿਬ ਨੂੰ, ਉਠਾਇਆ ਨਹੀਂ ਹੈਗਾ। ਗਮਨਿਓ ਨਗਰ ਹੋਤ ਰਥ ਭਾਰੀ। ਕਹਿਣ ਲੱਗੇ ਚਲਾ ਗਿਆ, ਬੜੇ ਪਿਆਰ ਦੇ ਨਾਲ ਆਪਣੇ ਘਰ ਨੂੰ ਜਾਂਦਾ ਹੈ ਰਾਏ ਬੁਲਾਰ। ਅੱਜ ਕਹਿੰਦਾ ਮੈਂ ਖੁਦਾ ਨੂੰ ਫੇਰ ਦੇਖ ਲਿਆ, ਅੱਜ ਮੈਂ ਖੁਦਾ ਦੇ ਦਰਸ਼ਨ ਕਰਕੇ ਆਇਆ। ਬੜਾ ਚਾਅ ਦੇ ਨਾਲ ਆਪਣੇ ਘਰ ਨੂੰ ਜਾਂਦਾ ਹੈ। ਸ਼ੁਭ ਵਿਦ ਕਰਤ ਸੰਕਲਪ ਵਿਕਲੇਪਾ। ਸ਼ੁਭ ਵਿਦ ਕਹਿਣ ਲੱਗੇ ਹੁਣ ਅੰਦਰੋਂ ਜਿਹੜੇ ਥਾਟਸ ਉੱਠਦੇ ਨੇ ਉਹ ਵੀ ਚੰਗੇ ਚੰਗੇ ਥਾਟਸ ਉੱਠਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ, ਚੰਗੇ ਚੰਗੇ ਖਿਆਲ ਅੰਦਰ ਆਉਂਦੇ ਨੇ। ਦਿਨ ਪ੍ਰਤ ਜੇ ਕੋ ਹੋਏ ਭ੍ਰਮ ਅਲੱਪਾ। ਹਾਂ ਕਹਿਣ ਲੱਗੇ ਦਿਨ ਪ੍ਰਤ, ਕਹਿਣ ਲੱਗੇ ਦਿਨ ਰਾਤ ਜਿਹੜਾ ਹੈ ਉਹਦਾ ਜਿਹੜਾ ਭਰਮ ਦੂਰ ਹੋਣ ਲੱਗਿਆ। ਰਾਏ ਬੁਲਾਰ ਦੇ ਜਿੰਨੇ ਵੀ ਅੰਦਰੋਂ ਭਰਮ ਸੀਗੇ, ਮਾਇਆ ਦੇ ਨਾਲ ਪ੍ਰੇਮ ਸੀਗਾ ਐਂਡ ਆਲ ਦੈਟ, ਉਹ ਸਾਰਾ ਕੱਟਣਾ ਸ਼ੁਰੂ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਜ਼ ਆਲ ਗੋਇੰਗ ਫੇਡਿੰਗ ਅਵੇ। ਕਹਿੰਦੇ ਸਾਰਾ ਕੁਝ ਮੁੱਕਦਾ ਜਾ ਰਿਹਾ ਹੈ। ਸਦਨ ਜਾਏ ਬੈਸਿਓ ਹਰ ਖਾਈ। ਕਹਿਣਗੇ ਸਦਨ ਜਾ ਕੇ ਆਪਣੇ ਘਰ ਬਹਿ ਕੇ ਬਹੁਤ ਖੁਸ਼ੀ ਨਾਲ ਬੈਠਿਆ ਜੀ ਅੱਜ ਰਾਏ ਬੁਲਾਰ। ਕਾਲੂ ਗਾ ਤਬ ਸਹਿਜ ਸੁਭਾਈ। ਕਹਿਣ ਲੱਗੇ ਉੱਥੇ ਵੀ ਬਾਬਾ ਮਹਿਤਾ ਕਾਲੂ ਜੀ ਆ ਗਏ। ਹੁਣ ਪਹਿਲਾਂ ਤਾਂ ਗੁਰੂ ਨਾਨਕ ਨੂੰ ਕਿਹਾ, ਫਿਰ ਜਾ ਕੇ ਪੰਡਤ ਹਰਦਿਆਲ ਨੂੰ ਕਿਹਾ, ਫਿਰ ਘਰੇ ਗਏ। ਹਾਂਜੀ ਘਰੇ ਜਾ ਕੇ ਉੱਥੇ ਵੀ ਕਮਣੀ ਬਣਿਆ ਜੀ, ਅੱਜ ਗੁੱਸਾ ਹੈਗਾ। ਫਿਰ ਆ ਕੇ ਰਾਏ ਬੁਲਾਰ ਦੇ ਘਰ ਆ ਗਏ ਜੀ। ਫਿਰ ਕੀ ਹੋਇਆ ਜੀ? ਸਾਦਰ ਤੇ ਸ਼ੁਭ ਠੌਰ ਬਿਠਾਇਓ। ਕਹਿਣ ਲੱਗੇ ਰਾਏ ਬੁਲਾਰ ਨੇ ਜਦੋਂ ਬਾਬਾ ਮਹਿਤਾ ਕਾਲੂ ਨੂੰ ਦੇਖਿਆ ਬੜੀ ਖੁਸ਼ੀ ਨਾਲ ਉੱਠ ਕੇ ਮਿਲਿਆ ਜੀ, ਜੱਫੀ ਪਾਈ, ਕਹਿੰਦਾ ਆ ਜਾ ਬਹਿ ਜਾ। ਕੋਲ ਬਿਠਾ ਲਿਆ ਜੀ ਬਾਬਾ ਮਹਿਤਾ ਕਾਲੂ ਜੀ ਨੂੰ। ਬਹੁਤ ਪ੍ਰੇਮ ਸੋ ਬਚਨ ਸੁਣਾਇਓ। ਕਹਿੰਦੇ ਬਹੁਤ ਪ੍ਰੇਮ, ਅੰਨੇ ਪਿਆਰ ਦੇ ਨਾਲ ਰਾਏ ਬੁਲਾਰ ਨੇ ਬੜੇ ਸਤਿਕਾਰ ਨਾਲ ਬਾਬਾ ਮਹਿਤਾ ਕਾਲੂ ਜੀ ਨੂੰ ਬੁਲਾਇਆ। ਪੂਰ ਭਾਗ ਕੋ ਭਾਜਨ ਕਾਲੂ। ਹਾਂਜੀ ਉਹ ਹਾਂਜੀ ਪੂਰ ਭਾਗ। ਕਹਿਣ ਲੱਗੇ ਕਾਲੂ ਜੀ ਤੇਰੇ ਵੱਡੇ ਭਾਗ ਨੇ, ਤੂੰ ਬੜੇ ਵੱਡੇ ਭਾਗਾਂ ਵਾਲਾ ਹੈ, ਤੇਰੇ ਐਡੇ ਵੱਡੇ ਭਾਗ ਕਹਿੰਦੇ ਮੈਂ ਕੋਈ ਇਮੇਜਿਨ ਨਹੀਂ ਕਰ ਸਕਦਾ। ਹਾਂਜੀ ਤੂੰ ਐਡੇ ਵੱਡੇ ਭਾਗ, ਤੇਰੇ ਤਾਂ ਮੈਂ ਚਰਨਾਂ ਦਾ ਪਾਣੀ ਧੋ ਕੇ ਪੀਣਾ। ਹਾਂਜੀ ਤੂੰ ਤਾਂ ਐਡੇ ਭਾਗਾਂ ਵਾਲਾ ਹੈ। ਫਿਰ ਅਸੁਤ ਜਨਮ ਭਇਓ ਨਿਹਾਲੂ। ਉਹ ਤੇਰੇ ਘਰ 'ਚ ਇਹ ਜਿਹਾ ਪੁੱਤਰ ਜੰਮਿਆ ਜਿਹਨੇ ਨਿਹਾਲ ਕਰਤਾ।
ਤੇ ਦੇਖੋ ਉਹਨਾਂ ਨੂੰ ਗੁੱਸਾ ਚੜਿਆ ਹੋਇਆ ਇੱਥੇ ਬਾਬਾ ਰਾਏ ਬੁਲਾਰ ਜੀ ਉਹਨਾਂ ਦੀ ਉਸਤਤ ਕਰ ਰਹੇ ਆ, ਕਹਿੰਦੇ ਵਾਹ ਵਾਹ ਨਿਹਾਲ ਕਰਤਾ ਜੀ ਤੇਰੇ ਪੁੱਤਰ ਨੇ, ਹਾਂਜੀ ਤੂੰ ਇੱਕ ਪੁੱਤਰ ਜੰਮਿਆ ਸਾਰੀ ਦੁਨੀਆ ਨੂੰ ਤਾਰ ਦਿੱਤਾ, ਵਾਹ। ਫਿਰ ਤਦਪ ਸੁਭਾਵ ਤੁਮਾਰ ਕਠੋਰਾ। ਪਰ ਕਹਿੰਦੇ ਉਦੋਂ ਬਾਬਾ ਕਿ ਰਾਏ ਬੁਲਾਰ ਨੇ ਨਾ ਥੋੜਾ ਆਬਜ਼ਰਵ ਕਰ ਲਿਆ ਵੀ ਇਹਨਾਂ ਨੂੰ ਗੁੱਸਾ ਚੜਿਆ ਹੋਇਆ ਹੈ, ਹਾਂਜੀ ਥੋੜਾ ਦੇਖ ਲਿਆ ਅੱਖਾਂ ਦੀਆਂ ਲਾਲ ਨੇ, ਥੋੜਾ ਗੁੱਸਾ ਚੜਿਆ ਹੋਇਆ ਹੈ, ਨਾਲੇ ਕੋਈ ਜਵਾਬ ਨਹੀਂ ਦੇ ਰਹੇ ਨਾ, ਸੋ ਉਹਨਾਂ ਨੂੰ ਪਤਾ ਵੀ ਇਹ ਹੋਰ ਸੋਚਣੀ 'ਚ ਬੈਠੇ, ਮੈਂ ਹੋਰ ਗੱਲਾਂ ਕਰਦਾ। ਤੇ ਪਤਾ ਕੀ ਕਹਿੰਦੇ ਰਾਏ ਬੁਲਾਰ, ਕਹਿੰਦੇ ਤਦਪ, ਕਹਿੰਦੇ ਤੇਰੇ ਘਰ 'ਚ ਐਡਾ ਪੁੱਤਰ ਜੰਮਿਆ, ਉਹਨੂੰ ਦੇਖ ਕੇ ਮੇਰੇ ਮਨ 'ਚ ਠੰਡ ਪੈ ਗਈ, ਮੈਂ ਨਿਹਾਲ ਹੋ ਗਿਆ, ਪਰ ਤੇਰਾ ਸੁਭਾਅ ਨਹੀਂ ਬਦਲਦਾ, ਤੂੰ ਉਹ ਜਿਹਾ ਉਹ ਜਿਹਾ ਹੀ ਹੈ, ਐਡਾ ਕਠੋਰ ਕਿਉਂ ਹੈ? ਯੂ نو ਵਾਈ ਆਈ ਕੈਨ ਸੀ ਅ ਸਮਾਈਲ ਔਨ ਯੂ, ਹੈ ਨੀ, ਤੂੰ ਨਾ ਸਮਾਈਲ ਕਰਦਾ, ਤੂੰ ਹਮੇਸ਼ਾ ਆਪਣੇ ਪੁੱਤਰ ਦੀ ਕੰਪਲੇਨ ਹੁੰਦੀ ਹੈ, ਤੂੰ ਐਸਾ ਕਿਉਂ ਹੈ? ਨਾ ਰਾਏ ਬੁਲਾਰ ਵੀ ਥੋੜਾ ਹੈਰਾਨ ਜਾ ਹੋਇਆ। ਫਿਰ ਕੌਰਾ ਕਬ ਨਾ ਬੋਲਿਓ ਥੋੜਾ। ਕਹਿੰਦੇ ਰਾਏ ਬੁਲਾਰ ਨੇ ਕਿਹਾ ਦੇਖੀ ਬਾਬਾ ਮਹਿਤਾ ਕਾਲੂ ਜੀ ਨੂੰ, ਕਹਿੰਦੇ ਗੁਰੂ ਨਾਨਕ ਨੂੰ ਕਿਤੇ ਕੌੜਾ ਨਹੀਂ ਬੋਲਣਾ, ਤੂੰ ਦੇਖੀ ਤੂੰ ਕੌੜਾ ਬੋਲੀ ਨਾ ਉਹਦੇ ਨਾਲ, ਮੈਨੂੰ ਪਤਾ ਤੂੰ ਕਿਹੇ ਜਾਏ। ਉਹ ਰਾਏ ਬੁਲਾਰ ਕਹਿੰਦੇ ਮੈਨੂੰ ਪਤਾ ਤੂੰ ਕਿਵੇਂ ਤੇਰਾ ਸੁਭਾਅ ਮੈਂ ਜਾਣਦਾ, ਪਰ ਤੂੰ ਗੁਰੂ ਨਾਨਕ ਨੂੰ ਕੋਈ ਕਠੋਰ ਬਚਨ ਨਹੀਂ ਕਰਨਾ। ਤੇ ਸਦਕਾ ਕਰ ਏ ਮਮ ਨਗਰੀ। ਹਾਂ ਕਹਿਣ ਲੱਗੇ ਗੁਰੂ ਨਾਨਕ ਦਾ ਸਦਕਾ ਮੇਰੀ ਨਗਰੀ ਹਰੀ ਭਰੀ ਹੈ, ਮੇਰੀ ਨਗਰੀ ਨੂੰ, ਮੇਰੀ ਸਾਰੀ ਧਰਤੀ ਨੂੰ ਭਾਗ ਲੱਗੇ ਹੋਏ ਹਨ। ਪਾਵਨ ਹੋਤ ਬਸਤ ਸੁਖ ਸਗਰੀ। ਹਾਂ ਕਹਿਣਗੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਹਨ, ਸਾਰੀਆਂ ਜਿਹੜਾ ਧਰਤੀ ਹੈ ਹਰਿਆਵਲ ਹੈ, ਸਾਰੀ ਪਵਿੱਤਰ ਹੋ ਗਈ ਜੀ, ਤੇ ਇੰਨੇ ਸੁਖੀ ਸਾਰੇ ਵਸ ਰਹੇ ਨੇ, ਸਾਰੇ ਮੇਰੇ ਜਿਹੜੇ ਹਨ ਨਗਰੀ 'ਚ ਸਾਰੇ ਖੁਸ਼ ਨੇ, ਆਨੰਦ ਵਿੱਚ ਨੇ, ਇਹਨਾਂ ਦੇ ਕਰਕੇ, ਗੁਰੂ ਨਾਨਕ ਕਰਕੇ। ਫਿਰ ਭੂਲ ਨਾ ਕੀਜੈ ਕਵਹੀਂ ਅਨਾਦਰ। ਹਾਂ ਕਹਿੰਦਾ ਉਹਨਾਂ ਅਨਾਦਰ ਨਾ ਕਰੀ, ਕਿਤੇ ਉਹਨਾਂ ਦਾ ਅਨਾਦਰ, ਉਹਨਾਂ ਦੀ ਬੇਇੱਜ਼ਤੀ ਨਾ ਕਰੀ, ਉਹਨਾਂ ਨੂੰ ਗੁੱਸੇ ਨਾ ਹੋਈ, ਹਾਂਜੀ ਤੂੰ ਇਹ ਗਮ ਕਿਤੇ ਨਹੀਂ ਕਰਨਾ, ਜੋ ਰਾਏ ਬੁਲਾਰ ਕਹਿ ਰਹੇ ਨੇ। ਅਸਨ ਬਸਨ ਦੀਜੈ ਸੁਖ ਸਾਧਨ। ਹਾਂ ਕਹਿਣਗੇ ਉਹਨਾਂ ਨੂੰ ਭੋਜਨ ਬਸਤਰ ਚੰਗੇ ਤੋਂ ਚੰਗਾ ਦੇਣਾ, ਹਾਂਜੀ ਉਹ ਕੋਈ ਕਸਰ ਨਹੀਂ ਤੂੰ ਛੱਡਣੀ, ਜੋ ਬ੍ਰੈਂਡ ਦਾ ਉਹ ਮੰਗਦੇ ਨੇ, ਹਾਂਜੀ ਕੋਈ ਵੀ ਬ੍ਰੈਂਡ ਦਾ ਉਹ ਮੰਗਣ ਤੁਸੀਂ ਉਹਨਾਂ ਨੂੰ ਦੇਣਾ ਹੈ, ਮਹਿੰਗੇ ਤੋਂ ਮਹਿੰਗਾ ਹੋਵੇ, ਅੱਗੇ ਮਾਰਕ ਐਂਡ ਸਪੈਂਸਰ ਹੋਵੇ, ਜਾਂ ਹੋਰ ਜਿਹੜੇ ਹਨ ਬ੍ਰੈਂਡ ਜਿਹੜੇ ਚੰਗੇ ਨੇ, ਹਾਂਜੀ ਪਾਰਟੀ ਨਹੀਂ ਤਾਂ ਸਸਤੇ ਨੇ, ਹਾਂਜੀ ਚਲੋ ਆਪਾਂ ਹੋਰ ਚੰਗੇ ਬ੍ਰੈਂਡ ਜਿਹੜੇ ਹਨ ਬ੍ਰਿਟਿਸ਼ ਇੰਡੀਆ, ਈਸਟ ਇੰਡੀਆ ਨਾ, ਸੋ ਉਹ ਜਿਹੇ ਬ੍ਰੈਂਡ ਦਾ ਕਹਿੰਦੇ ਤੂੰ ਵਧੀਆ ਤੋਂ ਵਧੀਆ ਇਹਨਾਂ ਨੂੰ ਕੱਪੜੇ ਲੈ ਕੇ ਦੇਣੇ ਨੇ। ਫਿਰ ਜਾਮਾ ਮੋਹੇ ਤੁਰਕ ਕੋ ਆਹੀ। ਕਹਿਣ ਲੱਗੇ ਰਾਏ ਬੁਲਾਰ ਕਹਿੰਦੇ ਮੈਂ ਤੈਨੂੰ ਇਹ ਗੱਲਾਂ ਨਹੀਂ ਕਹਿਣੀਆਂ ਸੀ, ਮੈਂ ਤਾਂ ਆਪਣੇ ਘਰੇ ਰੱਖ ਲੈਣਾ ਸੀ ਗੁਰੂ ਨਾਨਕ ਨੂੰ, ਪਰ ਮੈਂ ਕੀ ਕਰਾਂ, ਮੈਂ ਮੁਸਲਮਾਨ ਦੇ ਘਰ 'ਚ ਜਨਮ ਲਿਆ, ਮੈਂ ਇੱਕ ਮੁਸਲਮਾਨ ਹਾਂ, ਉਹ ਮੇਰੇ ਘਰ ਦਾ ਕਿਵੇਂ ਖਾਊਗਾ, ਕਿਉਂਕਿ ਉਦੋਂ ਕੋਈ ਖਾਂਦਾ ਨਹੀਂ ਸੀ ਨਾ, ਜੋ ਹਿੰਦੂ ਹੁੰਦੇ ਸਨ ਮੁਸਲਮਾਨ ਦੇ ਘਰ ਦਾ ਖਾਂਦੇ ਨਹੀਂ ਸੀ। ਕਹਿੰਦੇ ਮੇਰਾ ਜਾਮਾ ਇੱਕ ਮੁਸਲਮਾਨ ਹੈ, ਇਸ ਕਰਕੇ ਕਹਿੰਦਾ ਮੈਂ ਆਪਣੇ ਘਰ 'ਚ ਨਹੀਂ ਰੱਖ ਸਕਦਾ, ਨਹੀਂ ਤਾਂ ਮੈਂ ਤਾਂ ਉਹਨਾਂ ਨੂੰ ਆਪਣੇ ਘਰ 'ਚ ਲਿਆਉਣਾ ਸੀਗਾ, ਹਾਂਜੀ ਮੈਂ ਉਹਨਾਂ ਦੀ ਸੇਵਾ ਕਰਨੀ ਸੀ ਇੱਥੇ। ਫਿਰ ਭੋਜਨ ਬਣੇ ਨਾ ਮਮ ਘਰ ਪਾਹੀ। ਹਾਂ ਕਹਿਣ ਲੱਗੇ ਜੇ ਭੋਜਨ ਬਣਿਆ ਵੀ ਮੈਂ ਉਹਨਾਂ ਨੂੰ ਆਫਰ ਨਹੀਂ ਕਰ ਸਕਦਾ ਮੇਰੇ ਘਰ ਦਾ ਭੋਜਨ, ਨਾ ਤੋ ਰਾਖੋ ਸਾਦਰ ਨਿਜ ਸਦਮਾ। ਹਾਂ ਕਹਿਣਗੇ ਨਹੀਂ ਤਾਂ ਮੈਂ ਉਹਨਾਂ ਨੂੰ ਤੁਹਾਡੇ ਘਰ ਪਹੁੰਚਣ ਹੀ ਨਹੀਂ ਦੇਣਾ ਸੀਗਾ, ਮੈਂ ਉਹਨਾਂ ਨੂੰ ਅੱਡ ਘਰ ਬਣਾ ਕੇ ਦੇਣਾ ਸੀ, ਉਹਨਾਂ ਦੀ ਸੇਵਾ ਮੈਂ ਕਰਿਆ ਕਰਨੀ ਸੀ ਦਿਨ ਰਾਤ ਗੁਰੂ ਨਾਨਕ ਸਾਹਿਬ ਜੀ ਦੀ। ਸਫਲ ਜਨਮ ਸੇਵੇ ਪਦ ਪਦਮਾ। ਕਹਿਣ ਲੱਗੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਮੈਨੂੰ ਵੀ ਕਿਤੇ ਮੁਕਤੀ ਮਿਲ ਜਾਣੀ ਸੀ, ਮੈਂ ਵੀ ਕਿਤੇ ਮੁਕਤ ਹੋ ਜਾਣਾ ਸੀਗਾ, ਮੈਨੂੰ ਆਨੰਦ ਮਿਲ ਜਾਣਾ ਸੀਗਾ। ਫਿਰ ਕੋਸ਼ਿਸ਼ ਸੁੰਦਰ ਦਿਓ ਬਣਵਾਈ। ਕਹਿਣ ਲੱਗੇ ਦੇਖ ਮੈਂ ਉਹਨਾਂ ਵਾਸਤੇ ਚੰਗੇ ਤੋਂ ਚੰਗੇ ਕੱਪੜੇ ਬਣਾ ਕੇ ਦੇਣੇ। ਰਾਏ ਬੁਲਾਰ ਕਹਿੰਦੇ ਮੇਰਾ ਪਰਸਨਲ ਟੇਲਰ ਹੈ, ਮੈਂ ਚੰਗੇ ਤੋਂ ਚੰਗਾ ਸਿਲਕ ਦੇ ਕੱਪੜੇ ਕੀ, ਫਾਈਨ ਕਾਟਨ ਦੇ ਕੱਪੜੇ ਕੀ ਮੈਂ ਬਣਾ ਕੇ ਗੁਰੂ ਨਾਨਕ ਸਾਹਿਬ ਨੂੰ ਦੇਣੇ ਹਨ। ਲੈ ਜਾਵੋ ਕਾਲੂ ਪਹਿਰਾਈ। ਕਹਿ ਲਗੇ ਆਹ ਕੱਪੜੇ ਫੜ ਗੁਰੂ ਨਾਨਕ ਵਾਸਤੇ ਮੈਂ ਬਣਵਾਏ ਆ ਨਾ, ਉਹਨਾਂ ਨੂੰ ਜਾ ਕੇ ਪਵਾਈ, ਕਿਤੇ ਸੱਟ ਨਾ ਦੀ ਰਾਹ 'ਚ, ਹਾਂਜੀ ਕਿਤੇ ਗੁੱਸੇ ਨਾ ਹੋਈ, ਉਹਨਾਂ ਨੂੰ ਇਹ ਕੱਪੜੇ ਦੇਣੇ ਹਨ, ਉਹਨਾਂ ਨੂੰ ਪਾਉਣੇ ਹਨ। ਜੋ ਆਵੇ ਤਿਨ ਕਾਜ ਪਦਾਰਥ। ਹਾਂ ਕਹਿੰਦਾ ਜੋ ਆਵੇ ਤਿਨ ਕਾਜ ਪਦਾਰਥ, ਜੋ ਵੀ ਗੁਰੂ ਨਾਨਕ ਆਪਣੇ ਮੂੰਹ ਤੋਂ ਕਹਿ ਦੇਵੇ ਵੀ ਮੈਨੂੰ ਇਹ ਚਾਹੀਦਾ ਹੈ, ਕਹਿੰਦਾ ਜੇ ਤੂੰ ਨਹੀਂ ਦੇ ਸਕਦਾ ਮੈਨੂੰ ਦੱਸ ਦੇ, ਆਈ ਵਿਲ ਗਿਵ ਇਟ ਟੂ ਯੂ, ਤੂੰ ਸਿੱਧਾ ਮੈਨੂੰ ਦੱਸ ਦੇ, ਜੋ ਵੀ ਉਹ ਚਾਹੁੰਦੇ ਨੇ ਮੈਂ ਦਵਾਂਗਾ। ਫਿਰ ਸੋ ਮੈਂ ਗਨ ਹਾਂ ਭਇਓ ਸਖਾਰਥ। ਹਾਂ ਸੋ ਮੈਂ ਗਨ ਕਹਿਣ ਲੱਗਾ ਤਾਂ ਹੀ ਤਾਂ ਮੇਰੀ ਮਾਇਆ ਜਿਹੜੀ ਸਫਲ ਹੋਵੇਗੀ ਨਾ, ਮੇਰੇ ਪੁਰਾਤਨ ਬੰਦੇ ਨੇ, ਮੇਰੇ ਦਾਦਾ ਪੜਦਾਦਾ ਜਿਨ੍ਹਾਂ ਨੇ ਪੈਸੇ ਕਮਾ, ਉਹਨਾਂ ਦੇ ਵੀ ਸਫਲ ਹੋ ਜਾਣਗੇ, ਉਹ ਵੀ ਮੁਕਤ ਹੋ ਜਾਣਗੇ। ਸੁਨ ਬੁਲਾਰ ਕੀ ਅਸਪਿਤ ਬਾਨੀ। ਇਹ ਗੱਲਾਂ ਸੁਣ ਕੇ ਨਾ ਬਾਬਾ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਦੀਆਂ ਸਾਰੀਆਂ ਸ਼ਰਦਾ ਪ੍ਰੇਮ ਵਿਖੇ ਲਪਟਾਨੀ ਵੀ ਬੜੀਆਂ ਸ਼ਰਦਾ ਵਿੱਚ ਜਿਹੜੀਆਂ ਭਿੱਜੀਆਂ ਹੋਈਆਂ ਗੱਲਾਂ ਸਨ, ਐਨ ਜਿਹੜੀਆਂ ਹਨ ਲਪਟਾਨੀ, ਐਨ ਲਿਪਟੀਆਂ ਹੋਈਆਂ ਪ੍ਰੇਮ ਦੇ ਵਿੱਚ, ਹਾਂਜੀ ਉਹ ਜਿਹੜੀਆਂ ਰਾਏ ਬੁਲਾਰ ਨੇ ਦਸੀਆਂ। ਬੋਲਿਓ ਹੱਥ ਜੋੜ ਤੈ ਕਾਲੂ। ਉਹਨਾਂ ਨੂੰ ਹੱਥ ਜੋੜ ਕੇ ਬਾਬਾ ਮਹਿਤਾ ਕਾਲੂ ਜੀ ਕੀ ਕਹਿੰਦੇ ਨੇ ਰਾਏ ਬੁਲਾਰ ਨੂੰ, ਜਾਗੋ ਮਾਇਆ ਮੋਹ ਬਸਾਲੂ। ਹਾਂ ਕਹਿਣ ਲੱਗੇ ਜਾਗੋ, ਜੋ ਕਹਿੰਦੇ ਬਾਬਾ ਮਹਿਤਾ ਕਾਲੂ ਦੇ ਅੰਦਰ ਮਾਇਆ ਦਾ ਬਹੁਤ ਪ੍ਰੇਮ ਹੈ, ਉਹਨਾਂ ਨੂੰ ਬਹੁਤ ਫਿਕਰ ਲੱਗਿਆ ਰਹਿੰਦਾ ਵੀ ਮਾਇਆ ਦਾ, ਹਾਂਜੀ ਮਾਇਆ ਇਕੱਠੀ ਕਰਨੀ ਆ ਜੀ, ਆਹ ਕਰਨਾ ਉਹ ਕਰਨਾ, ਹਾਂਜੀ ਕਹਿੰਦੇ ਹੱਥ ਜੋੜ ਕੇ ਰਾਏ ਬੁਲਾਰ ਨੂੰ ਕੀ ਕਹਿੰਦੇ ਹਨ, ਮੁਝ ਕਰਨਾ ਕਰ ਮੁਝ ਘਰ ਸਰਬਾ। ਕਹਿਣਗੇ ਦੇਖ ਰਾਏ ਬੁਲਾਰ ਤੇਰੇ ਕਰਕੇ ਮੇਰੇ ਘਰ 'ਚ ਸਾਰੇ ਪਦਾਰਥ ਨੇ, ਤੇਰੇ ਹੀ ਦਿੱਤੇ ਹੋਏ ਨੇ, ਤੂੰ ਮੇਰਾ ਮਾਲਕ ਹੈ, ਹਾਂਜੀ ਤੂੰ ਮੇਰਾ ਬੌਸ ਹੈ,
ਤੂੰ ਜੋ ਦਿੱਤਾ ਉਹੀ ਮੇਰੇ ਘਰ ਵਿੱਚ ਆਇਆ ਹੈ। ਆਲ ਆਈ ਹੈਵ ਇਜ਼ ਗਿਵਨ ਬਾਈ ਯੂ। ਫਿਰ ਅਹੈ ਪਦਾਰਥ ਦੇ ਬਹੁ ਦਰਬਾ। ਹਾਂ, ਕਹਿਣ ਲੱਗੇ ਤੂੰ ਬਹੁਤ ਸਾਰੇ ਮੈਨੂੰ ਪਦਾਰਥ ਦਿੱਤੇ, ਧਨ ਦਿੱਤਾ, ਕੋਈ ਕਮੀ ਨਹੀਂ ਤੂੰ ਛੱਡੀ। ਕਿਸੂ ਵਾਸਤ ਕੀ ਕਮੀ ਨਾ ਮੇਰੇ। ਕਹਿਣਗੇ ਮੈਨੂੰ ਕੋਈ ਕਮੀ ਨਹੀਂ, ਆਈ ਹੈਵ ਐਵਰੀਥਿੰਗ ਗਿਵਨ ਬਾਈ ਯੂ। ਫਿਰ ਅਧਿਕ ਧਾਮ ਧਨ ਮਾਲ ਕਨੇਰੇ। ਕਹਿਣਗੇ ਮੇਰੇ ਘਰ ਵਿੱਚ ਬਹੁਤ ਸਾਰੇ ਪਦਾਰਥ ਨੇ, ਬਹੁਤ ਸਾਰਾ ਪੈਸਾ ਹੈ, ਮੈਂ ਕਿਸੇ ਗੱਲੋਂ ਵੀ ਮੈਂ ਘੱਟ ਨਹੀਂ। ਨੋ, ਆਈ ਡੋਂਟ ਹੈਵ ਐਨੀਥਿੰਗ ਦੈਟ ਆਈ ਡੋਂਟ ਹੈਵ, ਆਈ ਹੈਵ ਐਵਰੀਥਿੰਗ। ਫਿਰ ਤਦਪ ਵਦਤ ਮੁਝ ਨਿਤ ਚਿਤ ਚਿੰਤਾ। ਪਰ ਕਹਿੰਦੇ ਤਦਪ ਵਦਤ, ਪਰ ਫਿਰ ਵੀ ਮੈਨੂੰ ਫਿਕਰ ਆ ਨਾ, ਇਨਫਲੇਸ਼ਨ ਵੱਧ ਰਿਹਾ ਹੈ, ਕਮਾਈ ਵੀ ਵਧਣੀ ਚਾਹੀਦੀ ਹੈ, ਹਨਾ। ਸੋ ਇਹ ਹੈਜ਼ ਟੂ ਬੀ ਟੂਗੇਦਰ। ਕਹਿੰਦੇ ਫਿਰ ਜਿਹੜਾ ਹੈ, ਜਿਹੜੇ ਪਦਾਰਥ ਹੋਣੇ ਹੈਗੇ ਉਹ ਤਾਂ ਠੀਕ ਹਨ, ਪਰ ਮੈਨੂੰ ਫਿਕਰ ਆ ਵੀ ਜੇ ਨਹੀਂ ਵਧੇ ਇਹ ਮੁੱਕ ਜਾਣੇ ਆ। ਇਹ ਹੈਜ਼ ਟੂ ਗਰੋ, ਇਹ ਵਧਣੇ ਚਾਹੀਦੇ ਨੇ। ਕਹਿੰਦੇ ਉਹ ਵੱਧ ਨਹੀਂ ਰਹੇ, ਮੈਨੂੰ ਉਹ ਫਿਕਰ ਹੈ। ਨਿਸ ਦਿਨ ਬੀਤ ਹੈ ਗਟੀ ਗੁਣੰਤਾ। ਕਹਿੰਦੇ ਇਹ ਮੈਂ ਗਿਣਤੀਆਂ ਸੋਚਦਾ ਰਹਿਣਾ ਹਾਂ ਵੀ ਮੇਰੇ ਘਰ ਦੇ ਪਦਾਰਥ ਕਿਤੇ ਮੁੱਕ ਨਾ ਜਾਣ। ਸੋ ਜਿਹੜਾ ਅਗਲੀ ਵਾਰ ਫਿਰ ਜਦੋਂ ਬੁਢੇਪੇ ਵਿੱਚ ਗਏ, ਫਿਰ ਉਦੋਂ ਕਿਤੇ ਇਹ ਆਸਾ ਨਾ ਹੋਵੇ ਵੀ ਮੇਰੇ ਕੋਲ ਮਾਇਆ ਨਾ ਹੋਵੇ, ਆਈ ਕੁਡਨਟ ਸਸਟੇਨ ਮਾਈ ਫੈਮਿਲੀ, ਇਹ ਗੱਲਾਂ ਨਾ ਹੋਣ। ਮੈਨੂੰ ਉਹ ਮੇਰੇ ਮਨ 'ਚ ਬਹੁਤ ਗੱਲ ਚੱਲਦੀ ਹੈ। ਦਿਸ ਇਜ਼ ਐਗਜ਼ੈਕਟਲੀ ਜਿਹੜਾ ਬੰਦਾ ਅੱਜ ਸੋਚਦਾ ਹੈ। ਹਾਂਜੀ, ਅੱਗੇ ਤਾਂ ਜਿਹੜਾ ਹੈ ਗਵਰਨਮੈਂਟ ਦੇ ਕੰਮ ਹੁੰਦੇ ਸਨ, ਪੈਨਸ਼ਨ ਮਿਲ ਜਾਂਦੀ ਸੀ, ਸੋ ਲੋਕਾਂ ਨੂੰ ਫਿਕਰ ਨਹੀਂ ਹੁੰਦਾ ਸੀ। ਕਹਿੰਦੇ ਕੋਈ ਨਹੀਂ, ਕੰਮ ਮੁੱਕਿਆ ਤਾਂ ਪੈਨਸ਼ਨ ਲੱਗ ਜਾਏਗੀ। ਹਾਂਜੀ, ਅੱਜ ਕੱਲ੍ਹ ਤਾਂ ਪੈਨਸ਼ਨ ਕਿੱਥੇ ਹੈ ਰਹੇਗੀ। ਹਾਂਜੀ, ਜੋ ਮਿਲਦੇ ਪੈਸੇ ਉਹ ਵੀ ਮੁੱਕ ਜਾਂਦੇ ਨੇ। ਹਾਂਜੀ, ਸਭ ਕੁਝ ਮਹਿੰਗਾ ਹੋ ਗਿਆ ਕਿਉਂਕਿ ਸੇਵਿੰਗ ਹੋ ਰਹੀ ਹੈ 25 ਸਾਲ ਦੀ। ਹਾਂਜੀ, 25 ਸਾਲ ਦੀ ਸੇਵਿੰਗ ਜਦੋਂ ਹੁਣ ਮਿਲਦੀ ਹੈ, ਇਟ ਡਜ਼ਨਟ ਹੈਵ ਐਨੀ ਵੈਲਿਊ ਐਨੀ ਮੋਰ, ਉਹ ਪੈਸਾ ਇੰਨਾ ਛੋਟਾ ਹੋ ਜਾਂਦਾ। ਹਾਂਜੀ, ਸੋ ਇਸ ਤਰ੍ਹਾਂ ਦਾ ਫਿਕਰ ਸਾਰਿਆਂ ਨੂੰ ਹੀ ਹੈ। ਹਾਂਜੀ, ਸੋ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਮੈਨੂੰ ਵੀ ਫਿਕਰ ਹੈ। ਫਿਰ ਤੁਮ ਨਾਨਕ ਕੀ ਕਰਤ ਵਡਾਈ। ਕਹਿਣਗੇ ਤੂੰ ਤਾਂ ਗੁਰੂ ਨਾਨਕ ਦੀ ਵਡਿਆਈ ਕਰ ਰਿਹਾ ਹੈ। ਹਾਂਜੀ, ਤੂੰ ਵਡਿਆਈ ਕਰਦਾ ਨਹੀਂ ਥੱਕਦਾ। ਮੈਂ ਨਾ ਲਖੀ ਤੇ ਮਤ ਕਹਿ ਤਾਹੀਂ। ਮੈਂ ਇਹਨੂੰ ਨਹੀਂ ਸਮਝ ਆਉਂਦੀ। ਕਹਿੰਦਾ ਮੇਰੇ ਖਿਆਲ ਤਾਂ ਮੇਰਾ ਪੁੱਤਰ ਤਾਂ ਗਵਾਉਂਦਾ ਹੀ ਹੈ। ਹਾਂਜੀ, ਮੈਨੂੰ ਨਹੀਂ ਸਮਝ ਆਉਂਦੀ ਤੇਰੀ ਵਡਿਆਈ, ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ। ਕਹਿੰਦਾ ਹਾਂਜੀ, ਮੈਂ ਪੰਡਤ ਹਰਦਿਆਲ ਕੋਲ ਹੋੜੀ ਵੀ ਇਹ ਗੱਲ ਕੀਤੀ, ਹੁਣ ਮੈਂ ਤੁਹਾਡੇ ਕੋਲ ਆਇਆ, ਤੁਸੀਂ ਵੀ ਇਹ ਗੱਲ ਕਰ। ਕਹਿੰਦਾ ਮੇਰੀ ਸਮਝ ਨਹੀਂ ਆਉਂਦੀ, ਮੈਨੂੰ ਤਾਂ ਜਿੰਨਾ ਕੁ ਮੈਨੂੰ ਪਤਾ ਹੈ ਉਹ ਘਾਟਾ ਹੀ ਪਾਉਂਦਾ ਹੈ। he always spends and ਉਹ ਤਾਂ ਮੈਨੂੰ ਬਰਬਾਦੀ ਤੇ ਲੈ ਕੇ ਆ ਰਿਹਾ ਹੈ। he want to give up everything that I have। ਉਹਨੇ ਤਾਂ ਗਾਉਣਾ ਹੈ, ਬਰਬਾਦ ਕਰਨਾ ਹੈ, ਲੁੱਟੇ ਜਿਹੜਾ ਉਹਨੇ ਸਭ ਕੁਝ ਲੁਟਾ ਦੇਣਾ ਹੈ। ਫਿਰ ਜੇ ਕਿਰਤ ਕੇ ਤਤ ਪਰ ਥਿਰ ਕੀਨਾ। ਹਾਂ, ਕਹਿਣ ਲੱਗੇ ਮੈਂ ਖੜਾ ਕੀਤਾ ਵੀ ਤੂੰ ਖੇਤੀ ਦੀ ਰਾਖੀ ਕਰ। ਫਿਰ ਕੋ ਨਾ ਸਵਾਰੇ ਕੀਨੀ ਹੀ ਨਾ। ਹਾਂ, ਕਹਿਣ ਲੱਗੇ ਸਵਾਰਨਾ ਤਾਂ ਕਿਸੇ ਸਮੇਂ ਵਿਗਾੜ ਦਿੱਤੀ ਜੀ ਕੋਲੇ ਖੜ ਕੇ, ਵਿਗਾੜੀ ਹੈ ਜੀ ਉਹਨੇ। ਹਜੇ ਵੀ ਗੁੱਸਾ ਕੱਢ ਰਿਹਾ ਭਾਈ ਬਾਬਾ ਮਹਿਤਾ ਕਾਲੂ ਜੀ। ਕਹਿੰਦੇ ਉਹ ਖੇਤ ਸਾਰਾ ਉਜਾੜ ਦਿੱਤਾ ਜੀ ਉਸਨੇ। ਪੂਰਬ ਬਹੁ ਘਰ ਵਸਤ ਗਵਾਏ। ਪਹਿਲੇ ਵੀ ਇਹਨੇ ਬੜੀਆਂ ਚੀਜ਼ਾਂ ਗਵਾਤੀਆਂ ਜੀ ਸਾਡੇ ਘਰ ਦੀਆਂ। ਅਬ ਕਿਦਾਰ ਪਸ ਦੀਨ ਚੜਾਏ। ਹਾਂ, ਕਹਿੰਦੇ ਹੁਣ ਸਾਰੀ ਉਹ ਖੇਤੀ ਚਰਾ ਦਿੱਤੀ ਜੀ ਪਸ਼ੂਆਂ ਨੂੰ। ਸਾਰੇ ਜਿੰਨੇ ਪਿੰਡ ਦੇ ਲੋਕ ਸੀ, ਹੋਰ ਪਿੰਡਾਂ ਦੀਆਂ ਵੀ ਗਾਈਆਂ ਮੱਝਾਂ ਆ ਗਈਆਂ ਜੀ ਵਿੱਚ। ਜਨਮੇ ਤੇ ਜਬ ਸੁਰਤ ਸੰਭਾਰੀ। ਕਹਿੰਦੇ ਜਦੋਂ ਦਾ ਇਹ ਜੰਮਿਆ, ਜਦੋਂ ਦਾ ਇਹਨੇ ਸੁਰਤ ਸੰਭਾਲੀ ਹੈ ਆਪਣੀ ਗੁਰੂ ਨਾਨਕ ਨੇ। ਤਨਕ ਨਾ ਧਨ ਕੀ ਕਿਰਤ ਸਵਾਰੇ। ਇੱਕ ਵੀ ਪੈਸਾ ਇਹ ਘਰ ਨੂੰ ਨਹੀਂ ਲੈ ਕੇ ਆਇਆ, ਲੈ ਕੇ ਇੱਕ ਵਾਰ ਗਿਆ ਹੈ, ਮੁੜ ਕੇ ਨਹੀਂ ਕੁਝ ਲੈ ਕੇ ਆਇਆ। nothing comes back, everything goes from the house and it never comes back। ਕਹਿੰਦੇ ਇਹਨੇ ਇਹੀ ਕੰਮ ਕੀਤਾ ਜੀ। ਮਨ ਉਨਮਤ ਨਾ ਕਰਤ ਸਨੇਹੋ। ਕਹਿਣਗੇ ਇੰਨਾ ਮਸਤ ਬੰਦਾ, ਇਹਨੂੰ ਜੋ ਮਰਜ਼ੀ ਕਹੀ ਜਾਓ, ਇਹਨੇ ਕਰਨਾ ਆਪਣੀ ਮਰਜ਼ੀ ਹੈ। ਹਾਂਜੀ, ਇਹਨੂੰ ਮੈਂ ਬੜਾ ਸਮਝਾਇਆ ਵੀ ਤੂੰ ਕੋਈ ਨਹੀਂ ਪੈਸਾ ਰੱਖਿਆ ਕਰ, ਇਹ ਕਰਿਆ, ਇਹ ਨਹੀਂ ਸੁਣਨਾ, ਇਹ ਗਾਉਣ ਤੇ ਹੀ ਹੋਇਆ ਹੈ। ਵਹਿਰ ਨਗਰ ਪੈਸੇ ਤਜ ਗੇਹੂ। ਹਾਂ, ਕਹਿਣਗੇ ਦੇਖੋ ਹੁਣ ਘਰ ਛੱਡ ਕੇ ਹੁਣ ਪਾਸੇ ਬਹਿ ਗਿਆ ਜਾ ਕੇ ਉੱਤੇ ਦਰਖਤਾਂ ਦੇ ਥੱਲੇ, ਕੀ ਕਰਦਾ? ਹੀ ਵੇਸਟਿੰਗ ਹਿਸ ਟਾਈਮ। ਹਾਂਜੀ, ਕੀ ਹੋ ਰਿਹਾ ਹੈ ਜੀ? ਜਿਵੇਂ ਆਪਣੇ ਬੱਚੇ ਜਿਹੜੇ ਕੋਈ ਲਿਪਾ ਕਰਨ ਲੱਗ ਜਾਣ, ਬੰਦੇ ਨੂੰ ਫਿਕਰ ਲੱਗ ਜਾਂਦਾ ਵੀ ਇਹ ਕਰਦੇ ਕੀ ਆ, ਟਾਈਮ ਖਰਾਬ ਕਰੀ ਜਾਂਦੇ ਨੇ। ਕਈ ਲੋਕ ਮੂੰਹ ਚੱਕ ਕੇ ਬੈਠੇ ਰਹਿੰਦੇ, ਬ੍ਰਿਜ ਤੇ ਬੈਠੇ ਰਹਿੰਦੇ ਨੇ, ਪਾਣੀ ਨੂੰ ਦੇਖਦੇ। ਕਈ ਜਿਹੜੇ ਹਨ ਜਦੋਂ ਕੋਈ ਚੰਗੀ ਨਦੀ ਨਾ ਹੋਵੇ, ਉਹ ਬਹਿ ਜਾਂਦੇ ਨੇ ਡਰੇਨ ਦੇਖਣ ਨੂੰ, ਗੰਦਾ ਜਿਹਾ ਪਾਣੀ ਦੇਖੀ ਜਾਂਦੇ ਨੇ। ਹਾਂਜੀ, ਕਹਿੰਦੇ ਤਰ੍ਹਾਂ ਦੇ ਬੰਦੇ ਨੇ ਜਿਹੜੇ ਟਾਈਮ ਖਰਾਬ, ਜਿਹਨਾਂ ਨੂੰ ਬਿਲਕੁਲ ਵੀ ਟਾਈਮ ਨਹੀਂ, ਉਹ ਸ਼ਾਪਿੰਗ ਸੈਂਟਰ 'ਚ ਬਹਿ ਜਾਂਦੇ ਨੇ, ਮੂੰਹ ਚੱਕ ਕੇ ਆਏ ਬਸ ਦੇਖੀ ਜਾਂਦੇ, ਲੋਕ ਜਾਂਦੇ ਆਉਂਦੇ। ਹਾਂਜੀ, ਯੂ ਵਿਲ ਜਸਟ ਸੀ ਵਾਟ ਦੇ ਅਪ ਟੂ, ਕੀ ਕਰ ਰਹੇ ਨੇ, ਕੁਛ ਵੀ ਨਹੀਂ। ਕਈ ਜਿਹੜੇ ਹਨ ਐਸੇ ਨੇ ਜਿਹੜਾ ਫੀਲਡ 'ਚ ਬਹਿ ਜਾਂਦੇ ਨੇ, ਜਿਹੜੇ ਫੁੱਟਬਾਲ ਖੇਡਦੇ, ਫੁੱਟਬਾਲ ਵਾਲੇ ਖੇਡ ਕੇ ਮੁੜ ਜਾਂਦੇ, ਉਹ ਬੈਠੇ ਰਹਿੰਦੇ ਨੇ, ਫਿਰ ਵੀ ਦੇਖੀ ਜਾਂਦੇ ਨੇ, ਪਤਾ ਨਹੀਂ ਕੀ ਦੇਖਦੇ ਨੇ। ਹਾਂਜੀ, ਫਿਰ ਕਹਿ ਬੁਲਾਰ ਤੁਮ ਮਤ ਅਨਜਾਨੀ। ਹਾਂ, ਕਹਿੰਦੇ ਕਹਿ ਬੁਲਾਰ, ਪਰ ਰਾਏ ਬੁਲਾਰ ਨੇ ਫੇਰ ਕਿਹਾ, ਕਹਿੰਦੇ ਬਾਬਾ ਮਹਿਤਾ ਕਾਲੂ ਜੀ ਤੂੰ ਮਤ ਅਣਜਾਣੀ, ਤੈਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ, ਪਤਾ ਨਹੀਂ ਮੈਨੂੰ ਕਿਉਂ, ਪਰ ਤੈਨੂੰ ਸਮਝ ਨਹੀਂ ਆ ਰਹੀਆਂ। ਹਾਂਜੀ, ਤੇਰੇ ਪੁੱਤਰ ਨੂੰ ਤੂੰ ਜਾਣਿਆ ਨਹੀਂਗਾ ਵੀ ਤੇਰਾ ਪੁੱਤਰ ਕੌਣ ਹੈ। ਤੇ ਕੀ ਰੀਤ ਨਾ ਸ਼ਕਤ ਪਛਾਨੀ। ਹਾਂ, ਕਹਿਣਗੇ ਉਸਦੀ ਸ਼ਕਤੀ ਨੂੰ ਤੂੰ ਪਛਾਣ ਨਹੀਂ ਸਕਿਆ, ਤੂੰ ਉਹਨੂੰ ਉਹ ਨਿਗਾਹ ਨਾਲ ਨਹੀਂ ਕਿਤੇ ਦੇਖਿਆ, ਸ਼ਰਧਾ ਦੀ ਨਿਗਾਹ ਨਾਲ ਨਹੀਂ ਦੇਖਿਆ ਤੂੰ। ਧਨ ਤ੍ਰਿਸ਼ਨਾ ਮੈਂ ਮਤ ਲਪਟਾਨੀ। ਹਾਂ, ਤੇਰੀ ਤਾਂ ਮਤ ਜਿਹੜੀ ਆ ਨਾ ਇੱਕੇ ਪਾਸੇ ਫਸੀ ਹੋਈ ਹੈ ਵੀ ਧਨ 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 ਧਨ, ਮਾਇਆ ਮਾਇਆ ਮਾਇਆ, ਬਸ ਉੱਥੇ ਫਸੀ ਹੋਈ ਹੈ।
ਕਹਿੰਦੇ ਉਤੋਂ ਕੱਢ ਬਾਹਰ, ਸ਼ਰਧਾ ਵਿੱਚ ਜਾ, ਫੇਰ ਦੇਖ। ਹਾਂਜੀ, ਗੁਣਨ ਗੂੜ ਕਿਉਂ ਸਕੇ ਪਛਾਨੀ। ਕਹਿੰਦੇ ਕਿ ਇੰਨੇ ਗੁੱਝੇ ਗੁਣ ਨੇ ਗੁਰੂ ਨਾਨਕ ਦੇ ਵਿੱਚ, ਇੰਨੇ ਗੁਣ ਨੇ, ਹਰ ਰੋਜ਼ ਹਰ ਵੇਲੇ ਜਦੋਂ ਮੈਂ ਉਹਨੂੰ ਦੇਖਦਾ ਇੱਕ ਨਵਾਂ ਗੁਣ ਸਾਹਮਣੇ ਆਉਂਦਾ। ਆਈ ਲਰਨ ਐਵਰੀ ਡੇ ਸਮਥਿੰਗ ਫਰਮ ਹਿਮ। ਮੈਂ ਤਾਂ ਹਰ ਰੋਜ਼ ਸਿੱਖ ਰਿਹਾ, ਪਰ ਤੇਰੇ ਘਰ ਚ ਰਹਿੰਦਾ ਤੈਨੂੰ ਨਹੀਂ ਦਿਸ ਰਿਹਾ, ਤੈਨੂੰ ਕੀ ਹੋਇਆ? ਵਾਟਸ ਰੋਂਗ ਵਿਥ ਯੂ? ਹਾਂਜੀ, ਜਿਵੇਂ ਆਪਾਂ ਕਹਿੰਦੇ ਨਾ ਵਾਟਸ ਰੋਂਗ ਵਿਥ ਯੂ। ਫਿਰ ਕਹਿਨ ਸੁਣਨ ਕਰ ਅਸ ਬਿਦ ਕਾਲੂ। ਕਹਿਣ ਲੱਗੇ ਕਹਿਣ ਸੁਣਨ, ਕਹਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਰਾਏ ਬੁਲਾਰ ਦੀਆਂ ਗੱਲਾਂ ਸੁਣੀਆਂ। ਚੱਲ ਆਲਿਏ ਆਇਓ ਤਤ ਕਾਲੂ। ਘਰ ਆ ਗਿਆ ਜੀ ਬਾਬਾ ਮਹਿਤਾ ਕਾਲੂ ਜੀ, ਫਿਰ ਘਰ ਆ ਗਏ ਜੀ, ਕਰਨ ਲੱਗਿਓ ਕਾਰਜ ਨਿਜ ਜੋ। ਫਿਰ ਆਪਣੇ ਕਾਰਜ ਕਰਨ ਲੱਗੇ ਜੀ, ਆਪਣੇ ਕੰਮਾਂ ਵਿੱਚ ਪੈ ਗਏ ਜੀ। ਹੁਣ ਸੁਤ ਗੁਣ ਪਰਖਣ ਕਰਤ ਨਾ ਕੋ। ਉਹਨਾਂ ਨੇ ਆਪਣੇ ਪੁੱਤਰ ਦੇ ਕੋਈ ਵੀ ਗੁਣ ਵੱਲ ਨਹੀਂ ਦੇਖਿਆ ਜੀ। ਹਾਂਜੀ, ਬਸ ਔਗਣੇ ਦੇਖਦੇ ਨੇ ਵੀ ਮੇਰਾ ਘਰ ਗਵਾਉਂਦਾ ਹੈ ਜੀ, ਉਹੀ ਬਸ ਇੱਕ ਜਿਹੜਾ ਇੰਪ੍ਰੈਸ਼ਨ ਬਣਿਆ ਹੋਇਆ ਹੈ। ਦੋਹਰਾ ਸ੍ਰੀ ਸਤਿਗੁਰ ਕਰਤਾ ਪੁਰਖ। ਕਹਿਣਗੇ ਦੇਖੋ ਸ੍ਰੀ ਮਾਇਆ ਦਾ ਪਤੀ ਜੋ ਸੱਚਾ ਗੁਰੂ ਨਾਨਕ ਸਾਹਿਬ ਜੀ ਨੇ, ਉਹ ਕਰਤਾ ਪੁਰਖ ਨੇ। ਉਹ ਕਰਤਾ ਮੀਨਸ ਹੀ ਇਜ਼ ਅ ਕ੍ਰੀਏਟਰ, ਹੀ ਇਜ਼ ਅ ਸਸਟੇਨਰ ਆਫ ਦ ਹੋਲ ਯੂਨੀਵਰਸ। ਫਿਰ ਅਸਬਿਦ ਕਰਤ ਬਿਲਾਸ। ਕਹਿਣਗੇ ਇਸ ਤਰ੍ਹਾਂ ਦੇ ਬਿਲਾਸ, ਇਸ ਤਰ੍ਹਾਂ ਦੀਆਂ ਖੇਡਾਂ ਗੁਰੂ ਨਾਨਕ ਸਾਹਿਬ ਜੀ ਕਰਦੇ ਹਨ। ਭਜ ਸੰਤੋਖ ਸਿੰਘ ਨਾਮ ਤੇ। ਕਹਿਣਗੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਦੇ ਨਾਮ ਨੂੰ ਯਾਦ ਕਰਦਾ, ਉਹਨਾਂ ਦੇ ਨਾਮ ਨੂੰ ਰਿਸਾਈਟ ਕਰਦਾ, ਮੈਂ ਉਹਨਾਂ ਦੇ ਨਾਮ ਨੂੰ ਦਾ ਭਜਨ ਕਰਦਾ, ਸਿਮਰਨ ਕਰਦਾ ਹਾਂ। ਤਜੋ ਆਨ ਕੀ ਆਸ। ਮੈਂ ਸਾਰਿਆਂ ਬਾਕੀ ਦੀਆਂ ਆਸਾਂ ਛੱਡ ਕੇ ਇੱਕ ਗੁਰੂ ਨਾਨਕ ਦੀ ਆਸ ਮੈਂ ਪਕੜੀ ਹੈ। ਕਵੀ ਸੰਤੋਖ ਸਿੰਘ ਜੀ ਇਹ ਕਹਿ ਕੇ ਸਮਾਪਤੀ ਕਰਦੇ ਹਨ ਕਥਾ ਦੀ। ਕਹਿੰਦੇ ਮੈਂ ਬਾਕੀ ਦੀਆਂ ਸਭ ਕੁਝ ਛੱਡ ਕੇ ਮੈਨੂੰ ਇੱਕੇ ਗੁਰੂ ਨਾਨਕ ਦੀ ਆਸ ਹੈ, ਮੈਂ ਇੱਕ ਗੁਰੂ ਨਾਨਕ ਦੀ ਆਸ ਪਕੜੀ ਹੋਈ ਹੈ। ਸੋ ਇੱਥੇ ਇਹ ਜਿਹੜਾ ਪ੍ਰਸੰਗ ਦੀ ਸਮਾਪਤੀ ਹੈ। ਤੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਐਸੀਆਂ ਲੀਲਾ ਕਰਦੇ ਨੇ। ਮਹਾਰਾਜ ਜੀ ਦੇਖੋ ਕਿਵੇਂ ਆਪਣੇ ਪਿਤਾ ਦੇ ਮਨ ਦੇ ਵਿੱਚ ਜਿਹੜਾ ਹੈ, ਜਿਹੜੀ ਗੱਲ ਨਹੀਂ ਵੀ ਸਮਝ ਆਉਂਦੀ ਉਹਨਾਂ ਨੂੰ ਦੇ ਰਹੇ ਨੇ, ਜਾਂ ਉਹਨਾਂ ਦੇ ਮਨ ਵਿੱਚ ਉਹ ਗੱਲ ਪਾ ਰਹੇ ਨੇ, ਪਰ ਹਜੇ ਉਹ ਦੇਖੋ ਆਪ ਹੀ ਨਹੀਂ ਚਾਹੁੰਦੇ ਗੁਰੂ ਉਹਨਾਂ ਦਾ ਪਿਤਾ ਉਹਨਾਂ ਨੂੰ ਪਰਮੇਸ਼ਰ ਕਰਕੇ ਦੇਖੇ। ਯੂ ਨੋ ਦੈਟਸ ਹਿਸ ਵਿਲ। ਉਹ ਆਪਣੀ ਵਿਲ ਆਪ ਕਰਦੇ ਨੇ, ਉਹ ਚਾਹੁੰਦੇ ਨੇ ਐਸੀ ਖੇਡ ਹੋਵੇ। ਹਾਂਜੀ, ਪਿਤਾ ਦੀਆਂ ਜਿਹੜੀਆਂ ਹਨ ਉਹ ਬਚਨ ਵੀ ਸੁਣਦੇ ਨੇ, ਹਾਂਜੀ ਗੁੱਸੇ ਹੁੰਦਾ ਉਹ ਵੀ ਸੁਣਦੇ ਨੇ, ਬਟ ਹਿਸ ਅ ਫਾਦਰ ਨਾ। ਸੋ ਆਪਣੇ ਫਾਦਰ ਦੇ ਸਮਾਨ ਉਹਨਾਂ ਨੂੰ ਜਾਣ ਕੇ ਸਭ ਕੁਝ ਸਹਿੰਦੇ ਹਨ। ਦੋਹਰਾ ਸ੍ਰੀ ਸਤਿਗੁਰ ਕਰਤਾ ਪੁਰਖ, ਅਸਬਿਦ ਕਰਤ ਬਿਲਾਸ। ਭਜ ਸੰਤੋਖ ਸਿੰਘ ਨਾਮ ਤਹਿ, ਤਜੋ ਆਨ ਕੀ ਆਸ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰ ਦੇ, ਖੇਤੀ ਬਿਰਖ ਛਾਇਆ ਪ੍ਰਸੰਗ ਵਰਨੰ। ਨਾਮ ਦੁਆਦਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।